ਵਾਹਿਗੁਰੂ। ਉਹ ਥੋੜਾ ਜਿਹਾ ਇਹਨੂੰ ਕਰ ਦਿਓ, ਜ਼ਿਆਦਾ ਨਹੀਂ, ਥੋੜਾ ਜਿਹਾ ਸੰਗ ਬੈਠਾ ਜੀ। ਵਾਹਿਗੁਰੂ। ਜੇ ਚੀਕ ਚੂਕ ਮਾਰੇ ਫਿਰ ਉਹਨੂੰ ਕਰ ਦਿਓ, ਉੱਧਰ ਰਹਿਣ ਦਿਓ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਧਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਹੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਪੰਚੋਂ ਕੋ ਸਮਰੱਥ ਕਰ ਸਭ ਬਿਦ ਸ੍ਰੀ ਗੁਰਦੇਵ। ਸਾਦਰ ਤਿਨਹੁ ਬਿਠਾਏ ਕਰ ਲਖੇ ਨਾ ਗੁਰ ਕੋ ਭੇਵ। ਪੰਚੋਂ ਕੋ ਸਮਰੱਥ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਤਖਤ ਦੇ ਸੁਭਾਏ ਮਾਨ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਸ਼ਹੀਦ ਸਤਿਗੁਰੂ ਧਰਮ ਰੱਖਿਅਕ ਬੰਦਗੀ ਦੇ ਸ਼ਾਂਤੀ ਦੇ ਪੁੰਜ ਸ਼ਸਤਰ ਧਾਰੀ ਯੋਧੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੇਂ ਵਿਖੇ ਦਿਨ ਦੇ ਪਿਛਲੇ ਪਹਿਰ ਦੇ ਸਮੇਂ ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਨ ਹਿਤ ਇਕੱਤਰ ਹੋਏ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਨੇ ਬਹੁਤ ਹੀ ਜ਼ਿਆਦਾ ਬਖਸ਼ਿਸ਼ ਕੀਤੀ ਆਪਾਂ ਸਾਰਿਆਂ ਦੇ ਉੱਪਰ, ਜੋ ਇਹ ਦੁਨੀਆ ਦੀ ਦੌੜ ਭੱਜ ਦੇ ਵਿੱਚੋਂ ਕੱਢ ਕੇ ਸਾਨੂੰ ਮਹਾਰਾਜ ਨੇ ਆਪਣੇ ਚਰਨਾਂ ਦੇ ਵਿੱਚ ਠਹਿਰਾਓ ਬਖਸ਼ਿਆ ਹੈ। ਨਹੀਂ ਤੇ ਐਸੀ ਹਾਲਤ ਹੈ ਹਰ ਕੋਈ ਬੰਦਾ ਇੱਕ ਦੂਜੇ ਤੋਂ ਅੱਗੇ ਹੀ ਲੰਘਣਾ ਚਾਹੁੰਦਾ ਹੈ, ਭਾਵੇਂ ਉਹ ਸੜਕ 'ਤੇ ਜਾ ਰਿਹਾ ਹੋਵੇ, ਭਾਵੇਂ ਮਾਇਆ ਦੀ ਗੱਲ ਹੋਵੇ, ਭਾਵੇਂ ਅਹੁਦੇ ਦੀ ਗੱਲ ਹੋਵੇ, ਭਾਵੇਂ ਚੌਧਰ ਦੀ ਗੱਲ ਹੋਵੇ। ਜਿੰਨੀਆਂ ਵੀ ਗੱਲਾਂ ਆਪਾਂ ਕਰ ਲਈਏ ਡਿਟੇਲ ਵਿੱਚ, ਸਭ ਕੋਈ ਅੱਗੇ ਹੀ ਲੰਘਣਾ ਚਾਹੁੰਦਾ ਵੀ ਮੈਂ ਹੀ ਮੈਂ, ਬਸ ਮੈਂ ਹੀ ਮੈਂ। ਉਹ ਮੈਂ ਚੋਂ ਕੱਢ ਕੇ ਕੁਝ ਸਮਾਂ ਤੂੰ ਕਰਨ ਦਾ ਸਮਾਂ ਬਖਸ਼ਿਆ ਮਹਾਰਾਜ ਨੇ ਵੀ ਵਾਹਿਗੁਰੂ ਤੂੰ ਹੀ ਤੂੰ ਹੈ। ਇਹ ਸਤ ਸੰਗਤ ਦੀਆਂ ਭਾਗਾਂ ਭਰੀਆਂ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ। ਆਓ ਇਸ ਸਮੇਂ ਨੂੰ ਆਪਾਂ ਚੰਗੇ ਪਾਸੇ ਲਾਈਏ, ਭਾਵ ਲੇਖੇ ਲਾਈਏ, ਸਫਲ ਕਰੀਏ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ, ਕੱਲ ਆਪ ਜੀ ਨੇ ਪ੍ਰਸੰਗ ਸਰਵਣ ਕੀਤੇ ਨੇ ਵੀ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਂ ਦੀ ਚੋਣ ਕਰਨ ਤੋਂ ਬਾਅਦ ਪੰਜਾਂ ਦੇ ਸਿਰ ਵੱਢ ਕੇ ਪੰਜ ਪਿਆਰਿਆਂ ਦੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਪਿਆਰੇ ਭਾਈ ਹਿੰਮਤ ਸਿੰਘ ਜੀ, ਪਿਆਰੇ ਭਾਈ ਮੋਹਕਮ ਸਿੰਘ ਜੀ, ਪਿਆਰੇ ਭਾਈ ਸਾਹਿਬ ਸਿੰਘ ਜੀ, ਇਹਨਾਂ ਦੇ ਸਿਰ ਲਏ ਨੇ। ਫਿਰ ਸੁਰਜੀਤ ਕੀਤਾ ਤੇ ਅੰਮ੍ਰਿਤ ਛਕਾਇਆ। ਪੰਜ ਬਾਣੀਆਂ ਪੜ੍ਹੀਆਂ, ਸਰਬਲੋਏ ਦੇ ਬਾਟੇ 'ਚ ਖੰਡਾ ਘਸਾਇਆ ਮਹਾਰਾਜ ਨੇ
ਇੱਕ ਕੌਤਕ ਹੋਇਆ ਵੀ ਜਦੋਂ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹ ਰਹੇ ਸਨ, ਇੱਕ 2 ਚਿੜੇ ਆਏ, ਚਿੜਿਆਂ ਦਾ ਜੋੜਾ ਉੱਡਦਾ ਹੋਇਆ। ਮਹਾਰਾਜ ਨੇ ਡਬੋਲੀਏ 'ਚ ਪਾ ਕੇ ਥੋੜ੍ਹਾ ਜਿਹਾ ਅੰਮ੍ਰਿਤ ਉਹਨਾਂ ਨੂੰ ਛਕਾਇਆ। ਇੱਕ ਸੰਕੇਤ ਕਰਨ ਦੇ ਲਈ ਵੀ ਸਿੱਖੋ, ਇਹ ਨਾ ਸਮਝਿਓ ਵੀ ਇਹ ਸਤਲੁਜ ਦਾ ਪਾਣੀ ਪਿਆਉਣ ਲੱਗੇ ਨੇ ਮਹਾਰਾਜ। ਉਹਨਾਂ ਛਕਿਆ ਤੇ ਛਕਦੇ ਵੀਰ ਰਸ ਚੜ੍ਹ ਗਿਆ, ਲੜਨ ਲੱਗ ਪਏ, ਲਹੂ ਲੁਹਾਨ ਹੋ ਗਏ। ਉਹਨਾਂ ਚਿਰ ਲੜਨੋਂ ਨਹੀਂ ਹਟੇ ਜਿੰਨਾ ਚਿਰ ਮਰ ਨਹੀਂ ਗਏ। ਇਹ ਵੇਖ ਕਰਕੇ ਭਾਈ ਰਾਮ ਕੋਇਰ ਜੀ ਇਹ ਭੱਜੇ ਗਏ, ਮਾਤਾ ਜੀਤੋ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਮਹਾਰਾਜ ਤੇ ਐਸਾ ਤੇਜ ਵਾਲਾ ਅੰਮ੍ਰਿਤ ਬਣਾ ਰਹੇ, ਉਹ ਤਾਂ 2 ਚਿੜਿਆਂ ਨੇ 2 ਘੁੱਟਾਂ ਪੀਤੀਆਂ ਤੇ ਆਪਸ ਦੇ ਵਿੱਚ ਲੜ ਕੇ ਮਰ ਗਏ। ਜਿੰਨਾ ਚਿਰ ਮਰੇ ਨਹੀਂ ਉਹਨਾਂ ਚਿਰ ਲੜਨੋਂ ਨਹੀਂ ਹਟੇ। ਤੇ ਇਹੀ ਅੰਮ੍ਰਿਤ ਮਾਤਾ ਜੀ ਜਦੋਂ ਸਿੱਖ ਸਕਣਗੇ ਫਿਰ ਕੀ ਬਣੇਗਾ। ਇਹ ਸੋਚ ਕੇ ਮਾਤਾ ਜੀਤੋ ਜੀ ਪਤਾਸੇ ਲੈ ਕੇ ਚੱਲ ਪਏ। ਗੁਰੂ ਸਾਹਿਬ ਦੀ ਆਗਿਆ ਪਾ ਕੇ ਪਤਾਸੇ ਜਲ 'ਚ ਪਾ ਤੇ ਅੰਮ੍ਰਿਤ ਤਿਆਰ ਹੋ ਗਿਆ। ਜਦੋਂ 5 ਬਾਣੀਆਂ ਪੜ੍ਹੀਆਂ ਗਈਆਂ, ਮਹਾਰਾਜ ਕਹਿੰਦੇ ਜੀਤ ਕੌਰ ਜੀ ਬਹੁਤ ਚੰਗਾ ਹੋਇਆ ਜੋ ਤੁਸੀਂ ਆ ਗਏ ਹੋ। ਇਹ ਮਿਠਾਸ ਪਾ ਦਿੱਤੀ ਆ, ਨਹੀਂ ਤੇ ਸਾਡੇ ਸਿੱਖਾਂ ਨੂੰ ਇੰਨਾ ਵੀਰ ਦਾ ਇੰਨਾ ਤੇਜ ਆ ਜਾਣਾ ਸੀ, ਇਹਨਾਂ ਲੜਦੇ ਹੀ ਰਹਿਣਾ ਸੀ, ਕਿਸੇ ਨਾਲ ਮੋਹ ਨਹੀਂ ਸੀ ਕਰਨਾ। ਰਾਤ ਦਿਨ ਕਹਿੰਦੇ ਲੜਨਾ ਸੀ, ਜਿੰਨਾ ਚਿਰ ਮਰ ਨਾ ਜਾਣ ਉਹਨਾਂ ਚਿਰ ਲੜਨੋਂ ਨਹੀਂ ਸੀ ਹਟਣਾ। ਇੰਨਾ ਤੇਜ ਇਹਨਾਂ ਦੇ ਅੰਦਰ ਹੋਣਾ ਸੀ। ਹੁਣ ਤੁਸੀਂ ਪਤਾਸੇ ਪਾਏ ਨੇ, ਮਿਠਾਸ ਭਰ ਦਿੱਤੀ ਹੈ। ਪਿਤਾ ਦਾ ਤੇਜ ਪੈ ਗਿਆ ਤੇ ਮਾਂ ਦੀ ਮਿਠਾਸ ਪੈ ਗਈ ਹੈ। ਹੁਣ ਇੱਕ ਦੂਜੇ ਨਾਲ ਪਿਆਰ ਕਰਨਗੇ, ਇੱਕ ਦੂਜੇ ਨੂੰ ਵੇਖ ਕੇ ਜਕਾਰੇ ਛੱਡਣਗੇ, ਫਤਿਹ ਬੁਲਾਉਣਗੇ, ਹੱਸ ਕੇ ਭੱਜ ਕੇ ਜੱਫੀਆਂ ਪਾਉਣਗੇ, ਆਓ ਜੀ ਜਲ ਪਾਣੀ ਛਕੋ ਜੀ। ਹੁਣ ਇੱਦਾਂ ਪਿਆਰ ਕਰਨਗੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਬੜੇ ਚੰਗੇ ਵੇਲੇ ਆਈ ਹੈ, ਕਿਉਂਕਿ ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਪਿਤਾ ਤੋਂ ਬਗੈਰ ਸੰਤਾਨ ਨਹੀਂ ਹੁੰਦੀ। ਤੇ ਅਸੀਂ ਖਾਲਸਾ ਆਪਣਾ ਪੁੱਤਰ ਪ੍ਰਗਟ ਕਰਨਾ ਸੀ, ਨਾਦੀ ਪੁੱਤਰ। ਚੰਗਾ ਹੋਇਆ ਤੂੰ ਆ ਗਈ ਹੈ। ਮਾਤਾ ਅਤੇ ਪਿਤਾ ਤੋਂ ਹੀ ਪੁੱਤਰ ਦੀ ਪੈਦਾਇਸ਼ ਹੁੰਦੀ ਹੈ। ਇਵੇਂ ਮਹਾਰਾਜ ਸਾਹਿਬ ਜੀ ਨੇ ਕਹਿ ਕੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਵੀਰ ਆਸਣ ਲਵਾ ਲਏ। ਵੀਰ ਆਸਣ ਲਾ ਕੇ 5 ਚੂਲੇ ਮੁਖ ਵਿੱਚ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਕਹਿੰਦੇ ਬੋਲੋ, ਮਗਰ ਪੰਜਾਂ ਨੇ ਬੋਲੇ, ਅੰਮ੍ਰਿਤ ਛਕ ਲਿਆ। ਇਵੇਂ 5 ਮੁਖ ਵਿੱਚ ਚੂਲੇ ਪਾਏ, 5 ਨੇਤਰਾਂ ਦੇ ਵਿੱਚ ਛਿੱਟੇ ਮਾਰੇ, 5 ਕੇਸਾਂ ਦੇ ਵਿੱਚ ਪਾਏ। ਅੰਮ੍ਰਿਤ ਛਕਾ ਕੇ ਪੁੱਛਿਆ ਤੁਹਾਡਾ ਨਾਮ ਕੀ ਹੈ, ਕਿਹੜਾ ਨਗਰ ਹੈ। ਇਹਨਾਂ ਦੱਸਿਆ ਜੀ ਮੇਰਾ ਨਾਮ ਦਇਆ ਰਾਮ, ਲਾਹੌਰ ਦੇ ਰਹਿਣ ਵਾਲਾ। ਕਿਸੇ ਨੇ ਕਿਹਾ ਜੀ ਮੇਰਾ ਨਾਮ ਧਰਮਦਾਸ, ਦਿੱਲੀ ਦੇ ਰਹਿਣ ਵਾਲਾ। 5 ਨੇ ਦੱਸਿਆ। ਮਹਾਰਾਜ ਕਹਿੰਦੇ ਅੱਜ ਤੋਂ ਨਾਮ ਤੁਹਾਡਾ ਸਿੰਘ। ਤੁਸੀਂ ਅੱਜ ਤੋਂ ਕਹਿਣਾ ਵੀ ਸਾਡਾ ਨਾਮ ਹੈ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ। ਤੇ ਵਾਸੀ ਜਿਹੜਾ ਹੁਣ ਆਪਣੇ ਨਗਰ ਨਹੀਂ ਦੱਸਦੇ ਫਿਰਨਾ ਵੀ ਲਾਹੌਰ ਹੈ, ਦਿੱਲੀ ਹੈ, ਬਿਦਰ ਹੈ, ਜਗਨਨਾਥਪੁਰੀ ਹੈ, ਦਵਾਰਕਾ ਹੈ। ਕਹਿੰਦੇ ਜੇ ਕੋਈ ਪੁੱਛੇ ਤੁਹਾਡਾ ਪਤਾ ਕਿਹੜਾ ਹੈ, ਤੇ ਤੁਸੀਂ ਆਖਣਾ ਸ੍ਰੀ ਅਨੰਦਪੁਰ ਸਾਹਿਬ। ਅਸੀਂ ਅਨੰਦਪੁਰ ਦੇ ਵਾਸੀ ਹਾਂ। ਹੁਣ ਨਾਨਕੇ ਗੁਰੂ ਕੇ ਲਾਹੌਰ ਹਨ। ਇਹ ਮਹਾਰਾਜ ਨੇ ਰਹਿਤ ਦ੍ਰਿੜ ਕਰਾਈ। ਹੋਰ ਵੀ ਰਹਿਤਾਂ ਦ੍ਰਿੜ ਕਰਾਈਆਂ ਵੀ ਕਿਵੇਂ ਤਿਆਰ ਰਹਿਣਾ ਹੈ, ਇਸ਼ਨਾਨ ਕਰਨਾ ਹੈ। ਉਹ ਰਹਿਤ ਅੱਗੇ ਵੀ ਦ੍ਰਿੜ ਕਰਾਉਣਗੇ। ਪਿੱਛੇ ਵੀ ਪ੍ਰਸੰਗ ਆ ਚੁੱਕੇ ਨੇ। ਬਾਣੀ ਪੜ੍ਹਨੀ ਹੈ, 5 ਕਕਾਰਾਂ ਦਾ ਵਸਾ ਨਹੀਂ ਕਰਨਾ। ਧਰਮ ਦੀ ਸਥਾਪਨਾ ਕਰਨ ਦੇ ਲਈ ਇਵੇਂ ਤੀਸਰਾ ਪੰਥ ਮਹਾਰਾਜ ਸਾਹਿਬ ਨੇ ਰਚਿਆ। ਹੁਣ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਉਹਨਾਂ ਦੇ ਕੋਲੋਂ ਅੰਮ੍ਰਿਤ ਛਕਣ ਦੇ ਲਈ ਗੁਰ ਚੇਲਾ ਗੁਰੂ ਦੀ ਮਰਿਆਦਾ ਪਰੰਪਰਾ ਪ੍ਰਾਰੰਭ ਕਰਨ ਲੱਗੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜੋ ਆਰੰਭ ਕੀਤੀ ਸੀ ਉਹ ਮਰਿਆਦਾ ਨੂੰ ਪੂਰਨ ਰੂਪ ਦੇਣ ਲੱਗੇ ਨੇ। ਜਿਵੇਂ ਮਹਾਰਾਜ ਅੰਮ੍ਰਿਤ ਮੰਗਦੇ ਨੇ, 5 ਪਿਆਰੇ ਜਿਵੇਂ ਬੇਨਤੀਆਂ ਕਰਦੇ, ਮਹਾਰਾਜ ਅਸੀਂ ਕਿਵੇਂ ਤੁਹਾਨੂੰ ਅੰਮ੍ਰਿਤ ਛਕਾ ਸਕਦੇ ਹਾਂ। ਫਿਰ ਜਿਵੇਂ ਕਲਗੀਧਰ ਜੀ ਨੇ ਹੋਰ ਰਹਿਤਾਂ ਦ੍ਰਿੜ ਕਰਾਈਆਂ ਵੀ ਕਿਵੇਂ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕਿੰਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਹੈ ਤੇ ਕਿਹੜੀਆਂ ਚੀਜ਼ਾਂ ਕਰਨੀਆਂ ਜ਼ਰੂਰੀ ਨੇ। 2 ਗੱਲਾਂ ਨੇ। ਇੱਕ ਇਹ ਹੈ ਵੀ ਆਹ ਚੀਜ਼ਾਂ ਜ਼ਰੂਰੀ ਕਰਨੀਆਂ ਨੇ, ਇੱਕ ਆਵੇਗਾ ਵੀ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਹੈ। ਇਵੇਂ ਰਹਿਤਾਂ ਤੇ ਕੋ ਰਹਿਤਾਂ ਮਹਾਰਾਜ ਜਿਵੇਂ ਦ੍ਰਿੜ ਕਰਾਉਂਦੇ ਨੇ, ਵੀ ਪ੍ਰਸੰਗ ਸਰਵਣ ਕਰਾਂਗੇ। ਆਓ ਚਿੱਟਿਆਂ ਬਾਜਾਂ ਵਾਲੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦਾ ਤਰੋ ਧਿਆਨ। ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੰਚੋਂ ਕੋ ਸਮਰੱਥ ਕਰ,
ਸਭ ਬਿਦ ਸ੍ਰੀ ਗੁਰਦੇਵ। ਇਵੇਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਦੇ ਦਿਹਾੜੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਸਮਰੱਥ ਕਰ ਦਿੱਤਾ। ਸਮਰੱਥ ਹੁੰਦਾ ਹੈ ਵੀ ਸਮਰੱਥਾਵਾਨ, ਉਹਨਾਂ ਨੂੰ ਤਾਕਤਵਰ ਬਣਾ ਦਿੱਤਾ ਹੈ। ਸਭ ਬਿਦ ਸ੍ਰੀ ਗੁਰਦੇਵ, ਸਭ ਬਿਦ ਕਰਕੇ ਬਾਹਰੋਂ ਵੀ ਆਪਣੇ ਵਰਗਾ ਬਾਣਾ ਬਖਸ਼ ਦਿੱਤਾ, ਬਾਹਰੋਂ ਵੀ ਸ਼ਸਤਰਧਾਰੀ ਸਰੂਪ ਬਖਸ਼ ਦਿੱਤਾ, ਬਾਹਰੋਂ ਵੀ ਉੱਚੇ ਉੱਚੇ ਦਮਾਲੇ ਤੇ ਮਹਾਰਾਜ ਸਾਹਿਬ ਜੀ ਨੇ ਸ਼ਸਤਰ ਪਹਿਨਣ ਦੇ ਲਈ ਕਹਿਤਾ, ਤੇ ਅੰਦਰੋਂ ਵੀ ਬ੍ਰਹਮ ਗਿਆਨ ਦੀ ਦਾਤ ਬਖਸ਼ਤੀ। ਸਭ ਤਰ੍ਹਾਂ ਕਰਕੇ ਪੰਜ ਪਿਆਰੇ ਸਾਹਿਬਾਨ ਜੀ ਨੂੰ ਗੁਰੂ ਕਲਗੀਧਰ ਮਹਾਰਾਜ ਜੀ ਨੇ ਸਮਰੱਥ ਕਰ ਦਿੱਤਾ ਏ, ਬ੍ਰਹਮ ਗਿਆਨੀ ਬਣਾ ਦਿੱਤਾ ਏ, ਖਾਲਸਾ ਰੂਪ ਬਣਾ ਦਿੱਤਾ ਏ। ਸਾਦਰ ਤਿਨਹੁ ਬਿਠਾਏ ਕਰ। ਤੇ ਜਦੋਂ ਸਮਰੱਥ ਕਰ ਦਿੱਤਾ ਫਿਰ ਬੜੇ ਸਤਿਕਾਰ ਨਾਲ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਨੇ ਉਹਨਾਂ ਨੂੰ ਉੱਚੇ ਥਾਂ ਤੇ ਬਿਠਾ ਦਿੱਤਾ। ਆਖੇ ਨਾ ਗੁਰ ਕੋ ਭੇਵ। ਕਹਿੰਦੇ ਕੋਈ ਵੀ ਸੰਗਤ ਵਿੱਚ ਬੈਠਾ ਹੋਇਆ ਗੁਰੂ ਸਾਹਿਬ ਦੇ ਭੇਦ ਨੂੰ ਨਹੀਂ ਜਾਣਦਾ। ਪਹਿਲਾਂ ਵੀ ਨਹੀਂ ਸੀ ਪਤਾ ਵੀ ਮਹਾਰਾਜ ਕਿਉਂ ਪੰਜ ਸਿਰ ਮੰਗ ਰਹੇ ਨੇ, ਸਿੱਖਾਂ ਨੂੰ ਕਿਉਂ ਵੱਢੀ ਜਾ ਰਹੇ ਨੇ, ਪਹਿਲਾਂ ਵੀ ਕਿਸੇ ਨੂੰ ਭੇਦ ਨਹੀਂ ਸੀ ਪਤਾ। ਹੁਣ ਪੰਜਾਂ ਪਿਆਰਿਆਂ ਨੂੰ ਉੱਚੇ ਥਾਂ ਤੇ ਬਿਠਾ ਰਹੇ ਨੇ, ਇਹ ਕਿਸੇ ਨੂੰ ਭੇਦ ਨਹੀਂ ਪਤਾ ਵੀ ਗੁਰੂ ਕਲਗੀਧਰ ਮਹਾਰਾਜ ਜੀ ਹੁਣ ਕੀ ਕਰਨਗੇ। ਪੂਰਨ ਪਰਮ ਜੋਤ ਪੰਥ ਕੇਲ ਅਦੋਤ ਪ੍ਰਭੂ। ਕਹਿੰਦੇ ਪੂਰਨ ਸਭ ਥਾਵਾਂ ਤੇ ਜੋ ਪੂਰਨ ਪਰਮੇਸ਼ਰ ਹੈ, ਪਰਮ ਜੋ ਸਭ ਤੋਂ ਵੱਡਾ ਹੈ, ਉਸੇ ਦਾ ਸਰੂਪ ਨੇ ਗੁਰੂ ਕਲਗੀਧਰ ਮਹਾਰਾਜ। ਪੂਰਨ ਪਰਮ ਜੋਤ ਜੋਤੀ ਸਰੂਪ ਨੇ ਪੰਥ ਕੇ ਅਦੋਧ ਪ੍ਰਭੂ, ਤੇ ਪੰਥ ਦੇ ਅਦੋਧ ਨਾਮ ਹੈ ਪ੍ਰਗਟ ਕਰਨ ਵਾਲੇ ਪ੍ਰਭੂ ਗੁਰੂ ਗੋਬਿੰਦ ਸਿੰਘ ਮਹਾਰਾਜ। ਉੱਠ ਕੇ ਸਿੰਘਾਸਨ ਤੇ ਖਰੇ ਆਪ ਹੋਏ ਕਰ। ਪਾਤਸ਼ਾਹ ਜਿਨ੍ਹਾਂ ਨੇ ਪੰਥ ਪ੍ਰਗਟ ਕੀਤਾ, ਪੰਜਾਂ ਪਿਆਰਿਆਂ ਨੂੰ ਬਿਠਾ ਕੇ ਤੇ ਮਹਾਰਾਜ ਆਪ ਸਿੰਘਾਸਨ ਤੋਂ ਉੱਠੇ ਹਨ, ਤੇ ਸਿੰਘਾਸਨ ਤੋਂ ਖੜੇ ਹੋ ਕਰਕੇ ਮਹਾਰਾਜ ਜੀ ਨੇ ਵਾਹਿਗੁਰੂ ਬਾਚਤ ਸੋ ਪਾਹਲ ਕੋ ਜਾਚਤ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਮੁਖੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਸੋ ਪਾਹਲ ਕੋ ਜਾਚਤ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਕਹਿੰਦੇ, ਖਾਲਸਾ ਜੀ, ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਜਿਵੇਂ ਤੁਹਾਨੂੰ ਅਸੀਂ ਪਹੁਲ ਦਿੱਤੀ ਹੈ ਖੰਡੇ ਬਾਟੇ ਦੀ, ਇਵੇਂ ਮਹਾਰਾਜ ਕਹਿੰਦੇ ਸਾਨੂੰ ਵੀ ਅੰਮ੍ਰਿਤ ਛਕਾਓ। ਸੋ ਗੁਰਪੂਰਨ ਅੰਮ੍ਰਿਤ ਮੰਗਤ ਖਾਲਸੇ ਅਗਰ ਖਰਿਓ ਕਰ ਜੋਰੀ। ਜਿਹੜਾ ਪੂਰਨ ਗੁਰੂ ਹੈ, ਜਿਹਦੇ ਵਿੱਚ ਕਮੀ ਕੋਈ ਨਹੀਂ ਹੈ, ਜਿਹਦੇ ਵਿੱਚ ਰਤਾ ਮਾਤਰ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ, ਉਹ ਪੂਰਨ ਗੁਰੂ ਸਿੱਖਾਂ ਨੂੰ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਖਾਲਸਾ ਜੀ ਸਾਨੂੰ ਅੰਮ੍ਰਿਤ ਛਕਾਵੋ। ਵਿਸਾਲ ਤੇਜ ਰਾਚਤ ਇਕੱਤਰ ਕਰ ਦੋਇ ਕਰ। ਵਿਸਾਲ ਤੇਜ ਰਾਚਤ, ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਬਹੁਤ ਜ਼ਿਆਦਾ ਭਾਰੀ ਤੇਜ ਪ੍ਰਤਾਪ ਹੈ, ਉਹ ਗੁਰੂ ਕਲਗੀਧਰ ਮਹਾਰਾਜ ਆਪਣੇ ਦੋਵੇਂ ਹੱਥ ਇਕੱਠੇ ਕਰਕੇ, ਦੋਵੇਂ ਹੱਥ ਜੋੜ ਕੇ, ਵੇਖੋ ਕਲਗੀਆਂ ਵਾਲਾ ਪਾਤਸ਼ਾਹ ਆਪਣੇ ਸਿੱਖਾਂ ਦੇ ਅੱਗੇ ਹੱਥ ਜੋੜ ਕੇ ਖਲੋਤਾ ਹੈ। ਕਿੰਨਾ ਮਾਣ ਮਹਾਰਾਜ ਆਪਣੇ ਖਾਲਸੇ ਨੂੰ ਦੇ ਰਹੇ ਨੇ। ਦੁਨੀਆ ਦੇ ਇਤਿਹਾਸ ਦੇ ਅੰਦਰ ਸਾਧ ਸੰਗਤ ਜੀ ਬੜੇ ਮਹਾਨ ਤੋਂ ਮਹਾਨ ਸਤਿਪੁਰਖ ਹੋਏ ਨੇ, ਨਿੰਦਾ ਕਿਸੇ ਦੀ ਨਹੀਂ ਹੈ। ਸਭ ਯੁੱਗਾਂ 'ਚ ਅਵਤਾਰੀ ਪੁਰਖ ਹੋਏ ਨੇ, ਪਰ ਆਪਣੇ ਸੇਵਕਾਂ ਅੱਗੇ, ਆਪਣੇ ਅਨਿਆਈਆਂ ਅੱਗੇ ਕਦੀ ਕਿਸੇ ਨੇ ਹੱਥ ਨਹੀਂ ਜੋੜੇ। ਕਿਸੇ ਨੂੰ ਆਪਣੇ ਵਰਗਾ ਮਾਣ ਦਰਜਾ ਕਿਸੇ ਅਵਤਾਰ ਨੇ ਨਹੀਂ ਦਿੱਤਾ। ਜੇ ਕਿਸੇ ਨੇ ਦਿੱਤਾ ਹੋਵੇ ਤੇ ਕੋਈ ਲਿਆ ਕੇ ਆਖੋ ਵੀ ਆਹ ਵੇਖੋ ਵੀ ਫਲਾਣੇ ਨੇ ਦਿੱਤਾ, ਨਹੀਂ ਦਿੱਤਾ। ਕਲਗੀਧਰ ਮਹਾਰਾਜ ਆਪਣੇ ਖਾਲਸੇ ਦੇ ਅੱਗੇ ਹੱਥ ਜੋੜ ਕੇ, ਜਿਹੜੇ ਆਪ ਤੇਜ ਪ੍ਰਤਾਪ ਨਾਲ ਭਰੇ ਹੋਏ ਹਨ ਤੇ ਅੰਮ੍ਰਿਤ ਮੰਗ ਰਹੇ ਨੇ। ਨਿਖੰਗ ਕਟ ਕਸ ਕੈ ਕੋ ਤੰਡ ਕੰਧ। ਸ੍ਰੀ ਸਾਹਿਬ ਕਲਗੀਧਰ ਮਹਾਰਾਜ ਦੇ ਗਾਤਰੇ ਪਹਿਨੀ ਹੋਈ ਹੈ, ਤੀਰਾਂ ਦਾ ਪੱਥਾ ਮਹਾਰਾਜ ਨੇ ਲੱਕ ਦੇ ਪਿਛਲੇ ਪਾਸੇ ਕੱਸਿਆ ਹੋਇਆ ਹੈ, ਤੇ ਕਮਰ ਕਸਾ ਕੀਤਾ ਹੋਇਆ ਹੈ, ਤੇ ਤਨਖ ਬੜਾ ਕਠੋਰ ਤਨਖ ਮਹਾਰਾਜ ਨੇ ਮੋਢੇ ਤੇ ਪਹਿਨਿਆ ਹੋਇਆ ਹੈ। ਜਮਤਰ ਧਰ ਕੇ ਕਰਦ ਚੱਕਰ ਜੋਏ ਕਰ। ਤੇ ਜਮਧਰਾ ਜਮਤਰ ਕਟਾਰ ਕਮਰ ਕਸੇ ਦੇ ਸ਼ਸਤਰ ਹਨ, ਕਲਾ ਚੌਰ ਆਦਿਕ ਜਮਦਾਰ ਮਹਾਰਾਜ ਜੀ ਨੇ ਆਪਣੇ ਕਮਰ ਕਸੇ ਦੇ ਵਿੱਚ ਬੰਨੀ ਹੋਈ ਹੈ। ਅਤੇ ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉੱਚਾ ਦਮਾਲਾ ਸਜਾਇਆ ਹੈ। ਦਮਾਲੇ ਦੇ ਉੱਤੇ ਚੱਕਰ ਜਿਵੇਂ ਨਿਹੰਗ ਸਿੰਘ ਸਜਾਉਂਦੇ ਨੇ, ਕਲਗੀਧਰ ਤੋਂ ਇਦਾਂ ਮਿਲਿਆ ਹੈ। ਕਲਗੀਧਰ ਮਹਾਰਾਜ ਨੇ ਸੋਹਣਾ ਚੱਕਰ ਆਪਣੇ ਦਮਾਲੇ ਤੇ ਸਜਾਇਆ ਹੈ। ਨੀਲੇ ਰੰਗ ਦਾ ਦਮਾਲਾ ਹੈ, ਤੇ ਸਭ ਤੋਂ ਉੱਪਰ ਮਹਾਰਾਜ ਸਾਹਿਬ ਜੀ ਨੇ ਇਦਾਂ ਚੱਕਰ ਸਜਾਇਆ,
ਤੇ ਕਰਦ ਛੋਟੀ ਕਿਰਪਾਨ ਜਿਹੜੀ ਦਮਾਲੇ ਦੇ ਵਿੱਚ ਆਮ ਹੀ ਸਿੰਘ ਸਜਾਉਂਦੇ ਨੇ, ਛੋਟੀ ਕਿਰਪਾਨ ਚੰਦ ਤੋੜਾ ਮਹਾਰਾਜ ਨੇ ਸਾਹਮਣੇ ਲਾਇਆ ਏ, ਉੱਪਰ ਚੱਕਰ ਸਜਾਏ ਨੇ ਅਤੇ ਛੋਟੀ ਕਿਰਪਾਨ ਗੁਰੂ ਕਲਗੀਧਰ ਮਹਾਰਾਜ ਨੇ ਆਪਣੇ ਦਮਾਲੇ ਵਿੱਚ ਸਜਾਈ ਹੋਈ ਹੈ। ਐਸਾ ਹੀ ਰੂਪ ਮਹਾਰਾਜ ਨੇ ਪੰਜਾਂ ਨੂੰ ਦਿੱਤਾ ਹੈ। ਪਿਆਰੇ ਭਾਈ ਧਰਮ ਸਿੰਘ ਜੀ ਅਤੇ ਬਾਕੀ ਜਿਹੜੇ ਪਿਆਰੇ ਨੇ ਉਹਨਾਂ ਨੂੰ ਵੀ ਕਲਗੀਧਰ ਜੀ ਨੇ ਐਸਾ ਹੀ ਸਰੂਪ ਬਖਸ਼ਿਆ, ਨੀਲਾ ਬਾਣਾ ਬਖਸ਼ਿਆ, ਨੀਲਾ ਦਸਤਾਰਾ ਬਖਸ਼ਿਆ। ਨੀਲਾ ਰੰਗ ਸਾਰੇ ਵਿਸ਼ਵ ਨੂੰ ਕਲਾਵੇ ਦੇ ਵਿੱਚ ਲੈਂਦਾ ਹੈ, ਜਿਵੇਂ ਅਸਮਾਨ ਦਾ ਰੰਗ ਨੀਲਾ ਏ, ਜਿਹੜੇ ਮਰਜ਼ੀ ਦੇਸ਼ ਦੇ ਵਿੱਚ ਚਲੇ ਜਾਓ ਉੱਥੇ ਅਸਮਾਨ ਦਿਖਦਾ, ਤੇ ਜਿਹੜੇ ਮਰਜ਼ੀ ਦੇਸ਼ ਦੇ ਵਿੱਚੋਂ ਵੇਖੋ ਉੱਥੋਂ ਨੀਲਾ ਹੀ ਦਿਖਦਾ। ਇਵੇਂ ਖਾਲਸਾ ਸਾਰੇ ਵਿਸ਼ਵ ਨੂੰ ਕਲਾਵੇ ਵਿੱਚ ਲੈਣ ਵਾਲਾ ਇਹ ਨੀਲਾ ਰੰਗ ਸਾਰਿਆਂ ਨੂੰ ਆਪਣੀ ਜੱਫੀ 'ਚ ਲੈ ਕੇ ਸਭੇ ਸਾਂਝੀ ਵਾਲ ਸਦਾਇਤ ਦਾ ਸਿਧਾਂਤ ਦੱਸਣ ਵਾਲਾ ਹੈ। ਤੇ ਕਲਗੀਧਰ ਮਹਾਰਾਜ ਨੇ ਆਪ ਨੀਲੇ ਰੰਗ ਦਾ ਦਸਤਾਰਾ ਸਜਾ ਕੇ, ਕਵੀ ਜੀ ਕਹਿੰਦੇ ਉੱਤੋਂ ਚੰਦ ਤੋੜਾ ਲਾਇਆ ਏ, ਮਹਾਰਾਜ ਨੇ ਚੱਕਰ ਸਜਾਏ ਨੇ, ਦਮਾਲੇ ਦੇ ਵਿੱਚ ਛੋਟੇ ਸ਼ਸਤਰ ਜੋ ਕਿਰਪਾਨ ਆਦਿਕ ਸਜਾਈ ਹੈ। ਇਹੀ ਆਪਣੇ ਪੰਜਾਂ ਪਿਆਰਿਆਂ ਨੂੰ ਬਾਣਾ ਬਖਸ਼ਿਆ ਏ। ਜੈਸੇ ਮਮ ਦੀਨ ਬਿਦ ਸੰਗ ਤੁਮ ਲੀਨ ਤੇ ਹੱਥ ਜੋੜ ਕੇ ਮਹਾਰਾਜ ਕਹਿੰਦੇ, ਏ ਖਾਲਸਾ ਜੀ, ਇਹ ਪੰਜ ਪਿਆਰਿਓ, ਜਿਵੇਂ ਤੁਸੀਂ ਮੇਰੇ ਕੋ ਅੰਮ੍ਰਿਤ ਲਿਆ, ਜਿਵੇਂ ਬਾਣੀ ਪੜ੍ਹ ਕੇ ਤੁਹਾਨੂੰ ਮੈਂ ਅੰਮ੍ਰਿਤ ਤਿਆਰ ਕਰਕੇ ਛਕਾਇਆ ਵਿਧੀ ਦੇ ਨਾਲ, ਇਸੇ ਤਰ੍ਹਾਂ ਹੀ ਹੁਣ ਪੰਜ ਤੁਸੀਂ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਮੈਨੂੰ ਛਕਾਵੋ। ਐਸੇ ਮੋਹਿ ਦੀਜੀਏ ਸੰਦੇਹ ਸਭ ਖੋਏ ਕਾ। ਪਾਤਸ਼ਾਹ ਕਹਿੰਦੇ ਜਿਵੇਂ ਜਿਵੇਂ ਵਿਧੀ ਪੂਰਵਕ ਤੁਹਾਨੂੰ ਅੰਮ੍ਰਿਤ ਛਕਾਇਆ, ਰਹਿਤਾਂ ਦਸੀਆਂ, ਉਸੇ ਤਰ੍ਹਾਂ ਪਾਤਸ਼ਾਹ ਗੁਰੂ ਕਲਗੀਧਰ ਜੀ ਕਹਿੰਦੇ, ਖਾਲਸਾ ਜੀ ਸਾਨੂੰ ਅੰਮ੍ਰਿਤ ਛਕਾਓ। ਤੇ ਅੰਮ੍ਰਿਤ ਛਕਾਉਣ ਲੱਗਿਆ ਸੰਦੇਹ ਨਹੀਂ ਰੱਖਣਾ, ਸੰਦੇਹ ਨਾਸ਼ ਕਰੋ। ਮਨ ਵਿੱਚ ਸ਼ੰਕਾ ਨਾ ਆਵੇ ਵੀ ਗੁਰੂ ਨੂੰ ਅੰਮ੍ਰਿਤ ਅਸੀਂ ਕਿਵੇਂ ਛਕਾਈਏ, ਅਸੀਂ ਕਿਵੇਂ ਗੁਰੂ ਨੂੰ ਅੰਮ੍ਰਿਤ ਛਕਾ ਸਕਦੇ ਹਾਂ। ਕਲਗੀਧਰ ਸਾਹਿਬ ਕਹਿੰਦੇ ਇਹ ਸੰਦੇਹ ਨੂੰ ਆਪਣੇ ਅੰਦਰੋਂ ਨਾਸ਼ ਕਰ ਦਿਓ। ਪੁੱਤ ਬਾਣੀ ਸੁਣ ਕਾਨ ਮੈਂ ਹੈਰਾਨੀ ਹੋਈ। ਜਦੋਂ ਪੰਜਾਂ ਪਿਆਰਿਆਂ ਨੇ ਮਹਾਰਾਜ ਦੀ ਅਚਰਜ ਬਾਣੀ ਸੁਣੀ ਨਾ ਕੰਨਾਂ ਦੇ ਵਿੱਚ, ਹੱਥ ਜੋੜ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਨੂੰ ਕਹਿ ਰਹੇ ਨੇ ਵੀ ਅੰਮ੍ਰਿਤ ਛਕਾਓ, ਤੇ ਸੁਣ ਕੇ ਕੰਨਾਂ ਦੇ ਵਿੱਚ ਪੰਜ ਪਿਆਰੇ ਸਹਿਬਾਨ ਪਿਆਰੇ ਭਾਈ ਦਇਆ ਸਿੰਘ ਜੀ ਆਦਿਕ ਬੜੇ ਹੈਰਾਨ ਹੋਏ, ਬੜੇ ਅਚਰਜ ਹੋਏ ਹਨ। ਸਿੰਘਨ ਬਖਾਨੀ ਕਹਾਂ ਕਹੋ ਆਪ ਬੈਨ ਕੋ। ਤੇ ਪੰਜੇ ਹੀ ਸਿੰਘ ਹੱਥ ਜੋੜ ਕੇ ਇਕੱਠੇ ਹੀ ਕਹਿਣ ਲੱਗੇ, ਹੇ ਕਲਗੀਧਰ ਪਾਤਸ਼ਾਹ ਮਹਾਰਾਜ, ਇਹ ਤੁਸੀਂ ਕੀ ਕਹਿ ਰਹੇ ਹੋ ਵੀ ਮੈਨੂੰ ਅੰਮ੍ਰਿਤ ਛਕਾਓ, ਵੀ ਮੈਨੂੰ ਵੀ ਉਹਦਾ ਅੰਮ੍ਰਿਤ ਛਕਾਓ ਜਿਵੇਂ ਮੈਂ ਤੁਹਾਨੂੰ ਅੰਮ੍ਰਿਤ ਛਕਾਇਆ ਹੈ। ਜਾਤ ਕੇ ਕਮੀਨ ਦਿਨ ਰੰਕ ਹੈ ਅਧੀਨਹੀਨ। ਨਿਮਰਤਾ ਵਿਖਾਰੇ ਨੇ। ਵੇਖੋ ਪੰਜ ਪਿਆਰੇ ਕਹਿਣ ਲੱਗੇ, ਪਾਤਸ਼ਾਹ ਜਾਤ ਕੇ ਕਮੀਨ, ਅਸੀਂ ਮਹਾਰਾਜ ਕਮੀਨ ਨਾ ਜਾਤ ਕਰਕੇ, ਸਾਡੀ ਜਾਤ ਨੀਵੀਂ ਆ, ਲੋਕ ਤਾਂ ਸਾਨੂੰ ਲਾਗੇ ਨਹੀਂ ਲੱਗਣ ਦਿੰਦੇ, ਸਾਡਾ ਪਰਛਾਵਾਂ ਲੈਣਾ ਨਹੀਂ ਪਸੰਦ ਕਰਦੇ। ਫਿਰ ਦੀਨ ਆ ਮਹਾਰਾਜ, ਹਰ ਇੱਕ ਦੇ ਅਸੀਂ ਪੈਰਾਂ ਦੇ ਥੱਲੇ ਹੋਏ ਰਹਿੰਦੇ, ਨਿਮਾਣੇ ਲਤਾੜੇ ਦੇ ਹੈ, ਰੰਕ ਹੈ। ਤੇ ਮਹਾਰਾਜ ਫਿਰ ਅਸੀਂ ਬੜੇ ਹੀ ਕੰਗਲੇ ਹਾਂ, ਰੰਕ ਹੈ ਅਧੀਨਹੀਨ, ਹੀਨ ਜੇ ਹੋ ਕੇ ਰਹਿੰਦੇ ਆ, ਨੀਵੇਂ ਜੇ ਹੋ ਕੇ ਰਹਿੰਦੇ ਹਾਂ। ਕਾਮ ਕ੍ਰੋਧ ਪੀਨ ਮਨ ਸ਼ੀਨ ਹੈ ਨਾ ਚੈਨ ਕੋ। ਫਿਰ ਮਹਾਰਾਜ ਕਾਮ ਕ੍ਰੋਧ ਸਾਡੇ ਦੇ ਤਗੜੇ ਹਾਵੀ ਹੋਏ ਨੇ। ਇਹ ਪੰਜਾਂ ਪਿਆਰਿਆਂ 'ਚ ਐਬ ਹੈ ਨਹੀਂ, ਪਰ ਇਹ ਨਿਮਰਤਾ ਵਿਖਾ ਰਹੇ ਹਨ। ਇਹ ਨਿਮਰਤਾ ਜਿਹੜੀ ਜਣਾਉਣੀ ਹੈ, ਜਿਵੇਂ ਹੁਣ ਦੀ ਵੀ ਗੱਲ ਹੈ ਕਿ ਜਿਹੜੇ ਪੰਜ ਪਿਆਰੇ ਹਨ, ਪੰਜ ਪਿਆਰੇ ਭਾਵੇਂ ਸੱਜ ਵੀ ਗਏ, ਪਰ ਉਹਨਾਂ ਦੇ ਮਨ ਵਿੱਚ ਕਦੀ ਇਹ ਨਾ ਹੋਵੇ ਵੀ ਅਸੀਂ ਗੁਰੂ ਹਾਂ। ਜਿਨ੍ਹਾਂ ਨੇ ਪੰਜਾਂ ਕੋਲੋਂ ਅੰਮ੍ਰਿਤ ਲੈਣਾ ਏ, ਉਹਨਾਂ ਦੀ ਭਾਵਨਾ ਇਹ ਹੋਣੀ ਚਾਹੀਦੀ ਹੈ ਵੀ ਇਹ ਪੰਜੇ ਪਿਆਰੇ ਹੁਣ ਸਾਡੇ ਗੁਰੂ ਨੇ, ਇਹਨਾਂ ਨੇ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਾਉਣਾ ਹੈ। ਸਿੱਖ ਦੀ ਭਾਵਨਾ ਤਾਂ ਹੋਵੇ ਪੰਜ ਪਿਆਰਿਆਂ ਦੇ ਉੱਤੇ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਹੀ ਰੂਪ ਹਨ, ਪਰ ਜਿਹੜੇ ਪੰਜ ਪਿਆਰੇ ਪੰਜਾਂ ਦੀ ਸੇਵਾ ਕਰਦੇ, ਉਹਨਾਂ ਦੇ ਮਨ ਵਿੱਚ ਨਹੀਂ ਹੋਣਾ ਚਾਹੀਦਾ ਕਦੀ ਵੀ ਮੈਂ ਗੁਰੂ ਹਾਂ। ਨਿਮਰਤਾ ਹੋਣੀ ਚਾਹੀਦੀ ਹੈ। ਵੇਖੋ ਭਾਈ ਦਇਆ ਸਿੰਘ ਆਦਿਕ ਜਿਹੜੇ ਪਿਆਰੇ ਨੇ ਮਹਾਰਾਜ ਦੇ, ਉਹ ਸੱਚੇ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਤੁਸੀਂ ਕਿਵੇਂ ਕਹਿੰਦੇ ਹੋ ਵੀ ਅਸੀਂ ਤੁਹਾਨੂੰ ਅੰਮ੍ਰਿਤ ਛਕਾਈਏ, ਸਾਡੀ ਜਾਤ ਕਮੀਨੀ, ਅਸੀਂ ਦੀਨ ਹਾਂ, ਅਸੀਂ ਮਹਾਰਾਜ ਗਰੀਬ ਹਾਂ, ਅਸੀਂ ਹੀਣ ਜਿਹੇ ਹਾਂ। ਫਿਰ ਕਾਮ ਤੇ ਕ੍ਰੋਧ ਸਾਡੇ ਉੱਤੇ ਹਾਵੀ ਨੇ, ਮਨ ਸ਼ੀਨ ਹੈ। ਮਹਾਰਾਜ ਜਿਹੜਾ ਸਾਡਾ ਮਨ ਹੈ, ਇਹ ਮਹਾਰਾਜ ਸਾਹਿਬ ਜੀ ਉਹ ਸ਼ੀਨ ਹੈ, ਭਾਵ ਕਿ ਇਹ ਸਾਡਾ ਮਨ ਬੜਾ ਦੁਰਬਲ ਹੈ। ਸਾਡਾ ਆਪਣੇ ਮਨ ਉੱਤੇ ਕਾਬੂ ਨਹੀਂ, ਕਮਜ਼ੋਰ ਮਨ ਹੈ। ਨਾ ਚੈਨ ਕੋ, ਤੇ ਨਾ ਹੀ ਕਦੀ ਸਾਡੇ ਮਨ ਨੂੰ ਮਹਾਰਾਜ ਚੈਨ ਮਿਲਿਆ ਏ।
ਕਦੀ ਸ਼ਾਂਤੀ ਨਹੀਂ ਮਿਲੀ। ਇੱਦਾਂ ਵੀ ਬਚਨ ਆਉਂਦਾ ਏ, ਹੱਥ ਜੋੜ ਕੇ ਪੰਜੇ ਪਿਆਰੇ ਕਹਿੰਦੇ ਮਹਾਰਾਜ ਨੀਚਨ ਜਾਤਨ ਕੇ ਹਮ ਬਾਰਕ ਕਰਨਾ ਕਰ ਤੋਏ ਕੈਸੇ ਨਵਾਜੇ। ਹੇ ਮਹਾਰਾਜ ਅਸੀਂ ਨੀਵੀਆਂ ਜਾਤਾਂ ਦੇ ਬੱਚੇ, ਤੁਸੀਂ ਅੰਮ੍ਰਿਤ ਮੰਗ ਰਹੇ ਹੋ, ਦੱਸੋ ਅਸੀਂ ਤੁਹਾਨੂੰ ਕਿਵੇਂ ਨਵਾਜੀਏ। ਤੁਸੀਂ ਸਾਨੂੰ ਨਵਾਜਿਆ ਹੈ, ਨਵਾਜਣਾ ਹੁੰਦਾ ਵਡਿਆਉਣਾ, ਬਖਸ਼ਿਸ਼ ਕਰਨੀ। ਤੁਸੀਂ ਸਾਡੇ ਦੇ ਬਖਸ਼ਿਸ਼ਾਂ ਕੀਤੀਆਂ ਨੇ, ਅਸੀਂ ਤੁਹਾਡੇ ਦੇ ਮਹਾਰਾਜ ਕਿਵੇਂ ਬਖਸ਼ਿਸ਼ ਕਰ ਸਕਦੇ ਹਾਂ, ਕਿਵੇਂ ਤੁਹਾਨੂੰ ਮਹਾਰਾਜ ਵਡਿਆ ਸਕਦੇ ਹਾਂ। ਵਸ਼ਈ ਮਲੀਨ ਜੀਵ ਸਭ ਤੇ ਸਦੀਵ ਨੀਵ। ਫਿਰ ਮਹਾਰਾਜ ਵਿਸ਼ਈਆਂ, ਮਲੀਨ ਮਨ ਹੈ ਸਾਡਾ। ਵੇਖੋ ਕਿੰਨੀ ਨਿਮਰਤਾ ਹੈ ਗੁਰੂ ਕੇ ਪਿਆਰਿਆਂ ਦੇ ਵਿੱਚ, ਵੀ ਨਹੀਂ ਤਾਂ ਉਹ ਤਾਂ ਹੰਕਾਰ ਵਿੱਚ ਆਫਰੇ ਹੀ ਫਿਰਨ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਅੱਗੇ ਹੱਥ ਜੋੜ ਕੇ ਖਲੋਤੇ ਆ। ਸਾਡੇ ਅੰਦਰ ਹੰਕਾਰ ਹੀ ਇੰਨਾ ਆ ਜੇ ਜਿੱਦਾਂ ਦੀ ਕੋਈ ਖੇਡ ਵਰਤ ਜੇ। ਹੱਥ ਜੋੜੇ ਨੇ ਮਹਾਰਾਜ ਨੇ ਖਾਲਸੇ ਨੂੰ ਵਡਿਆਈ ਦੇਣ ਲਈ, ਪਰ ਪੰਜ ਪਿਆਰੇ ਕਹਿੰਦੇ ਮਹਾਰਾਜ ਅਸੀਂ ਵਿਸ਼ੇ ਹੀ ਹਾਂ, ਮਲੀਨ ਆ ਸਾਡਾ ਮਨ, ਜੀਵ ਸਭ ਤੇ ਸਦੀਵ ਨੀਵ। ਮਲੀਨ ਜੀਵ ਹੈ ਤੇ ਸਦਾ ਮਹਾਰਾਜ ਸਾਰਿਆਂ ਨਾਲੋਂ ਅਸੀਂ ਨੀਵੇਂ ਹਾਂ। ਜੰਤ ਸੋ ਗਰੀਬ ਹਮ ਭਲੋ ਨ ਗੁਣ ਹੈ ਨ ਕੋ। ਮਹਾਰਾਜ ਅਸੀਂ ਨੀਵੇਂ ਜੰਤ ਗਰੀਬ ਆ ਤੇ ਸਾਡੇ ਵਿੱਚ ਕੋਈ ਭਲਾ ਗੁਣ ਇੱਕ ਵੀ ਨਹੀਂ, ਚੰਗਾ ਗੁਣ ਇੱਕ ਵੀ ਨਹੀਂ ਦਿਖਦਾ। ਏਕ ਬਲ ਭਇਓ ਤੁਮ ਹਾਥ ਦਇਓ ਸੀਸ ਧਾਰ। ਹਾਂ ਉਂਝ ਹੈ ਤਾਂ ਮਹਾਰਾਜ ਅਸੀਂ ਕਾਮੀ ਕ੍ਰੋਧਰੀ ਵਿਕਾਰੀ, ਪਰ ਹੱਥ ਜੋੜ ਕੇ ਪੰਜ ਪਿਆਰੇ ਕਹਿਣ ਲੱਗੇ ਇੱਕ ਬਲ ਜ਼ਰੂਰ ਮਹਾਰਾਜ ਸਾਨੂੰ ਪ੍ਰਾਪਤ ਹੋਇਆ ਹੈ, ਇੱਕ ਤਾਕਤ ਸਾਨੂੰ ਜ਼ਰੂਰ ਪ੍ਰਾਪਤ ਹੋਈ ਹੈ ਵੀ ਜਿਹੜਾ ਤੁਸੀਂ ਆਪਣਾ ਕਿਰਪਾ ਭਰਿਆ ਹੱਥ ਸਾਡੇ ਵਰਗੇ ਨੀਚਾਂ ਦੇ ਸਿਰ ਤੇ ਰੱਖ ਦਿੱਤਾ। ਹੋਰ ਤਾਂ ਮਹਾਰਾਜ ਸਾਡਾ ਕੋਈ ਜੀਵਨ ਨਹੀਂ ਹੈ। ਪੰਜ ਪਿਆਰੇ ਕਹਿੰਦੇ ਮਹਾਰਾਜ ਇੱਕ ਸਾਨੂੰ ਬਲ ਜ਼ਰੂਰ ਮਿਲਿਆ ਹੈ, ਇੱਕ ਸਾਡੇ ਅੰਦਰ ਹੌਸਲਾ ਜ਼ਰੂਰ ਆਇਆ ਵੀ ਸਾਡੇ ਵਰਗੇ ਗਰੀਬ, ਸਾਡੇ ਵਰਗੇ ਨੀਚ, ਜਿਨ੍ਹਾਂ ਨੂੰ ਕੋਈ ਆਪਣਾ ਪਰਛਾਵਾਂ ਨਹੀਂ ਲੈਣ ਦਿੰਦਾ, ਆਪਣੇ ਲਾਗੇ ਨਹੀਂ ਆਉਣ ਦਿੰਦਾ, ਉਹਨਾਂ ਦੇ ਸਿਰ ਦੇ ਉੱਤੇ ਤੁਸੀਂ ਕਿਰਪਾ ਦਾ ਹੱਥ ਰੱਖ ਦਿੱਤਾ ਏ। ਨਯੋ ਰੰਗ ਥੀਓ ਮਯੋ ਕੀਓ ਸੁਖ ਐਨ ਕੋ। ਤੇ ਇਸ ਕਰਕੇ ਮਹਾਰਾਜ ਨया ਹੀ ਰੰਗ ਚਾੜ ਦਿੱਤਾ ਤੁਸੀਂ ਸਾਨੂੰ। ਅਸੀਂ ਤਾਂ ਡਰਦੇ ਸੀ, ਚਿੜੀ ਉੱਡੇ ਦੇ ਦਿਲ ਡਰਦਾ ਸੀ, ਆਹ ਇੱਕ ਨਵਾਂ ਹੀ ਰੰਗ ਮਹਾਰਾਜ ਸਾਨੂੰ ਚਾੜ ਦਿੱਤਾ ਏ। ਜੋ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਏ, ਕੀ ਉਹ ਸੁਖ ਐਨਕ, ਤੇ ਸਾਨੂੰ ਤਾਂ ਮਹਾਰਾਜ ਕਿਰਪਾ ਕਰਕੇ ਸੁੱਖਾਂ ਦਾ ਘਰ ਹੀ ਕਰ ਦਿੱਤਾ, ਸਾਨੂੰ ਤਾਂ ਨਿਹਾਲ ਕਰਤਾ। ਸਾਡੇ ਤੇ ਮਹਾਰਾਜ ਕਲੰਕ ਲੱਥ ਕੇ ਜਨਮਾਂ ਜਨਮਾਂ ਦੇ ਦੁੱਖ ਕੱਟੇ ਗਏ। ਜੀਵਨ ਕੇ ਜੀਵ ਬਲ ਸੀਵੋ ਸਦੀਵ ਤੁਮ। ਪੰਜ ਪਿਆਰੇ ਇਕੱਠੇ ਇੱਕ ਸੁਰ ਵਿੱਚ ਹੱਥ ਜੋੜ ਕੇ ਕਹਿੰਦੇ ਮਹਾਰਾਜ ਜਿੰਨੇ ਵੀ ਦੁਨੀਆ ਦੇ ਜੀਵ ਹਨ ਉਹਨਾਂ ਸਾਰਿਆਂ ਦਾ ਜੀਵਨ ਰੂਪੀ ਜੀਵਨ ਤੁਸੀਂ ਹੋ। ਸਭ ਦੁਨੀਆ ਦੀ ਜਿੰਦ ਜਾਨ ਹੋ, ਬਲ ਸੀਵ ਹੋ ਸਦੀਵ ਤੁਮ। ਤੇ ਜਿੰਨੀ ਵੀ ਮਹਾਰਾਜ ਦੁਨੀਆ ਦਾ ਬਲ, ਦੁਨੀਆ ਦੀ ਤਾਕਤ ਹੈ, ਉਸ ਤਾਕਤ ਦੀ ਹੱਦ ਤੁਸੀਂ ਹੋ। ਤੁਹਾਡੇ ਤੋਂ ਪਰੇ ਕੋਈ ਬਲੀ ਨਹੀਂ ਹੋ ਸਕਦਾ, ਏਡੇ ਬਲੀ ਹੋ ਆਪ। ਤੀਨ ਲੋਕ ਨਾਥ ਸਭ ਸੁਰ ਸੁਰ ਬੰਦਤੇ। ਫਿਰ ਤਿੰਨਾਂ ਲੋਕਾਂ ਦੇ ਮਹਾਰਾਜ ਤੁਸੀਂ ਮਾਲਕ, ਦੇਵਤੇ ਕੀ ਦੈਂਤ ਕੀ ਸਾਰੇ ਤੁਹਾਡੇ ਤੋਂ ਡਰਦੇ, ਤੁਹਾਡੇ ਅੱਗੇ ਹੱਥ ਜੋੜ ਕੇ ਬੰਦਨਾ ਕਰਦੇ ਨੇ। ਆਏ ਸਮੇਂ ਪਾਉਣ ਪਾਣੀ ਆਨ ਕੀ ਕਹਾਣੀ ਕਹਾਂ। ਮਹਾਰਾਜ ਤੁਹਾਡੀ ਆਗਿਆ ਤੋਂ ਬਿਨਾ ਤਾਂ ਹਵਾ ਪਾਣੀ ਨਹੀਂ ਚੱਲ ਸਕਦੇ, ਹਵਾ ਵੀ ਤੁਹਾਡੀ ਆਗਿਆ ਜਾਂ ਪਾਣੀ ਵੀ ਤੁਹਾਡੇ ਹੁਕਮ ਵਿੱਚ ਚੱਲਦਾ ਏ। ਆਮ ਕਿਸੇ ਦੀ ਤਾਂ ਕੀ ਗੱਲ ਦਸੀਏ, ਤੁਹਾਡੇ ਹੁਕਮ ਤੋਂ ਬਗੈਰ ਤਾਂ ਹਵਾ ਨਹੀਂ ਚੱਲ ਸਕਦੀ। ਚਾਹੋ ਜਿਸ ਰੱਖੋ ਰਿਪ ਕ੍ਰੋਧ ਕੈ ਨਿਕੰਦਤੇ। ਤੇ ਮਹਾਰਾਜ ਜਿਹਨੂੰ ਤੁਸੀਂ ਚਾਹੋ ਉਹਨੂੰ ਰੱਖ ਸਕਦੇ ਹੋ, ਉਹਦਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ। ਤੇ ਜਿਹੜਾ ਕੋਈ ਦੋਖੀ ਜਾਂ ਦੁਸ਼ਟ ਜਿਹਾ ਹੋਵੇ, ਜੇ ਉਹਦੇ ਵੱਲ ਮਹਾਰਾਜ ਕਿਤੇ ਗੁੱਸੇ ਨਾਲ ਵੇਖ ਲਓ ਤਾਂ ਆਪਣੇ ਵੀਰ ਰਸ ਦੇ ਨਾਲ ਉਹਨੂੰ ਨਾਸ਼ ਕਰ ਸਕਦੇ ਹੋ। ਏਡੇ ਸਮਰੱਥ, ਜਿਹਨੂੰ ਚਾਹੋ ਰੱਖ ਸਕਦੇ ਹੋ, ਜਿਹਨੂੰ ਚਾਹੋ ਨਾਸ਼ ਕਰ ਸਕਦੇ ਹੋ। ਸ਼ਕਤ ਦੁਰਾਈ ਨਰ ਲੀਲਾ ਕੋ ਗੁਸਾਈ ਧਰੋ। ਤੇ ਪੰਜ ਪਿਆਰੇ ਕਹਿੰਦੇ ਹੈ ਕਲਗੀਧਰ ਪਾਤਸ਼ਾਹ ਜੀ ਤੁਹਾਡੇ ਵਿੱਚ ਬੇਅੰਤ ਸ਼ਕਤੀ ਆ। ਸ਼ਕਤ ਦੁਰਾਈ ਮਹਾਰਾਜ ਜਿਹੜੀ ਸ਼ਕਤੀ ਹੈ ਨਾ ਉਹਨੂੰ ਤੁਸੀਂ ਛੁਪਾ ਕੇ ਰੱਖਿਆ ਹੋਇਆ, ਗੁਪਤ ਰੱਖਦੇ ਹੋ, ਆਪਣੀ ਸ਼ਕਤੀ ਨਹੀਂ ਵਿਖਾਉਂਦੇ ਕਿਸੇ ਨੂੰ। ਨਰ ਲੀਲਾ ਕੋ ਗੁਸਾਈ ਧਰੋ। ਤੇ ਜਿਵੇਂ ਆਮ ਕੋਈ ਮਾਨਵੀ ਲੀਲਾ ਹੁੰਦੀ ਹੈ ਨਾ, ਜਿਵੇਂ ਕੋਈ ਆਮ ਮਨੁੱਖ ਹੁੰਦਾ ਸੰਸਾਰ ਦੇ ਵਿੱਚ, ਇਹ ਮਹਾਰਾਜ ਤੁਸੀਂ ਨਰ ਲੀਲਾ ਕਰ ਰਹੇ ਹੋ, ਮਾਨਵੀ ਲੀਲਾ ਕਰ ਰਹੇ, ਪਰ ਤੁਹਾਡੇ ਅੰਦਰ ਬੇਅੰਤ ਸ਼ਕਤੀਆਂ ਹਨ। ਦਾਸ ਕੋ ਵਡਾਈ ਦੇਤ ਸਦਾ ਹੀ ਆਨੰਦ ਤੇ ਤੁਹਾਡਾ ਮਹਾਰਾਜ ਸੁਭਾਅ ਏਦਾਂ ਦਾ ਏ ਵੀ ਆਪਣੇ ਦਾਸਾਂ ਨੂੰ ਵਡਿਆਈਆਂ ਦਿੰਦੇ ਹੋ, ਸਦਾ ਆਪ ਆਨੰਦਿਤ ਹੁੰਦੇ ਹੋ। ਆਪਣੇ ਸਿੱਖਾਂ ਦੀ ਵਡਿਆਈ ਹੁੰਦੀ ਵੇਖ ਕੇ ਖੁਸ਼ ਹੁੰਦੇ ਹੋ ਮਹਾਰਾਜ। ਆਪਣੇ ਸਿੱਖਾਂ ਦਾ ਮਾਨ ਸਨਮਾਨ ਹੁੰਦਾ ਵੇਖ ਕਰਕੇ ਆਪ ਬੜੇ ਆਨੰਦਿਤ ਹੁੰਦੇ ਹੋ।
ਆਪ ਸਮਰਥ ਅਬ ਜੋਰ ਹਾਥ ਕੈਸੇ ਕਹੂੰ। ਤੇ ਪੰਜ ਪਿਆਰੇ ਕਹਿੰਦੇ ਮਹਾਰਾਜ ਜੀ ਐਡੇ ਵੱਡੇ ਤੁਸੀਂ ਸਮਰੱਥ ਹੋ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਫਿਰ ਅਬ ਜੋਰ ਹੱਥ ਕੈਸੇ ਕਹੋ। ਤੇ ਹੁਣ ਦੋਵੇਂ ਹੱਥ ਜੋੜ ਕੇ ਮਹਾਰਾਜ ਆ ਤੁਸੀਂ ਸਾਨੂੰ ਕਿਸ ਤਰ੍ਹਾਂ ਕਹਿ ਰਹੇ ਹੋ ਵੀ ਅੰਮ੍ਰਿਤ ਛਕਾਵੋ। ਅੰਮ੍ਰਿਤ ਕੋ ਦੇਹੁ ਕਿਉ ਕਮੀ ਹਵੇ ਬਲਿੰਦ ਤੇ। ਮਹਾਰਾਜ ਅੰਮ੍ਰਿਤ ਤਾਂ ਅਸੀਂ ਮੰਗਣਾ ਹੈ ਨਾ, ਸਾਡੇ 'ਚ ਕਮੀ ਹੈ। ਅਸੀਂ ਆਖੀਏ ਵੀ ਮਹਾਰਾਜ ਸਾਨੂੰ ਅੰਮ੍ਰਿਤ ਬਖਸ਼ ਦਿਓ, ਸਾਡੀਆਂ ਕਮੀਆਂ ਪੂਰੀਆਂ ਕਰ ਦਿਓ। ਪਰ ਪੰਜ ਪਿਆਰੇ ਕਹਿੰਦੇ ਮਹਾਰਾਜ ਤੁਹਾਡੇ ਵਿੱਚ ਤਾਂ ਕਮੀ ਕੋਈ ਨਹੀਂ, ਤੁਸੀਂ ਤਾਂ ਬੁਲੰਦ ਤੋਂ ਬੁਲੰਦ ਵੱਡੇ ਤੋਂ ਵੱਡੇ ਹੋ। ਜਿਹੜਾ ਕਮੀ ਵਾਲਾ ਹੋਵੇ, ਜਿਹ 'ਚ ਕੋਈ ਘਾਟ ਹੋਵੇ, ਉਹਨੂੰ ਵੀ ਬੁਲੰਦ ਕਰ ਦਿੰਦੇ ਹੋ। ਆਪ ਐਡੇ ਵੱਡੇ ਹੋ ਕੇ ਕਿਉਂ ਇੰਨੇ ਕਮੀ ਵਾਲੇ ਨੀਵੇਂ ਹੁੰਦੇ ਹੋ? ਆਪ ਸਾਡੇ ਅੱਗੇ ਹੱਥ ਕਿਉਂ ਜੋੜ ਰਹੇ ਹੋ ਮਹਾਰਾਜ? ਅੰਮ੍ਰਿਤ ਦੇਹੋ ਇਦਾਂ ਕਿਉਂ ਤੁਸੀਂ ਬਚਨ ਕਰ ਰਹੇ ਹੋ? ਕਿਉਂਕਿ ਤੁਸੀਂ ਦੇ ਮਾਲਕ ਹੋ ਸਾਡੇ। ਬੋਲੇ ਗੁਰ ਪੂਰਨ ਪੁਰਖ ਕਰਤਾਰ ਪ੍ਰਭ। ਜਦੋਂ ਪੰਜ ਪਿਆਰਿਆਂ ਨੇ ਇਦਾਂ ਕਿਹਾ ਨਾ ਵੀ ਮਹਾਰਾਜ ਤੁਹਾਨੂੰ ਅੰਮ੍ਰਿਤ ਦੀ ਕੀ ਲੋੜ ਹੈ ਤੇ ਅਸੀਂ ਕਿਵੇਂ ਤੁਹਾਨੂੰ ਅੰਮ੍ਰਿਤ ਛਕਾਈਏ, ਤਾਂ ਪੂਰਨ ਪੁਰਖ ਅਕਾਲ ਪੁਰਖ ਦਾ ਰੂਪ ਕਰਤਾਰ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੋਲੇ ਹਨ। ਦੇਹ ਮੇ ਅਨੇਕ ਵਿਦ ਵਿਸ਼ਨ ਮਹੇਸ਼ ਹੈ। ਮਹਾਰਾਜ ਜੀ ਕਹਿੰਦੇ ਹੈ ਖਾਲਸਾ ਜੀ ਤੁਹਾਨੂੰ ਕਾਰਨ ਦੱਸਦੇ ਐ ਵੀ ਅਸੀਂ ਤੁਹਾਡੇ ਕੋਲੋਂ ਸਿੱਖਾਂ ਦੇ ਕੋਲੋਂ ਕਿਉਂ ਅੰਮ੍ਰਿਤ ਮੰਗ ਰਹੇ ਹਾਂ। ਕਹਿੰਦੇ ਉਹਦਾ ਕਾਰਨ ਇਹ ਹੈ ਵੀ ਜਿਹੜਾ ਵਾਹਿਗੁਰੂ ਸਭ ਥਾਵਾਂ ਦੇ ਪੂਰਨ ਹੈ, ਜਿਹੜਾ ਹਰ ਇੱਕ ਜੀਵ ਦੇ ਵਿੱਚ ਵਿਆਪਕ ਹੋ ਰਿਹਾ ਪੁਰਖ ਹੈ, ਜਿਹੜਾ ਕਰਤਾਰ ਹੈ, ਜਿਹਦੇ ਹੱਥ ਦੇ ਵਿੱਚ ਸਭ ਜੀਵਾਂ ਦੀ ਸਵਾਸਾਂ ਦੀ ਰੋਜੀ ਦੀ ਡੋਰੀ ਹੈ, ਉਹ ਪ੍ਰਭੂ ਪਰਮੇਸ਼ਰ ਜੋ ਹੈ ਨਾ, ਦੇਹ ਮੈਂ ਅਨੇਕ ਵਿਦ ਵਿਸ਼ਨ ਮਹੇਸ਼ ਹੈ। ਉਸ ਮਾਲਕ ਦੀ ਜਿਹੜੀ ਦੇਹ ਹੈ ਨਾ, ਵਿਰਾਟ ਦੇਹ, ਮਾਲਕ ਦਾ ਜਿਹੜਾ ਵਿਰਾਟ ਸਰੂਪ ਹੈ, ਉਹਦੇ ਰੋਮ ਰੋਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਕਰੋੜਾਂ ਹੀ ਵਿਸ਼ਨੂੰ ਤੇ ਮਹੇਸ਼ ਹਨ। ਦਸਵੇਂ ਪਾਤਸ਼ਾਹ ਦਾ ਬਚਨ ਹੈ ਕਾਲ ਪੁਰਖ ਕੀ ਦੇਹ ਮੋਹ, ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋੜ ਜਲੇਸ਼। ਪਾਤਸ਼ਾਹ ਕਹਿੰਦੇ ਕਿਹੜੇ ਸ਼ਿਵ ਜੀ ਦੀ ਗੱਲ ਕਰਦੇ ਹੋ, ਕਿਹੜੇ ਬ੍ਰਹਮਾ ਦੀ ਗੱਲ ਕਰਦੇ, ਕਿਹੜੇ ਇੰਦਰ ਦੀ ਗੱਲ ਕਰਦੇ ਹੋ? ਪਰਮੇਸ਼ਰ ਦੇ ਸਰੂਪ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਬ੍ਰਹਮੇ ਦੇ ਵਿਸ਼ਨੂੰ ਤੁਰੇ ਫਿਰਦੇ ਨੇ। ਐਡਾ ਵੱਡਾ ਉਹ ਪਰਮੇਸ਼ਰ ਹੈ, ਤਾਂ ਉਹਦੇ ਅੱਗੇ ਨਿਮਾਣੇ ਜਿਹੇ ਜੰਤ ਹਨ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਐਡਾ ਵੱਡਾ ਪਰਮੇਸ਼ਰ ਹੈ, ਜਿਹਦੀ ਦੇਹ ਦੇ ਵਿੱਚ ਕਰੋੜਾਂ ਹੀ ਬ੍ਰਹਮਾ ਤੇ ਵਿਸ਼ਨੂੰ ਮਹੇਸ਼ ਆਦਿਕ ਹਨ। ਜੋਤੀ ਰੂਪ ਏਕੰਕਾਰ ਸਭ ਕੇ ਆਧਾਰ ਨਿਤ। ਫਿਰ ਜਿਹੜਾ ਵਾਹਿਗੁਰੂ ਜੋਤੀ ਸਰੂਪ ਹੈ, ਏਕੰਕਾਰ ਇੱਕੋ ਇੱਕ ਹੈ, ਜਿਹਦੇ ਵਰਗਾ ਕੋਈ ਦੂਜਾ ਨਹੀਂ ਹੈ, ਤੇ ਸਭ ਕੇ ਆਧਾਰ ਨਿਤ। ਤੇ ਜਿਹੜਾ ਵਾਹਿਗੁਰੂ ਸਦਾ ਹੀ ਸਾਰਿਆਂ ਜੀਵਾਂ ਜਨਤਾਂ ਦਾ ਆਧਾਰ ਹੈ, ਜਿਹੜਾ ਸਭ ਦੁਨੀਆ ਦਾ ਆਸਰਾ ਹੈ ਵਾਹਿਗੁਰੂ। ਆਪ ਨਿਰਾਧਾਰ ਜਾਂ ਕੋ ਜਾਣਤ ਅਸ਼ੇਸ਼। ਤੇ ਫਿਰ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਵੇਖੋ ਸਾਰਿਆਂ ਦਾ ਆਸਰਾ ਰੂਪ ਤਾਂ ਵਾਹਿਗੁਰੂ ਹੈ, ਪਰ ਆਪ ਨਿਰਾਧਾਰ ਹੈ। ਆਪ ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ, ਬਾਕੀ ਕਿਸੇ ਦਾ ਉਸ ਵਾਹਿਗੁਰੂ ਨੂੰ ਆਸਰਾ ਤੱਕਣ ਦੀ ਲੋੜ ਨਹੀਂ। ਦੁਨੀਆ ਰੱਬ ਦੇ ਆਸਰੇ ਰਹਿੰਦੀ ਹੈ, ਰੱਬ ਕਿਸੇ ਦੇ ਆਸਰੇ ਨਹੀਂ ਹੈ। ਇਸ ਗੱਲ ਨੂੰ ਮਹਾਰਾਜ ਕਹਿੰਦੇ ਸਾਰੇ ਸਿੱਖ ਸੰਤ ਜਾਣਦੇ ਹਨ। ਭਗਤ ਅਧੀਨ ਕਾਲਸ਼ੀਨ ਮਹੀਆਨ ਮਹਾ। ਤੇ ਇਹਨਾਂ ਕਾਰਨ ਪੁੱਛਿਆ ਸੀ ਨਾ ਪੰਜਾਂ ਪਿਆਰਿਆਂ ਵੀ ਐਡੇ ਵੱਡੇ ਹੋ ਕੇ ਮਹਾਰਾਜ ਸਾਡੇ ਕੋਲ ਕਿਉਂ ਅੰਮ੍ਰਿਤ ਮੰਗ ਰਹੇ ਹੋ? ਤਾਂ ਗੁਰੂ ਗੋਬਿੰਦ ਸਿੰਘ ਜੀ ਉਦਾਹਰਨ ਦੇ ਕੇ ਕਹਿੰਦੇ ਵੀ ਜਿਹੜਾ ਐਡਾ ਵੱਡਾ ਰੱਬ ਹੈ, ਜਿਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ, ਤੇ ਆਪ ਸਾਰਿਆਂ ਦਾ ਆਸਰਾ ਏ। ਪਰ ਇਹ ਖਾਲਸਾ ਜੀ, ਇਹ ਪੰਜ ਪਿਆਰਿਓ, ਉਹ ਰੱਬ ਵੀ ਵੇਖੋ ਆਪਣੇ ਪਿਆਰੇ ਭਗਤਾਂ ਦੇ ਅਧੀਨ ਹੈ। ਭਗਤ ਅਧੀਨ ਕਾਲਸ਼ੀਨ ਮਹੀਆਨ ਮਹਾ, ਜਿਹੜਾ ਕਾਲ ਤੋਂ ਰਹਿਤ ਹੈ, ਜਿਹੜਾ ਕਾਲ ਦਾ ਵੀ ਕਾਲ ਕਰ ਦੇਣ ਵਾਲਾ ਏ, ਜਿਹੜਾ ਮਹੀਆਨ ਮਹਾਨ ਤੋਂ ਵੀ ਮਹਾਨ ਹੈ ਪਰਮੇਸ਼ਰ। ਉਹ ਐਡਾ ਵੱਡਾ ਰੱਬ, ਐਡਾ ਵੱਡਾ ਹੁੰਦਿਆਂ ਵੀ ਆਪਣੇ ਭਗਤਾਂ ਦੇ ਕਹਿੰਦੇ ਅਧੀਨ ਰਹਿੰਦਾ, ਆਪਣੇ ਭਗਤਾਂ ਦੇ ਵਸ ਰਹਿੰਦਾ ਏ। ਤਾਂਕੋ ਸੁਤ ਜਨ ਮੋਹਿ ਸਭ ਤੇ ਵਿਸ਼ੇਸ਼ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜਾ ਰੱਬ ਐਡਾ ਵੱਡਾ ਹੈ ਵੀ ਜਿਹਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੇ ਵਸਦੇ ਨੇ, ਤੇ ਐਡਾ ਵੱਡਾ ਹੁੰਦਿਆਂ ਵੀ ਆਪਣੇ ਭਗਤਾਂ ਦੇ ਸਦਾ ਵਸ ਰਹਿੰਦਾ ਏ, ਤਾਂ ਮਹਾਰਾਜ ਕਹਿੰਦੇ ਮੈਂ ਵੀ ਤਾਂ ਉਸ ਪਰਮੇਸ਼ਰ ਦਾ ਪੁੱਤਰ ਹੀ ਹਾਂ ਨਾ। ਇਹ ਵਾਹਿਗੁਰੂ ਨੇ ਆਪ ਕਿਹਾ ਹੈ ਨਾ ਵੀ ਮੈਂ ਆਪਣਾ ਸੁਤ ਤੋਹੇ ਨਿਵਾਜਾ। ਇਹ ਜਿਹੜੀ ਪੰਕਤੀ ਹੈ ਇਹ ਅਕਾਲ ਪੁਰਖ ਬਾਚ ਹੈ, ਉਚਾਰੀ ਗੁਰੂ ਸਾਹਿਬ ਨੇ ਲਿਖੀ, ਗੁਰੂ ਸਾਹਿਬ ਨੇ, ਪਰ ਉਚਾਰੀ ਰੱਬ ਜੀ ਨੇ ਹੈ। ਵਾਹਿਗੁਰੂ ਦਾ ਬਚਨ ਪ੍ਰਗਟ ਹੋਇਆ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚਰ ਕਰਬੇ ਕਹਿ ਸਾਜਾ।
ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਸ ਵਾਹਿਗੁਰੂ ਦਾ ਹੀ ਖਾਲਸਾ ਜੀ ਮੈਂ ਪੁੱਤਰ ਹਾਂ। ਸਿੱਖਨ ਅਧੀਨ ਤਿੰਨ ਮੋਕੋ ਚੀਨ ਲੇਹੋ ਚਿੱਤ। ਤੇ ਫਿਰ ਜਿਹੜਾ ਪੁੱਤਰ ਹੁੰਦਾ ਏ ਉਹ ਪਿਓ ਦੀਆਂ ਪਾਈਆਂ ਲੀਹਾਂ ਤੇ ਚੱਲਦਾ ਨਾ। ਜਿਹੜਾ ਕੰਮ ਬਾਪ ਨੇ ਕੀਤਾ ਹੋਵੇ, ਜਿੱਡਾ ਵੱਡਾ ਕੋਈ ਕਾਰਜ ਬਾਪ ਕਰੇ, ਤੇ ਜਿਹੜਾ ਲਾਇਕ ਪੁੱਤਰ ਹੁੰਦਾ ਹੈ ਉਸ ਕੰਮ ਨੂੰ ਅੱਗੇ ਵਧਾਉਂਦਾ ਹੈ। ਤੇ ਜਦੋਂ ਮੇਰੇ ਪਿਤਾ ਅਕਾਲ ਪੁਰਖ ਵੱਡੇ ਹੋਣ ਦੇ ਬਾਵਜੂਦ ਆਪਣੇ ਭਗਤਾਂ ਦੇ ਵਸ ਨੇ, ਐਵੇਂ ਮਹਾਰਾਜ ਕਹਿੰਦੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੁੱਤਰ ਹਾਂ, ਜਿਸ ਕਰਕੇ ਸਿੱਖਨ ਅਧੀਨ ਤਿੰਨ ਮੋਕੋ ਚੀਨ ਲੇਹੋ ਚੇਤਾ। ਉਸੇ ਤਰ੍ਹਾਂ ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖਾਂ ਦੇ ਅਧੀਨ ਹੈ। ਤੁਹਾਡੇ ਕੋਲ ਇਸ ਕਰਕੇ ਹੱਥ ਜੋੜ ਕੇ ਖਾਲਸਾ ਜੀ ਅੰਮ੍ਰਿਤ ਮੰਗ ਰਿਹਾ, ਜਿਵੇਂ ਵਾਹਿਗੁਰੂ ਭਗਤਾਂ ਦੇ ਅਧੀਨ ਹੈ, ਦਸਵੇਂ ਪਾਤਸ਼ਾਹ ਕਹਿੰਦੇ ਮੈਂ ਆਪਣੇ ਸਿੱਖਾਂ ਦੇ ਅਧੀਨ ਹਾਂ, ਜਾਣ ਲਵੋ। ਪੰਥ ਕੇ ਰਚਨ ਕੋ ਹੁਕਮ ਜਗਤੇਸ਼ ਹੈ। ਕਿਉਂਕਿ ਪੰਥ ਦੀ ਰਚਨਾ ਕਰਨ ਵਾਸਤੇ ਜਗਤ ਦੇ ਮਾਲਕ ਵਾਹਿਗੁਰੂ ਦਾ ਮੈਨੂੰ ਹੁਕਮ ਹੋਇਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦਾ, ਜੋ ਵਾਹਿਗੁਰੂ ਕਾਲ ਤੋਂ ਰਹਿਤ ਹੈ, ਜਿਹੜਾ ਵੱਡਿਆਂ ਤੋਂ ਵੱਡਾ ਏ, ਭਗਤਾਂ ਦੇ ਅਧੀਨ ਹੈ, ਐਡੇ ਸਭ ਤੋਂ ਵੱਡੇ ਅਤੇ ਫਿਰ ਸਭ ਭਗਤਾਂ ਦੇ ਅਧੀਨ ਪਰਮੇਸ਼ਰ ਦਾ ਮਹਾਰਾਜ ਕਹਿੰਦੇ ਮੈਂ ਪੁੱਤਰ, ਤੇ ਵੇ ਤੁਸੀਂ ਮੈਨੂੰ ਸਿੱਖਾਂ ਦੇ ਅਧੀਨ ਜਾਣ ਲਵੋ। ਪੰਥ ਦੇ ਰਚਨ ਦਾ ਹੁਕਮ ਵੀ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ। ਉਹਦੇ ਹੁਕਮ ਨਾਲ ਖਾਲਸਾ ਜੀ ਮੈਂ ਤੁਹਾਨੂੰ ਸਾਜਿਆ ਏ। ਉਹਦਾ ਹੁਕਮ ਹੈ ਵੀ ਪੰਜਾਂ ਕੋ ਅੰਮ੍ਰਿਤ ਛਕ ਕੇ ਤੇ ਪੰਜਾਂ ਨੂੰ ਵੀ ਵਡਿਆਈ ਦੇਣੀ ਹੈ। ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੋ ਮੈਂ ਆਪ। ਦਸਮ ਪਾਤਸ਼ਾਹ ਕਹਿੰਦੇ ਹੁਣ ਖਾਲਸਾ ਗੁਰੂ ਹੈ। ਖਾਲਸਾ ਜੀ ਤੁਸੀਂ ਗੁਰੂ ਹੋ। ਖਾਲਸਾ ਗੁਰੂ ਗੋਬਿੰਦ ਸਿੰਘ ਦਾ ਰੂਪ ਹੋ ਗਿਆ ਏ, ਤੇ ਖਾਲਸਾ ਜਿੱਥੇ ਗੁਰੂ ਦਾ ਰੂਪ ਹੋ ਗਿਆ, ਗੁਰੂ ਖਾਲਸਾ ਕਰੋ ਮੈਂ ਅਬ ਤੇ ਅਬ। ਹੁਣ ਦਸਮ ਪਾਤਸ਼ਾਹ ਕਹਿੰਦੇ ਮੈਂ ਖਾਲਸੇ ਨੂੰ ਆਪਣਾ ਗੁਰੂ ਕਰਾਂਗਾ। ਜਿੱਥੇ ਖਾਲਸਾ ਗੁਰੂ ਦਾ ਰੂਪ ਹੈ, ਉੱਥੇ ਮੈਂ ਖਾਲਸੇ ਨੂੰ ਆਪਣਾ ਗੁਰੂ ਬਣਾਵਾਂਗਾ। ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਟੇਕਿਆ। ਸੇਖੀ ਸੀ ਨਾ ਭਾਈ ਲੈਣਾ ਗੁਰੂ ਨਾਨਕ ਦੇਵ ਮਹਾਰਾਜ ਦਾ, ਤੇ ਜਦੋਂ ਪਰਖਾਂ ਦੇ ਵਿੱਚੋਂ ਪੂਰੇ ਨਿਕਲੇ ਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ 5 ਪੈਸੇ ਲਲੇਰ ਰੱਖ ਕੇ 5 ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ, ਤੇ ਕਹਿ ਦਿੱਤਾ ਵੀ ਅੱਜ ਤੋਂ ਤੂੰ ਅੰਗਦ ਹੈ, ਅੱਜ ਤੋਂ ਲੈਣਾ ਨਹੀਂ, ਅੱਜ ਤੋਂ ਤੂੰ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਹੀ ਰੂਪ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਦਸਮ ਪਾਤਸ਼ਾਹ ਕਹਿੰਦੇ ਜਿਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਪਣਾ ਹੀ ਰੂਪ ਬਣਾ ਲਿਆ ਸੀ। ਗੁਰੂ ਨਾਨਕ ਹੀ ਅੰਗਦ ਰੂਪ ਹੋ ਗਿਆ, ਤੇ ਗੁਰੂ ਅੰਗਦ ਹੀ ਗੁਰੂ ਨਾਨਕ ਰੂਪ ਹੋ ਗਿਆ, ਕੋਈ ਜਿਵੇਂ ਫਰਕ ਨਹੀਂ ਰਿਹਾ। ਇਸੇ ਤਰ੍ਹਾਂ ਦਸਮ ਪਾਤਸ਼ਾਹ ਕਹਿੰਦੇ ਮੈਂ ਖਾਲਸਾ ਰੂਪ ਹੋਵਾਂਗਾ, ਤੇ ਖਾਲਸਾ ਮੇਰਾ ਰੂਪ ਹੋ ਗਿਆ ਹੈ। ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ। ਪਾਤਸ਼ਾਹ ਕਹਿੰਦੇ ਸ਼ੰਕਾ ਨਾ ਕਰੋ ਪਿਆਰੇ ਭਾਈ ਦਇਆ ਸਿੰਘ ਜੀ, ਸਾਵਧਾਨ ਹੋਵੋ। ਤਿਆਰ ਬੁਰ ਤਿਆਰ ਹੋ ਕੇ ਹਣ ਕਮਰ ਕੱਸਾ ਕਰਕੇ, ਤੇ ਹੁਣ ਮੈਨੂੰ ਅੰਮ੍ਰਿਤ ਦੀ ਦਾਤ ਦੇਣਾ ਕਰੋ। ਅੰਮ੍ਰਿਤ ਛਕਾਵੋ ਮੋਹਿ ਜੈਸੇ ਤੁਮ ਲੀਨੇ। ਮੈਨੂੰ ਵੀ ਉਸੇ ਵਿਧੀ ਮਰਿਆਦਾ ਦੇ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਵੋ, ਜਿਸ ਵਿਧੀ ਮਰਿਆਦਾ ਦੇ ਨਾਲ ਤੁਸੀਂ ਮੇਰੇ ਕੋਲੋਂ ਪ੍ਰਾਪਤ ਕੀਤਾ ਹੈ। ਕਾਲ ਹੂੰ ਕੋ ਕਾਲ ਅਸਕੇਤ ਹੈ ਅਕਾਲ ਪ੍ਰਭ। ਕਿਉਂਕਿ ਜਿਹੜਾ ਕਾਲ ਦਾ ਵੀ ਕਾਲ ਹੈ, ਮੌਤ ਦੀ ਵੀ ਮੌਤ ਕਰਨ ਵਾਲਾ ਜਿਹੜਾ ਅਸਕੇਤ ਸ੍ਰੀ ਸਾਹਿਬ ਹੈ ਜੀ ਦਾ ਝੰਡਾ। ਲੋਕਾਂ ਦੇ ਝੰਡੇ ਕਈ ਰੰਗਾਂ ਦੇ ਹੁੰਦੇ ਨੇ, ਕਿਰਪਾਨ ਹੀ ਰੱਬ ਦਾ ਝੰਡਾ ਹੈ, ਤੇ ਸ੍ਰੀ ਸਾਹਿਬ ਦੇ ਝੰਡੇ ਵਾਲਾ ਜਿਹੜਾ ਅਕਾਲ ਕਾਲ ਤੋਂ ਰਹਿਤ ਪ੍ਰਭੂ ਪਰਮੇਸ਼ਰ ਹੈ। ਦੀਰਘ ਕਿਰਪਾਲ ਜੋ ਹੁਕਮ ਹਮੈ ਦੀਨੇ। ਉਹ ਦੀਰਘ ਸਭ ਤੋਂ ਵੱਡੇ ਤੇ ਕਿਰਪਾਲੂ ਪਰਮੇਸ਼ਰ ਨੇ ਯੋਂ ਹੁਕਮ ਹਮੈ ਦੀਨਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਨੇ ਇਹੀ ਸਾਨੂੰ ਹੁਕਮ ਦਿੱਤਾ ਹੈ ਵੀ ਪੰਥ ਦੀ ਰਚਨਾ ਕਰਕੇ ਤੇ ਪੰਥ ਦੇ ਕੋਲੋਂ ਅੰਮ੍ਰਿਤ ਤੁਸੀਂ ਛਕਣਾ ਹੈ। ਆਪਨ ਧਰਮ ਕਉ ਥਾਪਨ ਭਰਮ ਭਾਈ ਕਉ। ਜੇ ਇੱਕ ਗੱਲ ਸਪਸ਼ਟ ਹੁੰਦੀ, ਕਈ ਲੋਕ ਨਾ ਸਾਬਤ ਕਰਨ ਦਾ ਯਤਨ ਕਰਦੇ ਵੀ ਮਹਾਰਾਜ ਨੇ ਨਾ ਦੇਵੀ ਕੋ ਵਰ ਲੈ ਕੇ ਤੇ ਫੇਰ ਪੰਥ ਸਾਜਿਆ। ਅਜੇ ਪ੍ਰਤੱਖ ਲਿਖ ਦਿੱਤਾ ਖਾਲਸਾ ਕਾਲ ਹੂੰ ਕੋ ਕਾਲ, ਜਿਹੜਾ ਮੌਤ ਦੀ ਵੀ ਮੌਤ ਕਰਨ ਵਾਲਾ। ਅਸਕੇਤ ਹੈ ਅਕਾਲ ਪ੍ਰਭ ਦੀਰਘ ਕਿਰਪਾਲ ਯੋ ਹੁਕਮ ਹਮੈ ਦੀਨਿਓ। ਸਾਹਿਬ ਕਹਿੰਦੇ ਉਹ ਰੱਬ ਨੇ ਸਾਨੂੰ ਪੰਥ ਸਾਜਣ ਦਾ ਹੁਕਮ ਦਿੱਤਾ ਹੈ। ਥਾਪਨ ਧਰਮ ਕਉ ਥਾਪਨ ਭਰਮ ਤੇ ਕਉ। ਪਰਮੇਸ਼ਰ ਨੇ ਕਿਹਾ ਸੀ ਵੀ ਜਾਏ ਤਹਾਂ ਤੈ ਧਰਮ ਚਲਾਵੋ। ਧਰਮ ਚਲਾਉਣਾ ਏ, ਤੇ ਅਸੀਂ ਧਰਮ ਦੀ ਅਕਾਲੀ ਧਰਮ ਦੀ ਥਾਪਨਾ ਕਰਨ ਵਾਸਤੇ ਅਤੇ ਭਰਮ ਦਾ ਨਾਸ਼ ਕਰਨ ਵਾਸਤੇ ਆਏ ਹਾਂ। ਕੋ ਕਰਮ ਕਉ ਖਾਪਨ ਸਿਮਰ ਨਾਮ ਚੀਨਿਓ। ਕੋ ਕਰਮ ਖੋਟੇ ਕਰਮਾਂ ਨੂੰ ਨਾਸ਼ ਕਰ ਦੇਣਾ ਏ, ਸਿਮਰ ਨਾਮ ਚੀਨਿਓ। ਤੇ ਨਾਮ ਦਾ ਸਿਮਰਨ ਕਰਾਉਣ ਦੇ ਲਈ ਅਸੀਂ ਆਏ ਆ, ਇਹ ਗੱਲ ਜਾਣ ਲਓ।
ਭਾਵ ਵਿੱਚ ਇਹ ਵੀ ਆ ਗਿਆ ਵੀ ਅੰਮ੍ਰਿਤ ਛਕ ਕੇ ਹੀ ਨਾਮ ਦਾ ਅਭਿਆਸ ਕੀਤਾ ਜਾ ਸਕਦਾ ਏ। स्वामी को हुक्म नहीं मेट को प्रतज्ञा ਜਦੋਂ ਦਸਵੇਂ ਪਾਤਸ਼ਾਹ ਨੇ ਕਿਹਾ ਨਾ ਵੀ ਸ਼ੰਕਾ ਨਾ ਕਰੋ ਖਾਲਸਾ ਜੀ ਸਾਨੂੰ ਅੰਮ੍ਰਿਤ ਛਕਾਓ ਵਿਧੀ ਪੂਰਵਕ, ਤੇ ਪੰਜਾਂ ਪਿਆਰਿਆਂ ਨੇ ਜਾਣਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਮਾਲਕ ਨੇ ਤੇ ਅਸੀਂ ਆਪਣੇ ਮਾਲਕ ਦਾ ਹੁਕਮ ਕਿਵੇਂ ਮੇਟ ਸਕਦੇ ਆ। ਅੰਮ੍ਰਿਤ ਛਕ ਕੇ ਪ੍ਰਤੱਗਿਆ ਕੀਤੀ ਆ ਵੀ ਮਹਾਰਾਜ ਤੁਹਾਡੇ ਹੁਕਮ ਵਿੱਚ ਰਹਾਂਗੇ। मान गुरु बाप हूँ को अमृत सो लीने ਇਵੇਂ ਫਿਰ ਪੰਜ ਪਿਆਰੇ ਸਹਿਬਾਨ ਭਾਵੇਂ ਕਿ ਨਹੀਂ ਸੀ ਚਾਹੁੰਦੇ ਮਹਾਰਾਜ ਅਸੀਂ ਤੁਹਾਡੇ ਤੋਂ ਨੀਵੇਂ ਆ, ਪਰ ਗੁਰੂ ਨੇ ਮਾਨ ਬਖਸ਼ਣਾ ਸੀ, ਗੁਰੂ ਦਾ ਹੁਕਮ ਮੰਨ ਕੇ ਉੱਠੇ ਨੇ। ਤੇ ਉੱਠ ਕੇ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਜਦੋਂ ਬਾਣੀ ਪੜ੍ਹ ਕੇ ਵਿਧੀ ਪੂਰਵਕ ਤਿਆਰ ਹੋ ਗਿਆ, ਪੰਜ ਬਾਣੀਆਂ ਦਾ ਪਾਠ ਕੀਤਾ ਖੰਡਾ ਫੇਰ ਕੇ ਤੇ ਗੁਰਾਂ ਦਾ ਭਜਨ ਮੰਨ ਕੇ ਅੰਮ੍ਰਿਤ ਸੋ ਲੀਨਿਓ ਜਿਹੜਾ ਅੰਮ੍ਰਿਤ ਤਿਆਰ ਹੋਇਆ ਤੇ ਅੰਮ੍ਰਿਤ ਛਕਾਉਣ ਲੱਗੇ ਨੇ ਮਹਾਰਾਜ ਨੂੰ। उठ पंचो सिंह वाहे गुरु जी की फतेह बोल। ਜਦੋਂ ਉੱਠੇ ਨੇ ਸਿੰਘ ਮਹਾਰਾਜ ਨੂੰ ਕਹਿੰਦੇ ਪਾਤਸ਼ਾਹ ਜੀ ਉਹ ਵੀਰ ਆਸਣ ਲਾਓ। ਵੀਰ ਆਸਣ ਹੁੰਦਾ ਖੱਬਾ ਗੋਡਾ ਧਰਤੀ ਤੇ ਲਾ ਕੇ ਸੱਜਾ ਸਿੱਧਾ ਕਰਕੇ, ਤੇ ਮਹਾਰਾਜ ਜੀ ਬੁੱਕ ਜਿਹੜਾ ਸੀ ਆਪਣਾ ਬਣਾ ਕੇ ਬੈਠ ਗਏ। ਤੇ ਪੰਜ ਪਿਆਰੇ ਸਹਿਬਾਨ ਉੱਠੇ ਤੇ ਬੁੱਕ ਦੇ ਵਿੱਚ ਅੰਮ੍ਰਿਤ ਦਾ ਚੂਲਾ ਪਾ ਕੇ ਕਹਿੰਦੇ ਵੀ ਅੰਮ੍ਰਿਤ ਛਕੋ, ਤੇ ਨਾਲੇ ਗੁਰੂ ਗੋਬਿੰਦ ਸਿੰਘ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਦੋਂ ਪੰਜ ਪਿਆਰਿਆਂ ਨੇ ਕਿਹਾ ਨਾ ਵੀ ਫਤਿਹ ਬੁਲਾਓ, ਤੇ ਉਸ ਵੇਲੇ ਅੱਗੋਂ ਗੁਰੂ ਕਲਗੀਧਰ ਜੀ ਵੀ ਕਹਿੰਦੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਰੇ ਮਹਾਰਾਜ ਕੋ ਫਤਿਹ ਬੁਲਾਉਂਦੇ, ਚੂਲੇ ਛਕਾਉਂਦੇ ਨੇ ਤੇ ਮਹਾਰਾਜ ਫਤਿਹ ਦਾ ਜਵਾਬ ਫਤਿਹ ਵਿੱਚ ਦਿੰਦੇ ਹਨ। आगे खड़े गुरु तब पाहल को दीने ਅੱਗੇ ਵੀਰ ਆਸਣ ਖੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਛਕਿਆ ਹੈ, ਤੇ ਪੰਜ ਚੂਲੇ ਮੁਖ ਵਿੱਚ ਪਾਏ ਨੇ, ਪੰਜ ਮਹਾਰਾਜ ਦੇ ਨੇਤਰਾਂ 'ਚ ਪਾਏ ਨੇ, ਪੰਜ ਮਹਾਰਾਜ ਦੇ ਕੇਸਾਂ ਦੇ ਵਿੱਚ ਚੂਲੇ ਪਾਏ ਗਏ। पढ़ना जन्म वासी नाम श्री गोबिंद सिंह। ਤੇ ਉਸੇ ਤਰ੍ਹਾਂ ਜਿਵੇਂ ਮਹਾਰਾਜ ਨੇ ਪੁੱਛਿਆ ਸੀ ਨਾ ਵੀ ਤੁਹਾਡਾ ਨਾਮ ਕੀ ਹੈ, ਕਿੱਥੋਂ ਦਾ ਜਨਮ ਹੈ, ਕਿੱਥੋਂ ਦੇ ਵਾਸੀ ਹੋ। ਮਹਾਰਾਜ ਨੂੰ ਵੀ ਕਹਿੰਦੇ ਮਹਾਰਾਜ ਤੁਹਾਡਾ ਜਨਮ ਕਿੱਥੋਂ ਦਾ ਹੈ, ਤੁਸੀਂ ਕਿੱਥੋਂ ਦੇ ਵਾਸੀ, ਤੁਹਾਡਾ ਨਾਮ ਕੀ ਹੈ ਦੱਸੋ। ਮਰਿਆਦਾ ਕਾਇਮ ਕੀਤੀ ਹੈ ਨਾ ਵੀ ਇਦਾਂ ਪੁੱਛਣਾ ਹੀ ਹੈ। ਤੇ ਮਹਾਰਾਜ ਕਹਿੰਦੇ ਪਟਨਾ ਜਨਮ। ਪਾਤਸ਼ਾਹ ਕਹਿੰਦੇ ਵੀ ਸਾਡਾ ਜਨਮ ਪਟਨੇ ਸਾਹਿਬ ਦਾ ਹੈ, ਪਟਨੇ ਸਾਡਾ ਜਨਮ ਹੈ, ਉੱਥੋਂ ਦੇ ਹੀ ਅਸੀਂ ਵਾਸੀ ਰਹੇ ਹਾਂ। ਨਾਮ ਸ਼੍ਰੀ ਗੋਬਿੰਦ ਸਿੰਘ ਤੇ ਨਾਮ ਸਾਡਾ ਗੋਬਿੰਦ ਰਾਏ ਜੀ ਹੈ। पूजे ते बखानियो प्रभ सिखिया मैं प्रवीणियो। ਤੇ ਕਹਿੰਦੇ ਜਦੋਂ ਪੰਜਾਂ ਪਿਆਰਿਆਂ ਨੇ ਪੁੱਛਿਆ ਜਨਮ ਕਿੱਥੇ ਹੋਇਆ, ਨਾਮ ਕੀ, ਤੇ ਮਹਾਰਾਜ ਨੇ ਜਦੋਂ ਦੱਸਿਆ, ਜਿਹੜੇ ਗੁਰੂ ਕਲਗੀਧਰ ਮਹਾਰਾਜ ਸਿੱਖਿਆ ਦੇਣ ਵਿੱਚ ਪ੍ਰਵੀਨ ਨੇ, ਜਿਨ੍ਹਾਂ ਨੇ ਆਪਣਾ ਉਪਦੇਸ਼ ਦੇ ਕੇ ਪੰਜ ਪਿਆਰਿਆਂ ਨੂੰ ਪਹਿਲਾਂ ਪ੍ਰਵੀਨ ਸਿਆਣੇ ਬਣਾ ਦਿੱਤਾ। ਜਦੋਂ ਪੰਜ ਪਿਆਰਿਆਂ ਨੇ ਪੁੱਛਿਆ ਤੇ ਮਹਾਰਾਜ ਕਹਿੰਦੇ ਵੀ ਸਾਡਾ ਵਾਸੀ, ਸਾਡਾ ਜਨਮ ਪਟਨੇ ਦਾ ਤੇ ਸਾਡਾ ਨਾਮ ਗੋਬਿੰਦ ਰਾਏ। ਤਾਂ ਪੰਜ ਪਿਆਰੇ ਵੀ ਕਹਿਣ ਲੱਗੇ ਨਹੀਂ ਮਹਾਰਾਜ ਅੱਜ ਤੋਂ ਤੁਹਾਡਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਅੱਜ ਤੋਂ ਤੁਸੀਂ ਵਾਸੀ ਸ਼੍ਰੀ ਅਨੰਦਪੁਰ ਸਾਹਿਬ ਦੇ। ਮਹਾਰਾਜ ਨੇ ਪੰਜ ਪਿਆਰੇ ਕਹਿਣ ਲੱਗੇ ਮਹਾਰਾਜ ਅੱਜ ਤੋਂ ਤੁਹਾਡਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਤੁਸੀਂ ਵਾਸੀ ਸ਼੍ਰੀ ਅਨੰਦਪੁਰ ਸਾਹਿਬ ਦੇ। ਜਿੰਨੇ ਵੀ ਸਿੱਖ ਅੰਮ੍ਰਿਤ ਛਕਦੇ ਨੇ ਉਹਨਾਂ ਸਾਰਿਆਂ ਨੂੰ ਇਹ ਗੱਲ ਦੜਾਈ ਜਾਂਦੀ ਹੈ ਵੀ ਅੱਜ ਤੋਂ ਤੁਹਾਡਾ ਜਿਹੜਾ ਪਿੰਡ ਹੈ, ਤੁਹਾਡਾ ਨਗਰ ਹੈ, ਸ਼੍ਰੀ ਅਨੰਦਪੁਰ ਸਾਹਿਬ ਹੈ। ਤੇ ਜੇ ਨਾਮ ਦੇ ਨਾਲ ਸਿੰਘ ਸ਼ਬਦ ਨਹੀਂ ਤਾਂ ਸਿੰਘ ਸ਼ਬਦ ਲਾ ਕੇ ਉਹਦਾ ਨਾਮ ਪੂਰਾ ਕੀਤਾ ਜਾਂਦਾ ਹੈ। ਇਸੇ ਕਰਕੇ ਤਾਂ ਲਿਖਿਆ ਰਹਿਤਨਾਮਿਆਂ ਦੇ ਵਿੱਚ ਵਾਸੀ ਸਭ ਸ਼੍ਰੀ ਖਾਲਸਾ। ਕਹਿੰਦੇ ਜਿੰਨਾ ਵੀ ਖਾਲਸਾ ਹੈ ਨਾ ਅੰਮ੍ਰਿਤਧਾਰੀ ਵਾਸੀ ਸਭ ਸ਼੍ਰੀ ਖਾਲਸਾ ਪੂਰੇ ਆਨੰਦ ਸਰਮੋਰ। ਸਭ ਤੋਂ ਵੱਡਾ ਨਗਰ ਖਾਲਸੇ ਦਾ ਸ਼੍ਰੋਮਣੀ ਨਗਰ ਹੈ ਸ਼੍ਰੀ ਅਨੰਦਪੁਰ ਸਾਹਿਬ। ਉਹ ਅਨੰਦਪੁਰ ਕੈਸਾ ਏ, ਕਹਿੰਦੇ ਜਿਸ ਅਨੰਦਪੁਰ ਦੇ ਵਿੱਚ ਦਇਆ ਨਿਧ ਸ੍ਰੀ ਸਤਿਗੁਰੂ ਬਸਤ ਸਦਾ ਇਹ ਠੌਰ। ਕਹਿੰਦੇ ਜਿੱਥੇ ਸਦਾ ਹੀ ਦਇਆ ਦੇ ਸਮੁੰਦਰ ਗੁਰੂ ਕਲਗੀਧਰ ਅਕਾਲ ਪੁਰਖ ਜੀ ਅਨੰਦਪੁਰ ਵਿੱਚ ਆਪ ਵਸਦੇ ਨੇ। ਐਵੇਂ ਦਸਵੇਂ ਪਾਤਸ਼ਾਹ ਜੀ ਨੂੰ ਕਹਿੰਦੇ ਤੁਹਾਡਾ ਨਾਮ ਅੱਜ ਤੋਂ ਗੁਰੂ ਗੋਬਿੰਦ ਸਿੰਘ ਤੇ ਤੁਹਾਡਾ ਜਿਹੜਾ ਨਗਰ ਹੈ ਉਹ ਅਨੰਦਪੁਰ ਸਾਹਿਬ ਕਹਿਣਾ ਹੈ। रहत बताई जैसे आप पूरा गाई गुरु। ਤੇ ਜਿਵੇਂ ਪਹਿਲਾਂ ਗੁਰੂ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਰਹਿਤ ਦੱਸੀ ਸੀ, ਪਾਤਸ਼ਾਹ ਪੰਜਾਂ ਪਿਆਰਿਆਂ ਨੂੰ ਕਹਿੰਦੇ ਜਿਵੇਂ ਅਸੀਂ ਖਾਲਸਾ ਜੀ ਤੁਹਾਨੂੰ ਅਸੀਂ ਕੱਲੀ ਕੱਲੀ ਕਰਕੇ ਰਹਿਤ ਦ੍ਰਿੜ ਕਰਾਈ ਹੈ ਨਾ, ਉਸੇ ਤਰ੍ਹਾਂ ਤੁਸੀਂ ਸਾਨੂੰ ਵੀ ਰਹਿਤ ਦ੍ਰਿੜ ਕਰਾਓ। ਇਹ 'ਚ ਸੰਕੋਚ ਨਹੀਂ ਕਰਨਾ।
ਬਿਲਕੁਲ ਸੰਗਣਾ ਨਹੀਂ ਵੀ ਅਸੀਂ ਗੁਰੂ ਨੂੰ ਕਿਵੇਂ ਰਹਿਤ ਦੱਸ ਸਕਦੇ ਹਾਂ। ਤੇ ਮਹਾਰਾਜ ਸਾਹਿਬ ਜੀ ਨੂੰ ਜਿਵੇਂ ਕਰਮਵਾਰ ਕਲਗੀਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਰਹਿਤ ਦ੍ਰਿੜ ਕਰਾਈ ਸੀ, ਉਸੇ ਤਰ੍ਹਾਂ ਰਹਿਤ ਮਰਿਆਦਾ ਦਸਵੇਂ ਪਾਤਸ਼ਾਹ ਨੂੰ ਦੱਸੀ ਗਈ। ਰੀਤ ਜੋ ਚਲਾਈ ਵਿਦਤਾਈ ਸਭ ਚੀਨੇ। ਇਸ ਤਰ੍ਹਾਂ ਮਹਾਰਾਜ ਜੀ ਨੇ ਗੁਰ ਚੇਲਾ ਚੇਲਾ ਗੁਰੂ, ਗੁਰ ਚੇਲੇ ਪਰਚਾ ਪਰਚਾਇਆ ਵੀ ਗੁਰੂ ਚੇਲਾ ਤੇ ਚੇਲਾ ਹੀ ਗੁਰੂ ਦੀ ਮਰਿਆਦਾ, ਖੰਡੇ ਬਾਟੇ ਅੰਮ੍ਰਿਤ ਛਕਣ ਦੀ ਮਰਿਆਦਾ ਮਹਾਰਾਜ ਨੇ ਰੀਤ ਚਲਾ ਦਿੱਤੀ ਹੈ। ਪਾਤਸ਼ਾਹ ਨੇ ਆਪ ਅੰਮ੍ਰਿਤ ਛਕਿਆ ਵੀ ਕੱਲ ਨੂੰ ਕੋਈ ਬਹਾਨਾ ਨਾ ਬਣਾਵੇ ਵੀ ਮਹਾਰਾਜ ਨੇ ਨਹੀਂ ਛਕਿਆ। ਜੇ ਅੰਮ੍ਰਿਤ ਕੋਈ ਜ਼ਰੂਰੀ ਚੀਜ਼ ਹੁੰਦੀ ਤਾਂ ਹੁਣ ਕਿਸੇ ਕੋਲ ਬਹਾਨਾ ਹੀ ਕੋਈ ਨਹੀਂ। ਪੰਜ ਪਿਆਰਿਆਂ ਨੂੰ ਵੀ ਛਕਾਇਆ ਤੇ ਆਪ ਵੀ ਮਹਾਰਾਜ ਸਾਹਿਬ ਜੀ ਨੇ ਛਕਿਆ। ਐਵੇਂ ਜਾਣ ਲਵੋ ਸਤਿਗੁਰਾਂ ਨੇ ਰਹਿਤ ਦ੍ਰਿੜ ਕਰਾਈ ਜੋ। ਪੰਚਨ ਕੋ ਮੇਲ ਪੇਲ ਦੇਹੋ ਸਤਨਾਮ ਲੇਹੋ। ਪੰਜ ਪਿਆਰੇ ਕਹਿੰਦੇ ਮਹਾਰਾਜ ਜੀ ਜਿਹੜਾ ਪੰਜਾਂ ਦਾ ਮੇਲ ਨਹੀਂ ਕਰਨਾ, ਰਾਮ ਰਾਈਏ ਧੀਰ ਮੱਲੀਏ ਕੁੜੀ ਮਾਰ ਮਸੰਦੀਏ ਅਤੇ ਇਸੇ ਤਰ੍ਹਾਂ ਮੀਣੇ, ਇਹਨਾਂ ਦੇ ਨਾਲ ਮਹਾਰਾਜ ਤੁਸੀਂ ਵੀ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਰੱਖਣੀ। ਰਸਿਆ ਕੋ ਕਰੇ ਹੋ ਸਿੱਖ ਸੰਤ ਸਮੁਦਾਇ ਕੋ। ਫਿਰ ਪੰਜ ਪਿਆਰੇ ਦਸਮ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਸਤਨਾਮ ਸਦਾ ਜਪਦੇ ਰਹਿਣਾ ਹੈ, ਸਤਨਾਮ ਦਾ ਅਭਿਆਸ ਕਰਨਾ ਹੈ। ਰਸਿਆ ਕੋ ਕਰਿਓ ਸਿੱਖ ਸੰਤ ਸਮੁਦਾਇ ਕੋ, ਤੇ ਆਪਣੀਆਂ ਸਿੱਖ ਸੰਗਤਾਂ ਦੀ ਆਪਣੇ ਸੰਤਾਂ ਦੀ ਮਹਾਰਾਜ ਸਦਾ ਤੁਸੀਂ ਰੱਖਿਆ ਕਰਨੀ ਹੈ। ਖਾਲਸੇ ਕੇ ਅੰਗ ਸੰਗ ਜੰਗ ਕੋ ਧਰੋ ਨਿਸ਼ੰਗ। ਤੇ ਹੇ ਮਹਾਰਾਜ ਜੀਓ ਆਪਣੇ ਖਾਲਸੇ ਦੇ ਅੰਗ ਸੰਗ ਰਹਿਣਾ ਹੈ ਤੁਸੀਂ ਸਦਾ। ਜਦੋਂ ਵੀ ਨਿਸ਼ੰਗ ਹੋ ਕੇ ਨਿਡਰ ਹੋ ਕੇ ਤੁਹਾਡਾ ਖਾਲਸਾ ਜੰਗ ਜੁੱਧ ਕਰਨ ਜਾਵੇ ਤੇ ਆਪਣੇ ਖਾਲਸੇ ਦੇ ਅੰਗ ਸੰਗ ਸਹਾਈ ਹੋਣਾ ਹੈ, ਵੀ ਹੁਕਮ ਕੀਤਾ। ਅੰਗ ਤੁਰ ਕਾਨ ਤਬ ਹੁਜੀਏ ਸਹਾਈ। ਜਦੋਂ ਮਹਾਰਾਜ ਤੁਹਾਡੇ ਸਿੰਘ ਯਕਾਰੇ ਬੁਲਾਉਂਦੇ ਆ ਤੁਰਕਾਂ ਦੁਸ਼ਟਾਂ ਦਾ ਮਲੇਸ਼ਾਂ ਦਾ ਨਾਸ਼ ਕਰਨ, ਉਦੋਂ ਆਪ ਮਹਾਰਾਜ ਉਹਨਾਂ ਦੇ ਸਹਾਈ ਹੋਣਾ ਹੈ। ਤੁਸੀਂ ਆਪਣੇ ਸਿੱਖਾਂ ਦੇ ਮਦਦਗਾਰ ਬਣਨਾ ਜੰਗ ਸਮੇਂ। ਸਦਾ ਸਕੇਤ ਕੋ ਵਿਸਾਲ ਧਰੋ ਹੇਤ ਕੋ। ਤੇ ਸਦਾ ਮਹਾਰਾਜ ਜੋ ਸ੍ਰੀ ਸਾਹਿਬ ਹੈ ਇਹਦੇ ਨਾਲ ਹਿੱਤ ਰੱਖਣਾ ਹੈ। ਸ੍ਰੀ ਸਾਹਿਬ ਸਦਾ ਗਾਤਰੇ ਪਹਿਨਣੀ ਹੈ। ਅਭਿਆਸ ਨਿਤ ਆਜੁਦ ਸਮੂਹ ਰੇ ਪਕਾਏ। ਜਿਵੇਂ ਮਹਾਰਾਜ ਨੇ ਕਿਹਾ ਸੀ ਨਾ ਪੰਜਾਂ ਨੂੰ ਵੀ ਸ਼ਸਤਰ ਅਭਿਆਸ ਸਦਾ ਕਰਨਾ, ਇਵੇਂ ਪੰਜ ਪਿਆਰੇ ਕਹਿੰਦੇ ਹੇ ਪਾਤਸ਼ਾਹ ਅਭਿਆਸ ਨਿਤ ਆਜਦ ਸਮੂਹ ਰੇ ਪਕਾਏ ਕੋ, ਵੀ ਸਮੂਹ ਜਿੰਨੇ ਵੀ ਸ਼ਸਤਰ ਨੇ ਇਹਨਾਂ ਸ਼ਸਤਰਾਂ ਦਾ ਅਭਿਆਸ ਤੁਸੀਂ ਕਰਦੇ ਰਹਿਣਾ ਹੈ। ਜਿਹੜਾ ਵੀ ਕੋਈ ਦੁਸ਼ਮਣ ਆਵੇ ਤੇ ਸ਼ਸਤਰ ਚਲਾ ਕੇ ਉਹਨੂੰ ਨਾਸ਼ ਕਰਨਾ ਹੈ ਜੰਗ ਜੁੱਧ ਕਰਕੇ। ਸਾਰੇ ਜਗ ਨਾਇਕ ਕੋ ਰਹਿਤ ਬਤਾਏ। ਇਸ ਤਰ੍ਹਾਂ ਜਿਹੜੇ ਸਾਰੇ ਜਗਤ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਸ ਗੁਰੂ ਸਾਹਿਬ ਨੂੰ ਗੁਰੂ ਕੇ ਸਿੱਖਾਂ ਨੇ ਰਹਿਤ ਮਰਿਆਦਾ ਦ੍ਰਿੜ ਕਰਾਈ। ਐਡਾ ਵੱਡਾ ਮਾਣ ਕੋਈ ਦੇ ਸਕਦਾ? ਇੱਥੇ ਤਾਂ ਕਿਸੇ ਦੀ ਥੋੜੀ ਜੀ ਉਮਰ ਵੱਡੀ ਹੋਵੇ ਤੇ ਉਹਨੂੰ ਘੱਟ ਉਮਰ ਵਾਲਾ ਆਖੇ ਨਾ ਵੀ ਆ ਤੁਸੀਂ ਬਾਪੂ ਜੀ ਗਲਤ ਕਰਤਾ, ਉਹ ਕਹਿੰਦਾ ਚੱਲ ਜਾ ਕੇ ਕੰਮ ਕਰ, ਜਿੰਨੀ ਤੇਰੀ ਉਮਰ ਆ ਉਸ ਤੋਂ ਵੱਧ ਤਾਂ ਮੈਂ ਐਤਵਾਰ ਵੇਖੇ ਨੇ। ਉਹ ਕਿਸੇ ਆਪਣੇ ਤੋਂ ਨਿੱਕੇ ਦੀ ਗੱਲ ਨਹੀਂ ਕੋਈ ਅਖਵਾਉਣ ਨੂੰ ਇੱਥੇ ਰਾਜੀ। ਪਰ ਧੰਨ ਨੇ ਕਲਗੀਧਰ ਮਹਾਰਾਜ ਪੰਜਾਂ ਪਿਆਰਿਆਂ ਕੋਲੋਂ ਰਹਿਤ ਸੁਣੀ ਹੈ ਮਹਾਰਾਜ ਜੀ ਨੇ। ਮਹਾਰਾਜ ਸਾਹਿਬ ਨੇ ਜਿਵੇਂ ਪੰਜਾਂ ਪਿਆਰਿਆਂ ਰਹਿਤ ਰੱਖਣ ਲਈ ਕਿਹਾ, ਉਹ ਸਾਰੀ ਗੱਲ ਜਗਤ ਦੇ ਮਾਲਕ ਸਤਿਗੁਰਾਂ ਨੇ ਸੁਣੀ ਹੈ। ਫਤਿਹ ਕੋ ਬੁਲਾਏ ਕਰ ਆਨੰਦ ਉਪਾਏ ਕਉ। ਤੇ ਜਦੋਂ ਰਹਿਤ ਮਰਿਆਦਾ ਦ੍ਰਿੜ ਕਰਾ ਦਿੱਤੀ ਉਸ ਤੋਂ ਬਾਅਦ ਮਹਾਰਾਜ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਤ ਮਰਿਆਦਾ ਦ੍ਰਿੜ ਕਰਾ ਕੇ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਨਾਲ ਫਤਿਹ ਸਾਂਝੀ ਕੀਤੀ ਤੇ ਬੜਾ ਆਨੰਦ ਪੈਦਾ ਹੋਇਆ। ਗੁਰੂ ਤੇਜ ਰਾਸ ਅਰਦਾਸ ਕੋ ਕਰਾਏ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਬਹੁਤ ਭਾਰੀ ਤੇਜ ਹੈ। ਅੰਮ੍ਰਿਤ ਛਕ ਕੇ ਮਹਾਰਾਜ ਨੇ ਆਪਣੀ ਵੀ ਅੰਮ੍ਰਿਤ ਦੀ ਫਿਰ ਪੰਜਾਂ ਪਿਆਰਿਆਂ ਕੋ ਅਰਦਾਸ ਕਰਾਈ ਹੈ ਵੀ ਅਸੀਂ ਅੰਮ੍ਰਿਤ ਛਕਿਆ ਵੀ ਸਾਡਾ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਸੀਸ ਕੋ ਨਿਵਾਏ ਆਏ ਬੈਠੇ ਹੈ ਪ੍ਰਿਯੰਕ। ਤੇ ਬਾਅਦ ਵਿੱਚ ਪੰਜਾਂ ਪਿਆਰਿਆਂ ਨੂੰ ਸਿਰ ਨਵਾ ਕੇ ਝੁਕਾ ਕੇ ਫਤਿਹ ਬੁਲਾ ਕੇ ਕਲਗੀਧਰ ਸਾਹਿਬ ਆਪਣੇ ਤਖਤ ਤੇ ਆਣ ਕੇ ਦੁਬਾਰਾ ਬੈਠ ਗਏ। ਰਹਿਤ ਬਤਾਈ ਪੁੰਨ ਧਰੋ ਸਦਾ ਸਿੰਘ ਮਨ। ਤੇ ਸਿੰਘਾਸਣ ਤੇ ਬੈਠ ਕੇ ਹੋਰ ਮਹਾਰਾਜ ਨੇ ਰਹਿਤ ਮਰਿਆਦਾ ਫਿਰ ਦ੍ਰਿੜ ਕਰਾਈ ਹੈ। ਪਹਿਲਾਂ ਅੰਮ੍ਰਿਤ ਦੀ ਮਰਿਆਦਾ ਪੂਰੀ ਕਰ ਲਈ ਤੇ ਹੋਰ ਤੋਂ ਹੋਰ ਵੀ ਸਿੱਖ ਚੜ੍ਹਦੀ ਕਲਾ ਵਾਲੇ ਹੋਣ। ਕਲਗੀਧਰ ਮਹਾਰਾਜ ਜੀ ਨੇ ਰਹਿਤ ਦ੍ਰਿੜ ਕਰਾਈ ਹੈ। ਸਾਹਿਬ ਕਹਿੰਦੇ ਹੇ ਖਾਲਸਾ ਜੀ, ਹੇ ਗੁਰੂ ਕੇ ਪਿਆਰਿਓ, ਇਹ ਤੁਹਾਨੂੰ ਅਸੀਂ ਹੋਰ ਰਹਿਣੀ ਬਹਿਣੀ ਰਹਿਤ ਮਰਿਆਦਾ ਦੱਸਦੇ ਹਾਂ। ਤੁਸੀਂ ਸਦਾ ਉਹਨੂੰ ਧਾਰਨ ਕਰਨਾ ਹੈ। ਉਹ ਰਹਿਤ ਮਰਿਆਦਾ ਕੀ ਹੈ ਵੀ ਧਰੋ ਸਦਾ ਸਿੰਘ ਮਨ, ਵੀ ਸਦਾ ਸ਼ੇਰ ਵਾਲਾ ਮਨ ਰੱਖਣਾ ਹੈ, ਵੀ ਗਿੱਦੜ ਵਾਲਾ ਮਨ ਨਹੀਂ ਹੋਣਾ ਚਾਹੀਦਾ।
ਜਿਵੇਂ ਸ਼ੇਰ ਹੁੰਦਾ ਹੈ ਨਾ ਨਿਰਭੈ, ਇਦਾਂ ਕਹਿੰਦੇ ਸ਼ੇਰ ਵਰਗੇ ਤਗੜੇ ਹੋ ਕੇ ਰਹਿਣਾ ਹੈ ਮਨ ਕਰਕੇ। ਬੇਸ਼ਵਾ ਸੋ ਰਮਨ ਨਹਿ ਤੀਜੈ ਕਬ ਸ਼ੰਕਰ ਕਰ। ਤੇ ਬੇਸ਼ਵਾ ਦਾ ਮਹਾਰਾਜ ਕਹਿੰਦੇ ਰਮਣ ਨਹੀਂ ਕਰਨਾ, ਪਰਾਏ ਸਰੀਰ ਦਾ ਜਿਹੜਾ ਪਰ ਪੁਰਖ ਪਰ ਨਾਰੀ, ਇਹ ਬੱਜਰ ਕਰਹਿਤਾਂ ਨੇ ਨਾ ਚਾਰ, ਇਹ ਚਾਰ ਬੱਜਰ ਕਰਹਿਤਾਂ ਦ੍ਰਿੜ ਕਰਾਉਂਦੇ ਨੇ ਵੀ ਇਹਨਾਂ ਤੋਂ ਬਚ ਕੇ ਰਹਿਣਾ ਹੈ। ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲੀ ਬੱਜਰ ਕਰੈਤ ਕਿਹੜੀ ਹੈ ਵੀ ਵੇਸ਼ਵਾਗਾਮੀ ਨਹੀਂ ਕਦੀ ਵੀ ਹੋਣਾ, ਵੇਸ਼ਿਆ ਦੇ ਨਾਲ ਕਦੀ ਵੀ ਸਰੀਰਕ ਸੰਪਰਕ ਨਹੀਂ ਕਰਨਾ, ਸ਼ੰਕ ਕਰ, ਸਦਾ ਕਹਿੰਦੇ ਡਰ ਕੇ ਰਹਿਣਾ ਹੈ ਪਰਾਏ ਸਰੀਰਾਂ ਦਾ ਸੰਗ ਕਰਨ ਦੇ ਲਈ। ਸੋਚ ਸੋ ਰਹਿਨ ਉਠ ਪ੍ਰਾਤ ਮੈਂ ਇਸ਼ਨਾਨ ਤਨ। ਫਿਰ ਸੁਚਮਤਾ ਦੇ ਨਾਲ ਰਹਿਣਾ, ਇਹ ਨਹੀਂ ਵੀ ਮੇਰੇ ਕਚਹਿਰੇ ਦੇ ਬਣ ਕੇ ਰਹਿਣਾ। ਸਾਹਿਬ ਜੀ ਕਹਿੰਦੇ ਸਾਵਧਾਨ ਹੋ ਕੇ ਸੋਚ ਸੋ ਰਹਿਣ, ਉਠ ਪ੍ਰਾਤ ਮੈਂ ਇਸ਼ਨਾਨੋ ਤਨ, ਸੁਚਮਤਾ ਦੇ ਨਾਲ ਰਹਿਣਾ ਏ। ਤੇ ਅੰਮ੍ਰਿਤ ਵੇਲੇ ਵੱਡੇ ਤੜਕੇ ਉੱਠ ਕੇ ਜਲ ਦੇ ਨਾਲ ਹੀ ਇਸ਼ਨਾਨ ਕਰਨਾ। ਇਹ ਨਹੀਂ ਆਖਣਾ ਵੀ ਸਾਨੂੰ ਨਹਾਉਣ ਦੀ ਕੀ ਲੋੜ ਹੈ, ਕਈ ਕਹਿੰਦੇ ਵੀ ਨਹਾਉਣ ਦੀ ਕੀ ਲੋੜ ਹੈ, ਇਹਦੇ ਮਨ ਦੀਆਂ ਹੀ ਗੱਲਾਂ ਹਨ। ਮਹਾਰਾਜ ਕਹਿੰਦੇ ਨਹੀਂ ਭਾਈ, ਸੁਚਮਤਾ ਦੀ ਰਹਿਣੀ ਰੱਖਣੀ ਹੈ, ਸਾਫ ਸੁਥਰੇ ਰਹਿਣਾ ਹੈ, ਝੂਠ ਮੀਠ ਨਹੀਂ ਵਰਤਣੀ, ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ। ਸ਼ਸਤਰਨ ਤੇ ਸ਼ੁਸ਼ੋ ਨਹਿ ਰਹੋ ਰਿਪ ਭੰਗ ਕਰ। ਤੇ ਫਿਰ ਨਾਲ ਕਲਗੀਧਰ ਸਾਹਿਬ ਕਹਿੰਦੇ ਸ਼ਸਤਰਾਂ ਤੋਂ ਸ਼ੂਸ਼ੇ ਹੁੰਦਾ ਖਾਲੀ, ਕਦੀ ਸ਼ਸਤਰਾਂ ਤੋਂ ਹੀਣੇ ਨਹੀਂ ਰਹਿਣਾ, ਸਦਾ ਸ਼ਸਤਰ ਧਾਰਨ ਕਰਨੇ ਨੇ ਸਰੀਰ ਦੇ ਉੱਤੇ, ਸਦਾ ਸ਼ਸਤਰ ਸਜਾ ਕੇ ਰੱਖਣੇ ਨੇ, ਰਿਪ ਭੰਗ ਕਰ। ਤੇ ਜਿਹੜਾ ਕੋਈ ਵੈਰੀ ਚੜ ਕੇ ਆ ਜਾਵੇ ਉਹ ਤੋਂ ਡਰਨਾ ਨਹੀਂ ਹੈ, ਸ਼ਸਤਰ ਮਾਰ ਕੇ ਵੈਰੀ ਦਾ ਨਾਸ਼ ਕਰਨਾ ਏ। ਕੇਸ ਕਸ਼ ਕਰਦ ਗੁਰੂ ਕੀ ਤੀਨ ਮੁੰਦਰਾ ਇਹ। ਮਹਾਰਾਜ ਕਹਿੰਦੇ ਜਿਹੜੇ ਕੇਸ ਨੇ ਇਹ ਸਾਬਤ ਰੱਖਣੇ ਹਨ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਸਰੀਰ ਤੇ, ਕੇਸਾਂ ਦਾ ਅਦਬ ਰੱਖਣਾ ਹੈ। ਕਸ਼ ਸਦਾ ਕਸ਼ਹਿਰਾ ਪਹਿਨ ਕੇ ਰੱਖਣਾ ਹੈ, ਜਦੋਂ ਇਸ਼ਨਾਨ ਕਰਨਾ ਹੈ ਗਿੱਲੇ ਕਸ਼ਹਿਰੇ ਦਾ ਇੱਕ ਪੌਂਚਾ ਲਾਉਣਾ ਹੈ ਅਤੇ ਸੁੱਕੇ ਦਾ ਇੱਕ ਪਾਉਣਾ ਹੈ, ਫਿਰ ਗਿੱਲੇ ਦਾ ਦੂਸਰਾ ਲਾਉਣਾ ਹੈ ਤੇ ਸੁੱਕੇ ਦਾ ਦੂਸਰਾ ਪਾ ਕੇ ਵੀ ਕਸ਼ਹਿਰਾ ਜਿਹੜਾ ਹੈ ਉਹ ਲੱਕ ਦੇ ਨਾਲ ਬੰਨ੍ਹ ਕੇ ਰੱਖਣਾ ਹੈ। ਕੇਸਾਂ ਦਾ ਅਦਬ, ਕੰਘਾ ਕੇਸਾਂ 'ਚ 2 ਵਕਤ ਕਰਨਾ ਹੈ, ਕੰਘਾ ਦੋਨੋਂ ਵਕਤ ਕਰ, ਪਾਗ ਚੁਨੇ ਕਰ ਬਾਂਧਈ, ਅੰਮ੍ਰਿਤ ਵੇਲੇ ਵੀ ਤੇ ਪਿਛਲੇ ਪੈਰ ਵੀ 2 ਵਾਰਾਂ ਕੰਘਾ ਕਰਕੇ 2 ਵਾਰਾਂ ਦਮਾਲਾ ਦਸਤਾਰ ਚੁਣ ਕੇ ਸਜਾਉਣੀ ਹੈ, ਤਿਆਰ ਬਰ ਤਿਆਰ ਹੋ ਕੇ ਰਹਿਣਾ ਹੈ। ਕੇਸ ਜਿਹੜੇ ਕੰਘੇ ਦੇ ਵਿੱਚ ਆਏ ਹੋਣ ਉਹ ਸੰਭਾਲ ਕੇ ਰੱਖਣੇ ਨੇ, ਉਹਨਾਂ ਨੂੰ ਪੈਰਾਂ ਦੇ ਵਿੱਚ ਨਹੀਂ ਰੁਲਣ ਦੇਣਾ, ਇਹ ਨਹੀਂ ਵੀ ਘਰ ਦੇ ਵਿਹੜੇ ਵਿੱਚ ਰੁਲਦੇ ਹੋਣ, ਨਾਲੀਆਂ 'ਚ ਰੁਲਦੇ ਹੋਣ, ਕੇਸਾਂ ਨੂੰ ਸੰਭਾਲ ਕੇ ਰੱਖਣਾ ਹੈ, ਕੇਸਾਂ ਦਾ ਅਦਬ ਕਰਨਾ। ਅਤੇ ਫਿਰ ਕਸ਼ਹਿਰਾ ਜਿਹੜਾ ਹੈ ਉਹ ਸਦਾ ਪਹਿਨ ਕੇ ਰੱਖਣਾ ਹੈ। ਫਿਰ ਕਸ਼ਹਿਰਾ ਚਿੱਟੇ ਰੰਗ ਦਾ ਹੋਵੇ, ਜਾਂ ਰੰਗ ਬਰੰਗੇ ਜੇ ਕੱਛੇ ਜੇ ਤੇ ਹੋ ਸਕਦੇ, ਕਸ਼ਹਿਰਾ ਚਿੱਟਾ ਹੀ ਹੈ ਜਦ ਸਤ ਦੀ ਨਿਸ਼ਾਨੀ, ਕਿਉਂਕਿ ਚਿੱਟਾ ਰੰਗ ਤਾਂ ਦਿੱਤਾ ਨਾ, ਚਿੱਟੇ ਦੇ ਲੱਗਿਆ ਦਾਗ ਦਿਖ ਜਾਂਦਾ। ਤੇ ਮਹਾਰਾਜ ਨੇ ਇਹ ਜਣਾਇਆ ਵੀ ਵੇਖ ਲਓ ਚਿੱਟੇ ਦੇ ਲੱਗਿਆ ਦਾਗ ਦਿਖ ਜਾਂਦਾ ਹੈ, ਜਤ ਸੱਚ ਕਾਇਮ ਰਿਓ, ਨਹੀਂ ਤੇ ਦਾਗ ਮਿਟਣਾ ਨਹੀਂ ਜੀ। ਇਹ ਮਰਿਆਦਾ ਹੈ। ਕਈ ਕਹਿੰਦੇ ਨਹੀਂ ਜੀ ਭਰਮ ਨਹੀਂ ਕਰਨਾ ਚਾਹੀਦਾ, ਕੋਈ ਵੀ ਰੰਗ ਹੋ ਸਕਦਾ, ਨਹੀਂ, ਕਸ਼ਹਿਰਾ ਚਿੱਟੇ ਰੰਗ ਦਾ ਇਹ ਮਰਿਆਦਾ ਹੈ। ਤੇ ਫਿਰ ਨਾਲ ਹੀ ਸਾਹਿਬ ਜੀ ਕਹਿੰਦੇ ਕਰਦ ਕਿਰਪਾਨ ਸਦਾ ਗਾਤਰੇ ਰੱਖਣੀ ਹੈ। ਗੁਰੂ ਕੀ 3 ਮੁਦਰਾ, ਇਹ 3 ਗੁਰੂ ਦੀਆਂ ਮੋਹਰਾਂ ਹਨ, ਕੇਸ, ਕਸ਼ਹਿਰਾ ਤੇ ਕਿਰਪਾਨ। ਜਦੋਂ ਇਹਦੇ ਨਾਲ 2 ਹੋਰ ਜੋੜ ਦਈਦੇ ਨੇ, ਇੱਕ ਕੰਘਾ ਅਤੇ ਇੱਕ ਕੜਾ, ਫਿਰ ਇਹ 5 ਕਕਾਰ ਬਣ ਜਾਂਦੇ ਨੇ। ਇਹ 3 ਮੋਹਰਾਂ ਵੀ ਨੇ ਗੁਰੂ ਦੀਆਂ, ਤੇ 2 ਜੋੜ ਕੇ ਕੜਾ ਅਤੇ ਕੰਘਾ ਯਾਦ ਕੇ ਫਿਰ 5 ਕਕਾਰ ਬਣ ਜਾਂਦੇ ਹਨ। ਇਹਨਾਂ ਨੂੰ ਧਾਰਨ ਕਰਕੇ ਰੱਖਣਾ ਹੈ। ਨਹੀਂ ਤੇ ਕਈ ਕੀ ਕਰਦੇ ਵੀ ਕਕਾਰ ਵੀ ਅੱਜ ਕੱਲ੍ਹ ਇੱਦਾਂ ਦੇ ਹੀ ਹੁੰਦੇ ਨੇ ਵੀ ਉਹ ਨਾ ਮਾਤਰ ਜੇ ਕਕਾਰ ਕਹਿਣ ਨੂੰ ਕਕਾਰ ਹੁੰਦੇ ਨੇ, ਨਿਗਾਹ ਜਾਂ ਕੰਘਾ ਲੈ ਲੈਂਦੇ ਨੇ, ਉਹਦੇ ਉੱਤੇ ਨਿੱਕੀ ਜਿਹੀ ਕਿਰਪਾਨ ਲੱਗੀ ਹੁੰਦੀ ਹੈ। ਜੇ ਇਸੇ ਕਰਕੇ ਕਈ ਫਿਰ ਨਾ ਗਿਆਨੀ ਮਖੌਲ ਕਰਦੇ ਆ, ਤੇ ਉਹ ਫਿਰ ਕਥਾ ਦੇ ਵਿੱਚ ਫਿਰ ਉਹ ਦੱਸਦੇ ਨੇ ਲੋਕਾਂ ਦੀ ਹਾਲਤ। ਕਹਿੰਦੇ ਇੱਕ ਵਾਰ ਕੀ ਹੋਇਆ ਵੀ ਇੱਕ ਕੋਈ ਅੰਮ੍ਰਿਤ ਛਕਣਾ ਸੀ, ਦੁਕਾਨ 'ਤੇ ਗਿਆ, ਕਹਿੰਦਾ ਵੀ ਕੰਘਾ ਦਿਓ, ਉਹ ਕਹਿੰਦਾ ਵੀ ਆ ਲਓ 2, ਕਹਿੰਦਾ ਵੀ ਇਹ ਕਿੰਨੇ ਦਾ? 2 ਰੱਖਦੇ ਉਹਨੇ ਅੱਗੇ, ਕਹਿੰਦਾ ਇਹ 5 ਪੈਸੇ ਦਾ, ਇਹ 10 ਪੈਸੇ ਦਾ। ਪੁਰਾਣੀ ਗੱਲ ਹੈ ਨਾ ਤਾਂ। ਉਹ ਕਹਿੰਦਾ ਵੀ ਇਹ 5 ਪੈਸੇ ਦਾ ਕਿਉਂ ਤੇ ਇਹ 10 ਪੈਸੇ ਦਾ ਕਿਉਂ? ਕਹਿੰਦਾ ਵੀ ਜਿਹੜਾ 5 ਪੈਸੇ ਵਾਲਾ ਇਹ ਤਾਂ ਇਕੱਲਾ ਹੀ ਕੰਘਾ ਏ, ਤੇ ਜਿਹੜਾ 10 ਪੈਸੇ ਵਾਲਾ ਇਹਦੇ ਨਾਲ ਕਹਿੰਦਾ ਨਿੱਕੀ ਜਿਹੀ ਕਿਰਪਾਨ ਵੀ ਲੱਗੀ ਹੈ। ਉਹ ਕਹਿੰਦਾ ਇਉਂ ਕਰ, ਮੇਰੇ ਕੋਲ 15 ਪੈਸੇ ਲੈ ਲਾ ਤੇ ਕਸ਼ਹਿਰਾ ਵੀ ਇਹਦੇ ਵਿੱਚ ਹੀ ਫਿੱਟ ਕਰ ਦੇ। ਆਹ ਤਾਂ ਸਾਡੀ ਹਾਲਤ ਹੋਈ ਪਈ ਹੈ। ਕੰਘਾ ਵੀ ਕਸ਼ਹਿਰਾ ਵੀ ਸਾਨੂੰ ਪਾਉਣਾ ਹੀ ਨਾ ਪਏ। ਨਿੱਕੇ ਨਿੱਕੇ ਕਈ ਗੱਲ ਦੇ ਵਿੱਚ ਹੀ ਕਹਿੰਦੇ ਵੀ ਅਸੀਂ ਸ਼ਸਤਰ ਪਾਏ ਨੇ, ਨਿੱਕੇ ਨਿੱਕੇ ਗੱਲ ਦੇ ਵਿੱਚ ਪਾਈ ਫਿਰਨਗੇ, ਵੱਡੀ ਕਿਰਪਾਨ ਨਹੀਂ ਹੁੰਦੀ। ਹਾਂ, ਕੇਸਾਂ ਵਿੱਚ ਛੋਟੇ ਸ਼ਸਤਰ 5 ਰੱਖਦੇ ਨੇ ਸਿੰਘ ਸਾਹਿਬ ਗੁਰੂ ਕੇ ਖਾਲਸੇ। ਉਹ ਤਾਂ ਰੱਖਦੇ ਨੇ ਵੀ ਵੱਡੀ ਸ੍ਰੀ ਸਾਹਿਬ ਜੇ ਕਿਤੇ ਲੱਥ ਜਾਵੇ,
ਭੁਲੇਖੇ ਨਾਲ ਵੀ ਤਾਂ ਉਹਦਾ ਪਾਪ ਨਾ ਲੱਗੇ। ਇੰਨਾ ਡਰਦੇ ਨੇ ਵੀ ਕਕਾਰ ਅਲਗ ਹੋਣ ਦਾ ਪਾਪ ਨਾ ਲੱਗੇ, ਇਸ ਕਰਕੇ ਕੇਸਾਂ ਦੇ ਸ਼ਸਤਰ ਰੱਖਦੇ ਨੇ। ਪਰ ਉਹਦਾ ਮਤਲਬ ਇਹ ਨਹੀਂ ਵੀ ਹੁਣ ਕੇਸਾਂ 'ਚ ਰੱਖ ਲਏ ਜਾਂ ਗਲ 'ਚ ਪਾ ਲਈ ਕਿਰਪਾਨ ਵੀ ਅਸੀਂ ਗਾਤਰੇ ਨਹੀਂ ਪਾਉਣੀ, ਨਹੀਂ, ਸ਼ਸਤਰ ਧਾਰਨ ਕਰਕੇ ਰੱਖਣੇ ਨੇ। ਇਸ ਤਰ੍ਹਾਂ ਦੀ ਮਰਿਆਦਾ ਵੀ ਵਿੱਚੋਂ ਦੀ ਚੱਲ ਗਈ ਸੀ ਵੀ ਕਈਆਂ ਦੇ ਅੰਮ੍ਰਿਤ ਛਕਾ ਤੇ ਕਛਹਿਰੇ ਨਹੀਂ ਸੀ ਲੋਕ ਜ਼ਿਆਦੇ ਆ ਕੇ ਕਹਿੰਦੇ ਕੋਈ ਨਹੀਂ ਕਛਹਿਰੇ ਘਰੇ ਜਾ ਕੇ ਪਾ ਲਿਓ ਅੰਮ੍ਰਿਤ। ਤੇ ਕਹਿੰਦੇ ਜੀ ਭੀੜ ਬੜੀ, ਸਾਡੀ ਵਾਰੀ ਕਦੋਂ ਆਊ? ਕਈਆਂ ਨੂੰ ਤਾਂ ਬੋਤਲਾਂ 'ਚ ਪਾ ਕੇ ਦੇਤਾ ਵੀ ਤੁਸੀਂ ਘਰੇ ਜਾ ਕੇ ਛਕ ਲਿਓ। ਇਹ ਤਾਂ ਮਹਾਰਾਜ ਸਾਹਿਬ ਨੇ ਹੁਣ ਕਿਰਪਾ ਕੀਤੀ ਵੀ ਹੋ ਸਕਦਾ ਵੀ ਇਦਾਂ ਕਿਤੇ ਨਾ ਹੀ ਹੋਵੇ, ਪਰ ਇਦਾਂ ਦਾ ਕੰਮ ਸ਼ੁਰੂ ਹੋ ਗਿਆ ਸੀ, ਬੜਾ ਢਿੱਲਾ ਜਿਹਾ ਪਹਿਰਾ। ਤੇ ਮਹਾਰਾਜ ਸਾਹਿਬ ਜੀ ਇੱਥੇ ਰਹਿਤ ਦ੍ਰਿੜ ਕਰਾ ਰਹੇ ਨੇ ਸਾਨੂੰ। ਰਹਿਤ ਤੋਂ ਹੀ ਸਾਰੀ ਖੇਡ ਵਰਤਦੀ ਹੈ, ਜੇ ਰਹਿਤ ਨਹੀਂ ਹੋਵੇਗੀ ਫਿਰ ਕੁਝ ਵੀ ਨਹੀਂ ਸਾਡੇ ਪੱਲੇ। ਹਾਂਜੀ, ਮਹਾਰਾਜ ਸਾਹਿਬ ਕਹਿੰਦੇ ਨੇ ਵੀ ਸਦਾ ਹੀ ਸ਼ਸਤਰ ਧਾਰੀ ਹੋ ਕੇ ਰਹਿਣਾ ਹੈ। ਕੇਸ, ਕਛਹਿਰਾ, ਕਿਰਪਾਨ, ਕੜਾ ਤੇ ਕੰਘਾ, ਇਹਨਾਂ ਤੋਂ ਕਦੀ ਵੀ ਰਹਿਤ ਨਹੀਂ ਹੋਣਾ। ਪਾਸੇ ਨਾ ਦੂਰ ਕਰੋ ਸਦਾ ਅੰਗ ਸੰਗ ਧਾਰ। ਆਪਣੇ ਪਾਸ ਤੋਂ ਕਹਿੰਦੇ ਦੂਰ ਨਹੀਂ ਕਰਨਾ। ਇਹ ਨਹੀਂ ਵੀ ਜਾਂਦਿਆਂ ਕਿਰਪਾਨ ਕਿੱਲੀ ਤੇ ਟੰਗੀ ਹੋਵੇ, ਪੱਗ ਲਾ ਕੇ ਕਿਤੇ ਮਾਰੀ ਹੋਵੇ, ਕਛਹਿਰਾ ਕਿਤੇ ਹੋਵੇ ਤੇ ਕੰਘਾ ਕਿਤੇ ਹੋਵੇ। ਕਈ ਜਾ ਕੇ ਚਾਦਰਾ ਜਿਹਾ ਬੰਨ ਲੈਂਦੇ ਨੇ, ਕਹਿੰਦੇ ਵੀ ਇਹ ਅਸੀਂ ਤੇ ਘਰੇ ਇਦਾਂ ਹੀ ਰਹਿੰਦੇ ਆ। ਮਹਾਰਾਜ ਕਹਿੰਦੇ ਆਪਣੇ ਪਾਸ ਤੋਂ ਇਹਨਾਂ ਪੰਜਾਂ ਕਕਾਰਾਂ ਦਾ ਕਦੀ ਵੀ ਤਿਆਗ ਨਹੀਂ ਕਰਨਾ, ਸਦਾ ਅੰਗ ਸੰਗ। ਅੰਗ ਸੰਗ ਦਾ ਭਾਵ ਹੁੰਦਾ ਆਪਣੇ ਅੰਗਾਂ ਦੇ ਨਾਲ ਲਗਾ ਕੇ ਰੱਖਣੇ ਪੰਜੇ ਕਕਾਰ। ਬਾਜੇ ਸੁਰ ਲੋਕ ਮੈਂਦ ਮਾਮੇ ਗੁਰੂ ਫਤਿਹ ਸੁਣ। ਏਦਾਂ ਹੁਣ ਜਦੋਂ ਮਹਾਰਾਜ ਰਹਿ ਦ੍ਰਿੜ ਕਰਾ ਰਹੇ ਨੇ ਤੇ ਦੇਵ ਲੋਕ ਵਿੱਚ ਵੀ ਖੁਸ਼ੀਆਂ ਫੈਲ ਗਈਆਂ। ਉਹ ਕਦੋਂ ਫੈਲੀਆਂ? ਜਦੋਂ ਅੰਮ੍ਰਿਤ ਛਕ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਤਿਹ ਬੁਲਾਈ ਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮਹਾਰਾਜ ਦੀ ਫਤਿਹ ਸੁਣ ਕੇ ਦੇਵ ਲੋਕ ਦੇ ਵਿੱਚ ਵੀ ਨਗਾਰੇ ਵੱਜ ਗਏ। ਦੇਵਤੇ ਵੀ ਕਹਿੰਦੇ ਬੜੇ ਖੁਸ਼ ਹੋਏ। ਮੰਗਲ ਕੁਲਾਹਲ ਅਨੇਕ ਵਿਧ ਹੋਏ, ਅਨੇਕ ਤਰ੍ਹਾਂ ਦੇ ਉਹਨਾਂ ਵੀ ਖੁਸ਼ੀਆਂ, ਮੰਗਲ ਕੁਲਾਹਲ ਕੀਤੇ, ਨਗਾਰੇ ਵਜਾਏ ਨੇ, ਖੁਸ਼ੀ ਦੇ ਗੀਤ ਗਾਏ ਦੇਵਪੁਰੀ ਵਿੱਚ। ਰਹਿਓ ਜਗ ਧਰਮ ਕਰਮ ਹੋਮ ਜਗ ਆਦਿ ਤੋਂ। ਆਪਸ ਵਿੱਚ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਪੰਥ ਸਾਜ ਦਿੱਤਾ ਹੈ ਨਾ ਅੰਮ੍ਰਿਤ ਛਕਾ ਕੇ ਖੰਡੇ ਬਾਟੇ ਦਾ, ਕਹਿੰਦੇ ਹੁਣ ਇਹ ਖਾਲਸੇ ਕਰਕੇ ਜਗਤ ਵਿੱਚ ਧਰਮ ਕਾਇਮ ਰਹਿ ਜਾਵੇਗਾ। ਜਿੱਥੇ ਖਾਲਸੇ ਕਰਕੇ ਧਰਮ ਕਾਇਮ ਰਹੇਗਾ ਉੱਥੇ ਕਹਿੰਦੇ ਵੀ ਸਾਡਾ ਵੀ ਜਿਹੜਾ ਹੋਮ ਜਗ ਕਰਮ ਚੱਲਦਾ ਇਹ ਵੀ ਚੱਲਦਾ ਰਹੂ, ਸਾਡੇ ਮੰਦਿਰ ਵੀ ਇਹਨਾਂ ਕਰਕੇ ਹੀ ਬਚਣਗੇ। ਤੁਰਕ ਵਿਨਾਸ਼ਤਾ ਕੋ ਪਾਏ ਸਭ ਕੋਏ ਹੈ। ਤੇ ਜਿਹੜੇ ਤੁਰਕ ਜ਼ੁਲਮ ਕਰਦੇ ਨੇ ਮਜਲੂਮਾਂ ਤੇ, ਉਹ ਨਾਸ਼ ਵੀ ਇਹ ਗੁਰੂ ਮਹਾਰਾਜ ਦੇ ਖਾਲਸੇ ਦੇ ਕੋਲ ਹੀ ਹੋਣਗੇ। ਗੁਰੂ ਨੇ ਐਸਾ ਪੰਥ ਰਚ ਦਿੱਤਾ ਏ, ਇਹ ਸਾਰੇ ਜਿਹੜੇ ਤੁਰਕ ਹਨ ਇਹ ਹੁਣ ਨਾਸ ਹੋ ਜਾਣਗੇ। ਜਗਤ ਦੇ ਵਿੱਚ ਕਰਮ ਧਰਮ ਸਾਰੇ ਬਚ ਜਾਣਗੇ। ਪ੍ਰਗਟਿਓ ਸੋ ਪੰਥ ਗ੍ਰੰਥ ਵਿਦਿਤੈ ਭਗਤ ਨਿਤ। ਏਦਾਂ ਕਹਿੰਦੇ ਮਹਾਰਾਜ ਸਾਹਿਬ ਜੀ ਨੇ ਗ੍ਰੰਥ ਤੇ ਪੰਥ ਪ੍ਰਗਟ ਕਰ ਦਿੱਤਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਦਸੀ ਪ੍ਰੇਮਾ ਭਗਤੀ ਜਗਤ ਦੇ ਵਿੱਚ ਸਦਾ ਹੀ ਪ੍ਰਗਟ ਹੋਵੇਗੀ। ਸ਼ਾਂਤ ਬਰਤਾਏ ਕੈ ਧਰਾ ਕੋ ਭਾਰ ਖੋਏ ਹੈ। ਇਹਦਾ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਪੰਥ ਪ੍ਰਗਟ ਕਰ ਦਿੱਤਾ ਇਹ ਨਾ, ਸ਼ਾਂਤੀ ਵਰਤਾ ਕੇ ਗੁਰੂ ਦਾ ਪੰਥ ਧਰਤੀ ਦਾ ਕਹਿੰਦੇ ਭਾਰ ਦੂਰ ਕਰੇਗਾ, ਭਾਵ ਵੀਰ ਰਸੀ ਕੰਮ ਕਰੇਗਾ। ਕਈ ਲੋਕ ਕਹਿੰਦੇ ਨੇ ਵੀ ਸ਼ਾਂਤੀ ਲੜਨਾ ਨਹੀਂ ਚਾਹੀਦਾ। ਸਾਧ ਸੰਗਤ, ਸ਼ਾਂਤੀ ਅਸਲ ਵਿੱਚ ਜੰਗ ਵਿੱਚੋਂ ਹੀ ਆਉਂਦੀ ਹੈ। ਜੰਗ ਹੋਏ ਤੋਂ ਸ਼ਾਂਤੀ ਹੁੰਦੀ। ਜਿੰਨਾ ਚਿਰ ਕਿਸੇ ਨੂੰ ਕਰਾਰੇ ਹੱਥ ਨਾ ਵਿਖਾਈਏ ਉਹਨਾਂ ਚਿਰ ਸਾਹਮਣੇ ਵਾਲਾ ਹਟਦਾ ਨਹੀਂ ਹੈ ਅੱਟੇ ਫਾਹੇ ਦੇ ਲੈਣੋਂ। ਤੇ ਇਹ ਦੇਵਤੇ ਕਹਿੰਦੇ ਨੇ, ਕਹਿੰਦੇ ਗੁਰੂ ਕਲਗੀਧਰ ਨੇ ਖਾਲਸਾ ਪੈਦਾ ਕਰਤਾ, ਕਹਿੰਦੇ ਵੀ ਇਹ ਖਾਲਸਾ ਹੁਣ ਵੀਰ ਰਸੀ ਯੁੱਧ ਕਰੇਗਾ ਤੇ ਧਰਤੀ ਤੇ ਸ਼ਾਂਤੀ ਵਰਤਾਵੇਗਾ। ਅਪਸਰਾ ਨਾਚ ਕਰੈ ਹਿਰਦੈ ਦੇਵ ਮੋਦ ਧਰ। ਇਹ ਦੇਵਤੇ ਖੁਸ਼ ਹੋ ਰਹੇ ਨੇ। ਦੇਵਤਿਆਂ ਦੀਆਂ ਘਰ ਵਾਲੀਆਂ ਵੀ ਕਹਿੰਦੇ ਵੀ ਬੜੇ ਚਾਅ ਦੇ ਨਾਲ ਨੱਚ ਰਹੀਆਂ ਨੇ ਵੀ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ ਏ। ਕੌਤਕ ਅਨੇਕ ਤੇ ਵਿਨੋਦਤ ਸਮੋਏ ਹੈ। ਇਸ ਪ੍ਰਕਾਰ ਦੇ ਨਾਲ ਆਨੰਦ ਵਿੱਚ ਸਮਾ ਰਹੇ ਨੇ। ਕਈ ਤਰ੍ਹਾਂ ਦੇ ਦੇਵਤਿਆਂ ਨੇ ਵੀ ਕੌਤਕ ਕੀਤੇ ਹਨ। ਗੁਰੂ ਟਿਗ ਤਾਹੀ ਦਿਨ ਆਵਤ ਕਰਾ ਗਨ। ਫਿਰ ਮਹਾਰਾਜ ਸਾਹਿਬ ਜੀ ਦੇ ਪਾਸ ਉਦਣ ਹੀ ਵਿਸਾਖੀ ਦੇ ਦਿਹਾੜੇ ਤੇ ਅਨੇਕਾਂ ਗੁਰਸਿੱਖਾਂ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਾ ਕੇ ਲਿਆਂਦੀਆਂ ਹਨ। ਹੋਤ ਅਰਦਾਸ ਵਰਤਾਵੇ ਚਿਤ ਚਾਇ ਕਰ। ਅਰਦਾਸ ਹੋਈ ਹੈ। ਅਰਦਾਸ ਹੋਣ ਤੋਂ ਬਾਅਦ ਬੜੇ ਚਾਅ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਸਭ ਨੂੰ ਖੁੱਲੀ ਵਰਤਾਈ ਗਈ ਹੈ। ਕਾਸ਼ ਪਹਿਰੀਜੀ ਹੈ ਰਹਿਤ ਗੁਰ ਧੀਜੀ ਹੈ। ਦੁਬਾਰਾ ਫੇਰ ਮਹਾਰਾਜ ਦ੍ਰਿੜਤਾ ਕਰਾਉਂਦੇ ਨੇ। ਕਹਿੰਦੇ ਖਾਲਸਾ ਜੀ ਸਾਰਿਆਂ ਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਵੀ ਸਾਰੇ ਹੁਣ ਕਛਹਿਰੇ ਪਹਿਨਣਾ ਕਰੋ। ਕਛਹਿਰੇ ਪਾ ਕਰਕੇ, ਹਾਂਜੀ
ਕਾਸ਼ ਪਹਿ ਰੀਜੀਐ ਰਹਿਤ ਗੁਰ ਧੀਜੀਐ। ਤੇ ਰਹਿਤ ਮਹਾਰਾਜ ਕਹਿੰਦੇ ਜਿਹੜੀ ਅਸੀਂ ਦੱਸ ਰਹੇ ਹਾਂ, ਇਹ ਰਹਿਤ ਮਰਿਆਦਾ ਧਾਰਨ ਕਰੋ ਤੇ ਕਸ਼ਹਿਰੇ ਪਾ ਕੇ ਤਿਆਰ ਬਰ ਤਿਆਰ ਹੋ ਜਾਵੋ। ਨਾਮ ਕੁਝ ਪੀਜੀਐ ਜਹਾਜ ਗੁਰ ਪਾਏ ਕਰ। ਸਦਾ ਨਾਮ ਜਪਣਾ ਹੈ, ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਦਾ ਅਭਿਆਸ ਕਰੋ, ਜਹਾਜ ਗੁਰ ਪਾਏ ਕਰ। ਗੁਰੂ ਦੇ ਜਹਾਜ਼ੇ ਚੜ੍ਹ ਕੇ ਅੰਮ੍ਰਿਤ ਛਕਣ ਨੂੰ ਸਿੱਖ ਕਹਿੰਦੇ ਜਹਾਜ਼ੇ ਚੜ੍ਹ ਗਏ ਆ। ਕਲਗੀਧਰ ਜੀ ਕਹਿੰਦੇ ਗੁਰੂ ਦੇ ਅੰਮ੍ਰਿਤ ਦਾ ਜਹਾਜ਼ ਪਾ ਕੇ ਗੁਰੂ ਦੇ ਜਹਾਜ਼ੇ ਚੜ੍ਹ ਕੇ ਸਦਾ ਨਾਮ ਜਪਦੇ ਰਹੋ। ਰਾਖਨੀ ਰਹਿਤ ਸੁਧ ਸਿੱਖੀ ਕੇ ਸਹਿਤ ਸਿੱਖ। ਸਦਾ ਮਹਾਰਾਜ ਜੀ ਕਹਿੰਦੇ ਵੀ ਸ਼ੁੱਧਤਾ ਦੇ ਨਾਲ ਰਹਿਣਾ ਹੈ, ਰਹਿਤ ਮਰਿਆਦਾ ਸਦਾ ਰੱਖਣੀ ਹੈ, ਸਿੱਖੀ ਦੇ ਨਾਲ ਮੇਰਾ ਸਿੱਖ ਪਿਆਰ ਰੱਖੇ। ਮੇਰੋ ਸਿਰ ਤਾਜ ਸੋਈ ਸੰਸੈ ਹੁ ਨ ਕਾਇ ਕਰ। ਕਲਗੀਧਰ ਮਹਾਰਾਜ ਕਹਿੰਦੇ ਜਿਹੜਾ ਸਿੱਖੀ ਦੀ ਮਰਿਆਦਾ ਦ੍ਰਿੜ ਰੱਖੇਗਾ ਉਹ ਮੇਰੇ ਸਿਰ ਦਾ ਤਾਜ ਹੈ। ਭਾਵ ਕਿ ਉਹ ਜਿਹੜਾ ਸਿੱਖ ਹੈ ਨਾ, ਮੇਰਾ ਸ਼੍ਰੋਮਣੀ ਸਿੱਖ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਜਿਹੜਾ ਮਰਿਆਦਾ 'ਚ ਕਾਇਮ ਰਹੇਗਾ ਨਾ, ਮਹਾਰਾਜ ਕਹਿੰਦੇ ਉਹ ਮੇਰਾ ਪਿਆਰਾ ਸਿੱਖ ਹੈ, ਉਹ ਮੇਰਾ ਸ਼੍ਰੋਮਣੀ ਸਿੱਖ ਹੈ। ਅੰਮ੍ਰਿਤ ਕੋ ਪਾਨ ਕਰ ਅੰਮ੍ਰਿਤ ਧਿਆਨ ਧਰ। ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਵੀ ਰਹਿਤ ਮਰਿਆਦਾ ਦੇ ਵਿੱਚ ਕਾਇਮ ਰਹੋ, ਮੇਰੋ ਸਰਤਾਜ ਸੋਏ ਸੰਸੇ ਹੋਣਾ ਕਾਇ ਕਰ। ਤੇ ਕਿਸੇ ਤਰ੍ਹਾਂ ਦਾ ਮਹਾਰਾਜ ਕਹਿੰਦੇ ਸੰਸਾ ਨਹੀਂ ਕਰਨਾ। ਅਮਰ ਸਰੂਪ ਹੋਇ ਅੰਮ੍ਰਿਤ ਕੋ ਪਾਨ, ਅੰਮ੍ਰਿਤ ਕੋ ਪਾਨ ਕਰ ਅੰਮ੍ਰਿਤ ਧਿਆਨ ਧਰ। ਪਾਤਸ਼ਾਹ ਜੀ ਕਹਿੰਦੇ ਵੀ ਇਦਾਂ ਅੰਮ੍ਰਿਤ ਛਕੋ ਸਾਰੇ, ਤੇ ਅੰਮ੍ਰਿਤ ਛਕ ਕੇ ਅੰਮ੍ਰਿਤ ਦਾ ਹੀ ਧਿਆਨ ਧਰੋ, ਭਾਵ ਵਾਹਿਗੁਰੂ ਦਾ ਧਿਆਨ ਧਰੋ ਆਪਣੇ ਅੰਦਰ। ਅਮਰ ਸਰੂਪ ਹੋਏ ਸੁਦਾਸਰ ਨਾਏ ਕਰ। ਤੇ ਅੰਮ੍ਰਿਤ ਛਕ ਕੇ ਕਲਗੀਧਰ ਸਾਹਿਬ ਕਹਿੰਦੇ ਅਮਰ ਸਰੂਪ ਮੁਕਤ ਸਰੂਪ ਹੋ ਜਾਓ। ਤੇ ਹੇ ਸਿੱਖੋ ਜਿਹੜਾ ਅੰਮ੍ਰਿਤ ਛਕੇ ਉਹ ਸੁਦਾਸਰ ਅੰਮ੍ਰਿਤਸਰ ਸਰੋਵਰ ਵਿੱਚ ਜਾ ਕੇ ਇਸ਼ਨਾਨ ਜ਼ਰੂਰ ਕਰੇ। ਜਦੋਂ ਅੰਮ੍ਰਿਤ ਛਕਾਉਂਦੇ ਨੇ ਨਾ ਪੰਜ ਪਿਆਰੇ, ਤੇ ਕਿਹਾ ਜਾਂਦਾ ਹੈ ਵੀ ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਨਾ ਏ। ਸਵਈਆ ਬਾਰ ਬਧੂਨ ਕੇ ਸੰਗ ਰਮੈ ਨਰ। ਬੱਜਰ ਕਰਹਿਤਾਂ ਤੋਂ ਬਚਾਉਣ ਦੇ ਲਈ ਮਹਾਰਾਜ ਫੇਰ ਕਹਿੰਦੇ ਭਾਈ ਗੁਰਸਿੱਖੋ ਬਾਰ ਬਧੂਨ ਕੇ ਸੰਗ ਰਮੈ ਨਰ, ਵੀ ਜਿਹੜਾ ਕੋਈ ਸਿੱਖ ਹੋ ਕੇ ਬਾਰ ਬਧੂਨ ਹੁੰਦੀਆਂ ਨੇ ਵੇਸ਼ਵਾਵਾਂ, ਜਿਹੜਾ ਵੇਸ਼ਵਾ ਦਾ ਸੰਗ ਕਰਦਾ ਏ, ਸੰਗਤ ਮਹਿ ਨਹਿ ਮੇਲ ਸੋ ਪਾਵੈ। ਉਹ ਸਿੱਖ ਮੇਰੀ ਸੰਗਤ ਦੇ ਵਿੱਚ ਮੇਲ ਨਹੀਂ ਪਾ ਸਕਦਾ। ਮੇਰੀ ਸੰਗਤ ਦੇ ਵਿੱਚ ਉਹਨੂੰ ਕੋਈ ਥਾਂ ਨਹੀਂ ਹੈ ਜਿਹੜਾ ਵੇਸ਼ਵਾ ਦਾ ਰਮਨ ਕਰਦਾ। ਕਿਉਂਕਿ ਸਾਧ ਸੰਗਤ ਉਹਨਾਂ ਸਮਿਆਂ ਦੇ ਵਿੱਚ ਮੁਸਲਮਾਨਾਂ ਨੇ ਦੂਜੇ ਲੋਕਾਂ ਨੂੰ ਧਰਮ ਤੋਂ ਡੇਗਣ ਦੇ ਵਾਸਤੇ ਵੇਸ਼ਵਾਵਾਂ ਦੇ ਕੋਠੇ ਬਣਾਏ ਹੋਏ ਸਨ। ਤੇ ਮਹਾਰਾਜ ਇਸ ਕਰਕੇ ਸਿੱਖਾਂ ਨੂੰ ਬੱਜਰ ਕਰਹਿਤਾਂ ਦੱਸ ਰਹੇ ਨੇ ਵੀ ਜਿਹੜਾ ਵੇਸ਼ਵਾ ਦਾ ਪਰਾਏ ਸਰੀਰ ਦਾ ਕਹਿੰਦੇ ਵੀ ਸੰਗ ਕਰਦਾ ਏ, ਉਹ ਮੇਰੀ ਸੰਗਤ ਦੇ ਵਿੱਚੋਂ ਫਿਰ ਖਾਰਜ ਹੋ ਜਾਂਦਾ, ਮੇਰੀ ਸੰਗਤ ਨਾਲ ਮਿਲ ਕੇ ਨਹੀਂ ਰਹਿ ਸਕਦਾ। ਇੱਕ ਤਾਂ ਇਹ ਕਾਰਨ ਸੀ, ਤੇ ਦੂਸਰਾ ਇਹ ਸੀ ਵੀ ਜਦੋਂ ਪੁਰਾਣੇ ਸਮਿਆਂ 'ਚ ਜੰਗ ਯੁੱਧ ਹੁੰਦੇ ਸਨ ਨਾ, ਤੇ ਜਿਹੜਾ ਕੋਈ ਜੰਗ ਜਿੱਤਦਾ ਉਹ ਦੂਸਰਿਆਂ ਦੀਆਂ ਇਸਤਰੀਆਂ ਦੀ ਬੇਅਦਬੀ ਕਰਦਾ ਸੀ। ਹੁਣ ਖਾਲਸੇ ਨੇ ਵੀ ਜੰਗ ਕਰਨੇ ਨੇ, ਤੇ ਮਹਾਰਾਜ ਦ੍ਰਿੜ ਕਰਾ ਰਹੇ ਨੇ ਵੀ ਜੰਗ ਕਰਦਿਆਂ ਹੁਣ ਤੁਰਕਾਂ ਨਾਲ ਹੀ ਬਹੁਤੇ ਜੰਗ ਸੀ। ਤੇ ਪਾਤਸ਼ਾਹ ਕਹਿੰਦੇ ਨੇ ਵੀ ਤੁਸੀਂ ਜੰਗ ਯੁੱਧ ਕਰਦਿਆਂ ਵੈਰੀ ਨੂੰ ਤਾਂ ਜ਼ਰੂਰ ਹਰਾਉਣਾ ਏ, ਪਰ ਕਦੀ ਵੀ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਨਹੀਂ ਕਰਨੀ। ਜਿਹੜਾ ਕਰੇਗਾ ਕਲਗੀਧਰ ਮਹਾਰਾਜ ਕਹਿੰਦੇ ਉਹ ਮੇਰੀ ਸੰਗਤ ਵਿੱਚ ਬਹਿਣ ਯੋਗ ਨਹੀਂ ਹੈ, ਮੇਰੀ ਸੰਗਤ ਨਾਲ ਉਹਦਾ ਕਦੀ ਮੇਲ ਨਹੀਂ, ਜਿਹੜਾ ਪਰਾਏ ਸਰੀਰਾਂ ਦਾ ਸੰਗ ਕਰਦਾ ਸਿੱਖ ਹੋ ਕੇ। ਸੋ ਨਹਿ ਸਿੱਖ ਗੁਰੂ ਨਹਿ ਮੈਂ ਤਿਹ। ਕਲਗੀਧਰ ਮਹਾਰਾਜ ਕਹਿੰਦੇ ਜਿਨੇ ਵੇਸ਼ਵਾ ਦਾ ਪਰਾਏ ਸਰੀਰ ਦਾ ਸੰਗ ਕੀਤਾ ਅੰਮ੍ਰਿਤ ਛਕ ਕੇ, ਪਾਤਸ਼ਾਹ ਕਹਿੰਦੇ ਉਹ ਸਿੱਖੀ ਤੋਂ ਖਾਰਜ, ਕਹਿੰਦੇ ਉਹ ਮੇਰਾ ਸਿੱਖ ਨਹੀਂ ਤੇ ਮੈਂ ਉਹਦਾ ਗੁਰੂ ਨਹੀਂ ਆ। ਲੋਕ ਪਰਲੋਕ ਸਮੂਲ ਨਸਾਵੈ। ਉਹਦਾ ਲੋਕ ਵੀ ਗਿਆ, ਉਹਦਾ ਪਰਲੋਕ ਵੀ ਗਿਆ, ਉਹਨੇ ਆਪਣੀ ਜ਼ਿੰਦਗੀ ਖਰਾਬ ਕਰ ਲਈ। ਸਾਹਿਬ ਕਹਿੰਦੇ ਉਹਦੇ ਦੋਵੇਂ ਜਹਾਨ ਨਸ਼ਟ ਹੋ ਗਏ ਜਿਹੜਾ ਵੇਸ਼ਵਾਗਾਮੀ ਪਰਾਏ ਸਰੀਰਾਂ ਨਾਲ ਸੰਬੰਧ ਬਣਾਉਂਦਾ ਏ। ਜੋ ਪਛਤਾਏ ਪਰੈ ਸ਼ਰਨੀ ਪੁਨ। ਹਾਂ ਇੱਕ ਮੌਕਾ ਜ਼ਰੂਰ ਹੈ, ਬੱਜਰ ਕਰਹਿਤ ਕਰਕੇ ਜੇ ਕੋਈ ਪਛਤਾਵੇ ਨਾ ਵੀ ਮੈਂ ਗਲਤੀ ਕਰ ਲਈ ਹੈ, ਤੇ ਸਾਹਿਬ ਕਹਿੰਦੇ ਉਹ ਪਛਤਾਤਾਪ ਕਰਕੇ, ਦਿਲੋਂ ਪਛਤਾਤਾਪ ਹੋਵੇ, ਕਿਸੇ ਦੇ ਕਹਿਣ ਤੇ ਨਹੀਂ, ਆਪ ਪਛਤਾਵਾ ਹੋਵੇ ਵੀ ਮੈਂ ਗਲਤ ਕੀਤਾ, ਤੇ ਉਹ ਪਛਤਾਵਾ ਕਰਕੇ ਤੇ ਫਿਰ ਆ ਕੇ ਪੰਜ ਪਿਆਰਿਆਂ ਦੀ ਸ਼ਰਨ ਪੈ ਜਾਵੇ। ਆਪਨੋ ਦੋਸ਼ ਸਮੂਹ ਸੁਣਾਵੇ। ਤੇ ਆਪਣਾ ਜਿਹੜਾ ਕੀਤਾ ਹੋਇਆ ਕੋਈ ਦੋਸ਼ ਹੈ ਨਾ ਵੀ ਮੈਂ ਕੀ ਮਾੜਾ ਕੰਮ ਕੀਤਾ, ਉਹ ਪੰਜ ਪਿਆਰਿਆਂ ਨੂੰ ਸੁਣਾ ਕੇ ਦੱਸੇ ਵੀ ਮੈਂ ਆਹ ਪਾਪ ਕੀਤਾ ਹੈ ਤੇ ਮੈਨੂੰ ਬਖਸ਼ ਲਵੋ। ਦੇ ਤਨਖਾਹ ਵਿਸਾਲ ਪਦਾਰਥ। ਤੇ ਫਿਰ ਕਹਿੰਦੇ ਪੰਜ ਪਿਆਰੇ ਤਨਖਾਹ ਲਾਉਣਗੇ, ਧਾਰਮਿਕ ਸਜ਼ਾ ਹੁੰਦੀ ਹੈ।
ਤੇ ਤਨਖਾਹ ਲਾ ਕੇ ਦੇ ਤਨਖਾਹ ਵਿਸ਼ਾਲ ਪਦਾਰਥ, ਤੇ ਕੋਈ ਪਦਾਰਥ ਦੀ ਲਾ ਦਿੰਦੇ ਵੀ ਇੰਨੀ ਮਾਇਆ ਜਾਂ ਇੰਨੀ ਵਸਤੂ ਗੁਰੂ ਘਰ ਚੜਾਉਣੀ ਹੈ। ਕਹਿੰਦੇ ਵੀ ਉਹ ਜਿਹੜੀ ਤਨਖਾਹ ਪੂਰੀ ਕਰਕੇ ਪਦਾਰਥ ਗੁਰੂ ਘਰ ਚੜਾਵੇ। ਫੇਰ ਨਹੀਂ ਮਨ ਤਾਹੀ ਮੈਂ ਲਾਵੇ। ਤੇ ਜਿਹੜੀ ਗਲਤੀ ਪਹਿਲਾਂ ਕੀਤੀ ਹੈ ਜਿਹਦਾ ਕਰਕੇ ਦੁਬਾਰੇ ਕਹਿੰਦੇ ਪੰਜਾਂ ਪਿਆਰਿਆਂ ਕੋ ਅੰਮ੍ਰਿਤ ਲਿਆ, ਉਹ ਮਹਾਰਾਜ ਕਹਿੰਦੇ ਗੁਨਾਹ ਨੂੰ ਫਿਰ ਆਪਣੇ ਮਨ 'ਚ ਨਾ ਲਿਆਵੇ। ਇੱਕ ਵਾਰਾਂ ਗਲਤੀ ਕੀਤੀ ਹੈ ਤਾਂ ਉਹਨੂੰ ਬਖਸ਼ ਦੇਵਾਂਗੇ, ਤੇ ਉਸ ਗਲਤੀ ਨੂੰ ਮਨ ਦੇ ਵਿੱਚ ਲੈ ਕੇ ਨਾ ਆਵੇ, ਫਿਰ ਉਹ ਗੁਨਾਹ ਨਾ ਕਰੇ। ਆਦ ਸੁਧਾਸਰ ਜੇ ਗੁਰਦੁਆਰ। ਫਿਰ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਜਿੰਨੇ ਵੀ ਗੁਰਾਂ ਦੀ ਚਰਨ ਛੋਹ ਪ੍ਰਾਪਤ ਅਸਥਾਨ ਹਨ, ਨਨਕਾਣਾ ਸਾਹਿਬ ਤੀਕਰ ਬਿਰੋਕੇ ਜਾਏ ਕੈ ਪਾਪ ਗਵਾਵੇ। ਪਾਤਸ਼ਾਹ ਜੀ ਕਹਿੰਦੇ ਉੱਥੇ ਜਾ ਕੇ ਦਰਸ਼ਨ ਕਰੇ ਤੇ ਫਿਰ ਉਹਦੇ ਸਾਰੇ ਪਾਪ ਲੱਥ ਜਾਣਗੇ। ਕਰਹਿ ਦੀਏ ਸਿੱਖ ਲਈ ਹੁਕਮ ਹੈ ਵੀ ਸਾਰੇ ਗੁਰਧਾਮਾਂ ਦੇ ਦਰਸ਼ਨ ਕਰੇ, ਅਰਦਾਸ ਕਰਾਵੇ ਆਪਣੇ ਗੁਨਾਹ ਮਾਫ ਕਰਨ ਦੇ ਲਈ। ਤੋਪੀ ਜਥਾਵਤ ਸਿੱਖਣ ਕੇ ਸਮ। ਪਰ ਮਹਾਰਾਜ ਜੀ ਕਹਿੰਦੇ ਜਿਹੜਾ ਕੁਰੈਤ ਕਰ ਲੈਂਦਾ ਹੈ ਨਾ, ਪਰਾਏ ਸਰੀਰ ਦਾ ਸੰਗ ਕਰ ਲੈਂਦਾ, ਬਖਸ਼ਿਆ ਤਾਂ ਜਾਵੇਗਾ ਉਹ ਪੰਜਾਂ ਦੇ ਪੇਸ਼ ਹੋ ਕੇ। ਪਰ ਇੱਕ ਗੱਲ ਸਮਝ ਲਓ ਵੀ ਫੇਰ ਵੀ ਜਿਹੜਾ ਉਹ ਕਰੈਤੀਆ ਹੈ ਨਾ ਸਿੱਖ, ਉਹ ਜਿਹੜੇ ਮੇਰੇ ਤਿਆਰ ਪਰ ਤਿਆਰ ਸਿੱਖ ਨੇ ਉਹਨਾਂ ਦੇ ਬਰਾਬਰ ਨਹੀਂ ਉਹਨੂੰ ਮਾਣ ਮਿਲਦਾ। ਉਪਚਾਰ ਤੇ ਹੋਣ ਨਾ ਪਾਵੇ। ਭਾਵੇਂ ਕੋਈ ਜਿੰਨਾ ਮਰਜੀ ਕੋਈ ਹੀਲਾ ਵਸੀਲਾ ਕਰ ਲਵੇ, ਜਿਹੜਾ ਅੰਮ੍ਰਿਤ ਛਕ ਕੇ ਤੇ ਫੇਰ ਕੁਰੈਤ ਕਰਦਾ ਏ, ਦੁਬਾਰਾ ਅੰਮ੍ਰਿਤ ਛਕ ਕੇ ਉਹਦੀ ਮੁਆਫੀ ਤਾਂ ਉਹਨੂੰ ਮਿਲ ਸਕਦੀ ਹੈ, ਪਰ ਮਹਾਰਾਜ ਕਹਿੰਦੇ ਮੇਰੇ ਤਿਆਰ ਬਰ ਤਿਆਰ ਸਿੰਘਾਂ ਦੇ ਉਹ ਬਰਾਬਰ ਨਹੀਂ ਹੋ ਸਕਦਾ। ਇਹੀ ਕਾਰਨ ਹੈ ਜਿਹੜਾ ਤਨਖਾਹਦਾਰ ਹੋਵੇ ਨਾ, ਤਨਖਾਹਦਾਰ ਤੋਂ ਭਾਵ ਜਿਹਨੂੰ ਸਜ਼ਾ ਲੱਗੀ ਹੋਵੇ ਧਾਰਮਿਕ, ਜਿਹਨੇ ਕੋਈ ਕਰੈਤ ਕੀਤੀ ਹੋਵੇ, ਉਹਨੂੰ ਪੰਜਾਂ ਪਿਆਰਿਆਂ 'ਚ ਨਹੀਂ ਲਾਉਂਦਾ ਗੁਰੂ ਕਾ ਖਾਲਸਾ। ਉਹਨੂੰ ਸਾਰੀ ਉਮਰ ਪੰਜਾਂ ਪਿਆਰਿਆਂ 'ਚ ਲੱਗਣ ਦਾ ਅਧਿਕਾਰ ਨਹੀਂ ਰਹਿ ਜਾਂਦਾ। ਜਿਹੜਾ ਇੱਕ ਵਾਰ ਅੰਮ੍ਰਿਤ ਛਕਣ ਤੋਂ ਪਹਿਲਾਂ, ਸਿੰਘ ਸੱਜਣ ਤੋਂ ਪਹਿਲਾਂ ਕਿਸੇ ਨੇ ਗਲਤੀ ਕੀਤੀ ਹੈ ਉਹ ਬਖਸ਼ੀ ਜਾਂਦੀ, ਪਰ ਅੰਮ੍ਰਿਤ ਛਕ ਕੇ ਜਿਹੜਾ ਗਲਤੀ ਕਰ ਲੈਂਦਾ ਉਹ ਨਹੀਂ ਬਖਸ਼ੀ ਜਾਂਦੀ। ਤੇ ਕਲਗੀਧਰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਕੋਈ ਤਨਖਾਹ ਲਵਾ ਕੇ ਅੰਮ੍ਰਿਤ ਦੋਹਰੇ ਛਕ ਲਵੇ ਉਹ ਅਸੀਂ ਮਾਫ ਤਾਂ ਕਰ ਲਵਾਂਗੇ, ਪਰ ਜਿੰਨੇ ਮਰਜ਼ੀ ਉਹ ਯਤਨ ਕਰ ਲਵੇ ਉਹ ਮੇਰੇ ਤਿਆਰ ਪਰ ਤਿਆਰ ਸਿੰਘਾਂ ਦੀ ਬਰਾਬਰੀ ਕਦੀ ਨਹੀਂ ਕਰ ਸਕਦਾ। ਕਲੰਕਤ ਹਵੈ ਸਰੀਤ। ਕਹਿੰਦੇ ਵੀ ਇਸ ਤਰ੍ਹਾਂ ਵੱਡਾ ਕਲੰਕ ਉਹਦੇ ਤੇ ਲੱਗ ਜਾਂਦਾ ਹੈ। ਉਦਾਹਰਨ ਦਿੰਦੇ ਹਨ ਵੀ ਇਦਾਂ ਉਹ ਕਲੰਕਤ ਰਹਿੰਦਾ ਏ। ਜਟਾਪਟ ਬਾਸਨ ਪਾਜ ਲਗਾਵੇ। ਕਹਿੰਦੇ ਜਿਵੇਂ ਕੋਈ ਆ ਭਾਂਡੇ ਨੇ ਨਾ ਧਾਤਾਂ ਦੇ, ਇਹ ਕਿਤੇ ਤਿੜਕ ਜਾਣ ਤੇ ਇਹਨਾਂ ਨੂੰ ਟੰਕਾ ਲੱਗ ਜਾਂਦਾ ਹੈ। ਕਹਿੰਦੇ ਵੀ ਜਿਵੇਂ ਕਿਸੇ ਤਿੜਕੇ ਭਾਂਡੇ ਤੇ ਆਪਾਂ ਟੈਂਕਾ ਲਾ ਕੇ ਫਿਰ ਜੋੜ ਲੈਨੇ ਆ ਉਹਨੂੰ। ਦਾਗ ਨਾ ਜਾਤ ਦਿਖਾਈ ਸੋ ਦੇਤ। ਭਾਵੇਂ ਕਿ ਉਹ ਜਿਹੜਾ ਭਾਂਡਾ ਏ ਉਹਦਾ ਜਿੱਥੋਂ ਤਿੜਕੇ ਆਏ ਜਾਂ ਜਿੱਥੋਂ ਕੋਈ ਚੋਂਦਾ ਏ ਉਹ ਚੀਜ਼ ਟੈਂਕਾ ਲੱਗਣ ਦੇ ਨਾਲ ਸਹੀ ਤਾਂ ਹੋ ਜਾਂਦੀ, ਪਰ ਪਾਤਸ਼ਾਹ ਕਹਿੰਦੇ ਉਹ ਭਾਂਡੇ ਦੇ ਦਾਗ ਤਾਂ ਲੱਗ ਜਾਂਦਾ ਨਾ। ਹਰ ਇੱਕ ਨੂੰ ਦਿਖਦਾ ਤੇ ਹੈਗਾ ਹੀ ਆ ਨਾ ਵੀ ਇੱਥੇ ਟੈਂਕਾ ਲੱਗਾ ਏ, ਆ ਭਾਂਡਾ ਕਲੀ ਕੀਤਾ ਏ ਵੀ ਇਹ ਕਿਸੇ ਥਾਂ ਤੋਂ ਟੁੱਟਾ ਭੱਜਾ ਹੋਵੇਗਾ। ਉਹ ਟੁੱਟ ਭੱਜ ਜੁੜ ਜਾਂਦੀ ਆ ਟੈਂਕਾ ਲਾ ਕੇ, ਪਰ ਗੁਰੂ ਸਾਹਿਬ ਕਹਿੰਦੇ ਉਹ ਦਾਗ ਤਾਂ ਦਿਖਦਾ ਹੀ ਰਹਿੰਦਾ ਹੈ ਨਾ ਸਾਰਿਆਂ ਨੂੰ। ਪਰੰਤ ਸੋ ਬਾਸਨ ਕਾਜ ਹੀ ਆਵੇ। ਹਾਂ ਇੰਨਾ ਜ਼ਰੂਰ ਹੈ ਵੀ ਉਹ ਭਾਂਡਾ ਜਿਹੜਾ ਕੋਈ ਚੋਂਦਾ ਹੋਵੇ ਜਿੱਤੇ ਟੈਂਕਾ ਲੱਗੇ ਕੰਮ ਤਾਂ ਆ ਜਾਂਦਾ ਏ, ਉਹਦੇ ਕੋਲੋਂ ਕੰਮ ਆਪਾਂ ਲੈ ਸਕਦੇ ਹਾਂ, ਪਰ ਦਾਗ ਜ਼ਰੂਰ ਦਿਖਦਾ ਰਹਿੰਦਾ ਏ। ਐਵੇਂ ਜਿਹੜਾ ਸਿੱਖ ਕਰੈਤੀਆ ਏ ਨਾ ਉਹ ਅੰਮ੍ਰਿਤ ਛਕ ਕੇ ਫਿਰ ਤਿਆਰ ਬਰ ਤਿਆਰ ਤਾਂ ਹੋ ਜਾਂਦਾ ਏ, ਉਹ ਪੰਥ ਦੇ ਕਾਰਜ ਤਾਂ ਆਉਂਦਾ ਏ, ਪਰ ਜਿਹੜੀ ਕਰੈਤ ਕੀਤੀ ਹੈ ਨਾ ਉਹ ਦਾਗ ਜਿਹਾ ਲੱਗਾ ਦਿਖਦਾ ਹੀ ਰਹਿੰਦਾ। ਜਿਵੇਂ ਆਮ ਹੀ ਕੋਈ ਅੰਮ੍ਰਿਤ ਛਕਿਆ ਹੋਵੇ, ਪਹਿਲਾਂ ਕੋਈ ਗਲਤੀ ਕੀਤੀ ਹੋਵੇ, ਜੇ ਸੁਧਾਈ ਕਰਕੇ ਤੇ ਕਿਸੇ ਨੂੰ ਕੁਝ ਸਮਝਾਵੇ ਨਾ, ਤੇ ਕਈ ਫਿਰ ਅੱਗੋਂ ਔਖੇ ਜਿਹੇ ਹੋ ਕੇ ਕਹਿੰਦੇ ਚੱਲ ਚੱਲ ਕੱਲ ਤੇ ਤੂੰ ਕਹਿੰਦੇ ਫਲਾਣੇ ਥਾਂ ਖੇ ਖਾਂਦਾ ਸੀ, ਅੱਜ ਸਾਨੂੰ ਦੱਸਦਾ। ਉਹ ਦਾਗ ਜਿਹਾ ਰਹਿ ਜਾਂਦਾ। ਕਹਿ ਦਿੰਦੇ ਨੇ ਲੋਕ, ਕਹਿੰਦੇ ਲੈ ਬਿੱਲੀ 900 ਚੂਹਾ ਖਾ ਕੇ ਕਹਿੰਦੇ ਹੱਜ ਨੂੰ ਚੱਲੀ, ਉਹ ਗੱਲ ਨਹੀਂ ਛੱਡਦੇ ਫਿਰ ਲੋਕ। ਇਸ ਕਰਕੇ ਮਹਾਰਾਜ ਕਹਿੰਦੇ ਭਾਵੇਂ ਕਿ ਅਸੀਂ ਬਖਸ਼ ਤਾਂ ਲਵਾਂਗੇ, ਕਰੈਤ ਕਰਨੀ ਨਹੀਂ, ਜੇ ਕੋਈ ਕਰੇ ਤੇ ਬਖਸ਼ਿਆ ਤਾਂ ਜਾਵੇਗਾ, ਪਰ ਉਹ ਦਾਗ ਨਹੀਂ ਜੇ ਜਾਂਦਾ। ਉਹ ਜਿਵੇਂ ਭਾਂਡੇ ਤੇ ਲੱਗਾ ਹੋਇਆ ਟੈਂਕਾ ਜਿਹਾ ਦਿਖਾਈ ਦਿੰਦਾ ਏ ਨਾ, ਇਸੇ ਤਰ੍ਹਾਂ ਜਿਹੜਾ ਕਰੈਤ ਕਰਨ ਵਾਲਾ ਏ ਉਹਦੇ ਬਾਰੇ ਵੱਖਰਾ ਹੀ ਲੋਕ ਸੋਚਦੇ, ਵੱਖਰਾ ਹੀ ਆ ਜਾਂਦਾ, ਕਹਿੰਦੇ ਇਹਨੇ ਫਲਾਨੀ ਗਲਤੀ ਕੀਤੀ ਸੀ, ਉਹ ਨਹੀਂ ਛੱਡਦੇ। ਹੁਣ ਸੱਜਣ ਠਾਗੀ ਹੈ, ਉਹ ਸੰਤ ਤਾਂ ਬਣ ਹੀ ਗਿਆ ਸੀ ਨਾ, ਪਰ ਫਿਰ ਵੀ ਆਪਣੇ ਮੂੰਹ ਤੇ ਸੱਜਣ ਠਾਗੀ ਚੜਿਆ। ਸੱਜਣ ਸੰਤ ਤਾਂ ਕੋਈ ਕੋਈ ਕਹਿੰਦਾ। ਭਾਈ ਭੂਮੀਆਂ ਜੀ ਉਹ ਹੈ ਤੇ ਭਾਈ ਭੂਮੀਆਂ ਬਣ ਗਏ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਪਰ ਹਾਲਾਂ ਵੀ ਉਹਨਾਂ ਨੂੰ ਭੂਮੀਆਂ ਚੋਰੀ ਕਹਿੰਦੇ ਨੇ।
ਕੌਡਾ ਰਾਖਸ਼ ਸੁਧਰ ਤਾਂ ਗਿਆ ਸੀ ਮਹਾਰਾਜ ਦੀ ਕਿਰਪਾ ਨਾਲ, ਪਰ ਮੂੰਹ ਤੇ ਸਾਡੇ ਕੌਡਾ ਰਾਖਸ਼ ਹੀ ਚੜਿਆ ਹੈ। ਐਵੇਂ ਮਹਾਰਾਜ ਜੀ ਕਹਿੰਦੇ ਟੁੱਟੇ ਭਾਂਡੇ ਆਗ ਟੈਂਕਾਂ ਦੇ ਲੱਗ ਜੂਗਾ, ਪਰ ਉਹ ਦਾਗ ਜਾਨੀ ਜੇ ਜਾਣਾ, ਲੋਕਾਂ ਕਹਿਣਾ ਇਹਨੇ ਆਹ ਗਲਤੀ ਕੀਤੀ ਸੀ, ਆਹ ਕਰੈਤ ਕੀਤੀ ਸੀ। ਜਾਹੀ ਤੇ ਜਾਨ ਕਲੰਕ ਅਮੇਟ। ਇਸ ਕਰਕੇ ਜਾਣੋ ਵੀ ਇਹ ਜਿਹੜਾ ਕੋਈ ਬੱਜਰ ਕਰੈਤ ਕਰਨੀ ਹੈ ਨਾ, ਕੋਈ ਵੇਸ਼ਵਾਗਾਮੀ ਹੋਣਾ, ਇਹ ਕਲੰਕ ਮਿਟਦਾ ਜੀ ਨੇ, ਇਹ ਮੱਥੇ ਤੇ ਲੱਗ ਜਾਂਦਾ ਹੈ। ਭਾਵੇਂ ਕੋਈ ਰਹਿਤ ਵਿੱਚ ਫਿਰ ਤਿਆਰ ਪਰ ਤਿਆਰ ਹੋ ਜੇ, ਪਰ ਉਹਦੇ ਕਲੰਕ ਸਦਾ ਨਾਲ ਲੱਗਿਆ ਰਹਿੰਦਾ ਹੈ ਵੀ ਇਹਨੇ ਆਹ ਬੱਜਰ ਕਰੈਤ ਕੀਤੀ ਸੀ। ਨਿਸ਼ੰਕ ਹਵੈ ਕੋ ਸੁਰ ਮੈਂ ਨਹਿ ਤਾਹਿ। ਇਸ ਕਰਕੇ ਮਹਾਰਾਜ ਕਹਿੰਦੇ ਡਰਦੇ ਰਹਿਣਾ ਸਦਾ, ਕਦੀ ਵੀ ਪਰਾਏ ਸਰੀਰ ਦਾ ਸੰਗ ਨਾ ਕਰੇ। ਦੋਵੇਂ ਗੱਲਾਂ ਦੱਸਦੀਆਂ ਮਹਾਰਾਜ ਨੇ ਵੀ ਬਖਸ਼ਿਆ ਤਾਂ ਜਾਵੇਗਾ, ਪਰ ਕਹਿੰਦੇ ਦਾਗ ਨਹੀਂ ਲੱਥਣਾ। ਇਸ ਕਰਕੇ ਦਾਗ ਲੱਗੇ ਹੀ ਨਾ, ਸਦਾ ਡਰੋ, ਸਦਾ ਡਰਦੇ ਰਹੋ, ਬੇਨਤੀਆਂ ਕਰੋ ਮਹਾਰਾਜ ਕਿਤੇ ਅਸੀਂ ਮਾੜਾ ਕੰਮ ਨਾ ਕਰ ਬੈਠੀਏ। ਔਰ ਸਭੈ ਰਹਿਤਾਂ ਟਿਗ ਰੱਖੋ। ਐਵੇਂ ਮਹਾਰਾਜ ਕਹਿੰਦੇ ਹੋਰ ਵੀ ਜਿਹੜੀਆਂ ਅਸੀਂ ਰਹਿਤਾਂ ਰੱਖੀ ਕਈਆਂ ਨੇ ਨਾ, ਉਹ ਸਾਰੀਆਂ ਦ੍ਰਿੜ ਰੱਖੋ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਨਾਮ ਜਪਣਾ। ਧੀਰਜ ਧਾਰ ਕੈ ਤਿਆਗੋ ਨਾਹੀ। ਧੀਰਜ ਰੱਖਣੀ ਹੈ ਸਦਾ, ਕਦੀ ਵੀ ਰਹਿਤਾਂ ਨਹੀਂ ਤਿਆਗਣੀਆਂ, ਮਨ ਡੋਲਣ ਨਹੀਂ ਦੇਣਾ। ਜੋ ਜਗ ਝੂਠ ਸੋ ਧਰਮ ਵਿਨਾਸ਼ਕ। ਦੂਜੀ ਬੱਜਰ ਕਰੈਤ ਦੱਸਦੇ ਨੇ, ਪਹਿਲੀ ਸੀ ਪਰਾਇਆ ਸੰਗ ਕਰਨਾ, ਦੂਜੀ ਬੱਜਰ ਕਰੈਤ ਹੈ ਮਹਾਰਾਜ ਕਹਿੰਦੇ ਜੋ ਜਗ ਝੂਠ, ਜੋ ਜਗਤ ਝੂਠ ਹੈ, ਤਮਾਕੂ ਜਿਹਨੂੰ ਕਹਿੰਦੇ ਨੇ। ਗੁਰੂ ਕੇ ਸਿੱਖ ਤਾਂ ਉਹਦਾ ਨਾਂ ਲੈਣਾ ਪਸੰਦ ਨਹੀਂ ਕਰਦੇ, ਜਗਤ ਝੂਠ ਹੀ ਕਹਿੰਦੇ ਹਨ। ਜੋ ਜਗ ਝੂਠ ਸੋ ਧਰਮ ਵਿਨਾਸ਼ਕ, ਜੋ ਜਗਤ ਝੂਠ ਹੈ ਨਾ ਮਹਾਰਾਜ ਕਹਿੰਦੇ ਤਮਾਕੂ ਆਦਿਕ, ਇਹ ਧਰਮ ਦਾ ਨਾਸ਼ ਕਰਨ ਵਾਲਾ ਪਦਾਰਥ ਹੈ। ਨਾ ਸ਼ੁਭੋ ਕਰੀਏ ਬਿਦ ਕਾਹੀ। ਮਹਾਰਾਜ ਜੀ ਕਹਿੰਦੇ ਇਹਨੂੰ ਖਾਣਾ ਤੇ ਕਿਤੇ ਰਿਹਾ, ਇਹ ਧੂਮਰਪਾਨ, ਇਹ ਜਿਹੜਾ ਤਮਾਕੂ ਆਦਿਕ ਦਾ ਸੇਵਨ ਕਰਨਾ ਤੇ ਕਿਤੇ ਦੀ ਗੱਲ ਹੈ। ਕਹਿੰਦੇ ਹੱਥ ਵੀ ਨਹੀਂ ਮੇਰੇ ਸਿੱਖ ਨੇ ਲਾਉਣਾ। ਇਹਨਾਂ ਚੀਜ਼ਾਂ ਨੂੰ ਕਹਿੰਦੇ ਛੋਏ ਵੀ ਨਾ ਕਿਸੇ ਵੀ ਢੰਗ ਦੇ ਨਾਲ। ਬਿਦ ਕਾਹੀ ਤੋਂ ਭਾਵ ਹੈ ਵੀ ਕਿੱਡੀ ਵੀ ਕੋਈ ਗੱਲ ਹੋਵੇ ਕਹਿੰਦੇ ਹੱਥ ਹੀ ਨਾ ਲਾਵੇ। ਖਲਕਟ ਜੈ ਸਿੰਘ ਪੁੱਠੀ ਖਲ ਉਤਾਰਤੀ ਸੀ। ਕੀ ਗੱਲ ਹੋਈ ਸੀ? ਤਮਾਕੂ ਦਾ ਭਰਿਆ ਹੋਇਆ ਬੋਰਾ ਜਿਹਾ, ਉਹ ਪੰਡ ਜੀ ਉਹਨੂੰ ਕਹਿੰਦੇ ਸਿਰ ਤੇ ਰੱਖ। ਉਹਨੇ ਕਿਹਾ ਇਹਦੇ ਵਿੱਚ ਕੀ ਹੈ? ਉਹ ਹਾਕਮ ਕਹਿੰਦਾ ਇਹਦੇ ਵਿੱਚ ਤਮਾਕੂ ਹੈ, ਹੁੱਕਾ ਪੀਣ ਵਾਲਾ ਨਵਾਬ ਦਾ ਉਹਦੇ ਘਰੇ ਦੇ ਕੇ ਆ। ਸਿੱਖ ਕਹਿੰਦਾ ਮੈਂ ਤਾਂ ਹੱਥ ਨਹੀਂ ਲਾਉਂਦਾ, ਤੂੰ ਸਿਰ ਤੇ ਰੱਖਣ ਦੀ ਗੱਲ ਕਰਦਾ। ਉਹਦੀ ਪੁੱਠੀ ਖਲ ਉਤਾਰ ਦਿੱਤੀ, ਪਰ ਸਿੱਖ ਨੇ ਤਮਾਕੂ ਨੂੰ ਹੱਥ ਨਹੀਂ ਲਾਇਆ। 10ਵੇਂ ਪਾਤਸ਼ਾਹ ਦਾ ਘੋੜਾ ਨਹੀਂ ਤਮਾਕੂ ਵਾਲੇ ਖੇਤ 'ਚ ਵੜਿਆ। ਸਿੰਘ ਤਾਂ ਹੁਣ ਦੱਸਣ ਵਾਸਤੇ ਤਮਾਕੂ ਕਹਿਣਾ ਪੈਂਦਾ। ਗੁਰੂ ਕੇ ਸਿੰਘ ਤਾਂ ਇਹ ਨਾਮ ਲੈਣਾ ਮਾੜਾ ਸਮਝਦੇ ਨੇ। ਉਹ ਕਹਿੰਦੇ ਨਾਮ ਲਿਆ ਮੂੰਹ ਗੰਦਾ ਹੁੰਦਾ, ਇਹਦੇ ਥਾਂ ਤੇ ਵਾਹਿਗੁਰੂ ਕਹਿ ਲਵੋ। ਇਹਨੂੰ ਜਗਤ ਝੂਠ ਕਹਿੰਦੇ ਨੇ। ਸਾਰੀ ਦੁਨੀਆ ਦੀ ਝੂਠੀ ਚੀਜ਼ ਜਿਹੜੀ ਆ ਉਹ ਹੈ ਤਮਾਕੂ। ਕਹਿੰਦੇ ਇਹਨੂੰ ਖਾਣਾ ਤੇ ਬੜੀ ਦੂਰ ਦੀ ਗੱਲ, ਗੁਰੂ ਕਾ ਸਿੱਖ ਇਹਨੂੰ ਹੱਥ ਵੀ ਨਾ ਲਾਵੇ ਕਿਸੇ ਢੰਗ ਨਾਲ। ਨੀਰ ਇਸ਼ਨਾਨ ਜਪੋ ਸਤਨਾਮ। ਠੰਡੇ ਜਲ ਦੇ ਨਾਲ ਇਸ਼ਨਾਨ ਕਰੇ। ਬਿਮਾਰ ਹੋਏ ਤੋਂ ਭਾਵੇਂ ਗਰਮ ਕਰ ਲੇ, ਪਰ ਨਿਰਮਲ ਜਲ ਦੇ ਨਾਲ ਹੀ ਦਲਿੱਦਰ ਰਹਿੰਦਾ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਕਰੋ ਹਿਤ ਦਾਨ ਮਹਾ ਸ਼ੁਭ ਜਾਹੀ। ਤੇ ਫੇਰ ਮਹਾਰਾਜ ਜੀ ਕਹਿੰਦੇ ਵੀ ਧਰਮ ਹਿਤ ਦਾਨ ਕਰਨਾ ਹੈ, ਦਾਨ ਗੁਰ ਸਿੱਖਾਂ ਨੂੰ ਕਰਨਾ ਹੈ, ਆਪਣੇ ਸਿੱਖ ਭਰਾਵਾਂ ਦੀ ਬਾਹ ਫੜਨੀ। ਇਹ ਤੋਂ ਵੱਡਾ ਕੋਈ ਸ਼ੁਭ ਕਰਮ ਨਹੀਂ ਹੈ। ਸ੍ਰੀ ਅਸਕੇਤ ਤੇ ਲੈ ਬਖਸ਼ੀਸ਼। ਮਹਾਰਾਜ ਕਹਿੰਦੇ ਜੋ ਸ੍ਰੀ ਸਾਹਿਬ ਦੇ ਝੰਡੇ ਵਾਲਾ ਰੱਬ ਹੈ, ਉਹਦੇ ਕੋਲੋਂ ਬਖਸ਼ਿਸ਼ਾਂ ਲੈ ਕਰਕੇ ਮਨੋ ਸ਼ਿਤ ਈਸ਼ਹ ਤੋ ਤੁਰਕਨ। ਧਰਤੀ ਦੇ ਰਾਜੇ ਬਣ ਜਾਓਗੇ ਖਾਲਸਾ ਜੀ ਜੇ ਸਾਡਾ ਮਹਾਰਾਜ ਕਹਿੰਦੇ ਬਚਨ ਮੰਨੋਗੇ। ਤੁਰਕਾਂ ਦਾ ਨਾਸ਼ ਕਰਕੇ ਧਰਤੀ ਦੇ ਰਾਜੇ ਪਾਤਸ਼ਾਹ ਬਣ ਜਾਵੋ। ਸੰਗਰ ਤੇ ਨਾ ਮਿਟੋ ਕਬਹੂ ਦੋ। ਕਦੀ ਵੀ ਮਹਾਰਾਜ ਕਹਿੰਦੇ ਕੋਈ ਜੰਗ ਪੈ ਜਾਵੇ ਤੇ ਜੰਗ ਕਰਨ ਤੋਂ ਟਾਲਾ ਨਹੀਂ ਵੱਟਣਾ, ਜਾਨ ਨਹੀਂ ਬਚਾਉਣੀ। ਜੰਗ ਪਵੇ ਤੇ ਸਾਹਮਣੇ ਆਉਣਾ ਹੈ ਵੈਰੀ ਦੇ। ਦੋ ਲੋਕਨ ਕੋ ਸੁਖ ਜਾਨ ਮਹਾਨ। ਤੇ ਜਿਹੜਾ ਸੂਰਮਾ ਹੋ ਕੇ ਜੰਗ ਕਰਦਾ, ਜਾਣ ਲਓ ਉਹਨੂੰ ਦੋਵਾਂ ਲੋਕਾਂ ਦੇ ਮਹਾਨ ਤੋਂ ਮਹਾਨ ਸੁਖ ਪ੍ਰਾਪਤ ਹੁੰਦੇ ਨੇ। ਰਾਜ ਕਰੋ ਧਰਮ ਕੋ ਪ੍ਰਤਪਾਰੋ। ਰਾਜ ਕਰੋਗੇ ਜੇ ਧਰਮੀ ਬਣੋਗੇ, ਧਰਮ ਦੀ ਪ੍ਰਤਪਾਲਣਾ ਕਰਨੀ, ਸਦਾ ਕਾਇਮ ਦਾਇਮ ਰਹਿਣਾ ਹੈ। ਭੋਗੋ ਭੋਗ ਅਨੇਕ ਵਿਧਾਨ। ਪਾਤਸ਼ਾਹ ਕਹਿੰਦੇ ਜੰਗ ਕਰਦੇ ਆ ਜੇ ਜਿੱਤ ਗਏ ਤਾਂ ਇੱਥੇ ਅਨੇਕਾਂ ਤਰ੍ਹਾਂ ਦੇ ਪਦਾਰਥ ਸੁਖ ਪਾਵੋਗੇ। ਅੰਤ ਸਮੈ ਗਤ ਆਸ਼ੀ ਕੋ ਪ੍ਰਾਪਤ। ਤੇ ਜੰਗ ਕਰਦੇ ਆ ਜੇ ਚੜ੍ਹਾਈ ਕਰ ਗਏ ਤਾਂ ਵਧੀਆ ਗਤੀ ਪ੍ਰਾਪਤ ਹੋਊ। ਇੱਥੇ ਲੋਕ ਸ਼ਹੀਦ ਸਿੰਘ ਕਹਿ ਕੇ ਤੁਹਾਨੂੰ ਮੱਥਾ ਟੇਕਣਗੇ, ਤੁਹਾਡੇ ਨਾਂ ਦੀਆਂ ਅਰਦਾਸਾਂ ਕਰਾਉਣਗੇ। ਆਨ ਲਿਖੋ ਆਪਣੇ ਨਾ ਸਮਾਨਾ। ਤੇ ਨਾਲ ਹੀ ਕਲਗੀਧਰ ਮਹਾਰਾਜ ਕਹਿੰਦੇ ਵੀ ਆਨ ਪਿਖੋ ਆਪਣੇ ਨਾ ਸਮਾਨਾ। ਸਾਹਿਬ ਕਹਿੰਦੇ ਕਿਸੇ ਹੋਰ ਨੂੰ ਆਪਣੇ ਖਾਲਸੇ ਦੇ ਸਮਾਨ ਨਹੀਂ ਵੇਖਣਾ, ਐਡੀ ਸੁਰਤ ਉੱਚੀ ਰੱਖਣੀ ਆ। ਹਾਂ, ਸਿੱਖ ਜਿਹੜਾ ਹੈ ਉਹ ਇਹ ਨਾ ਆਖੇ ਵੀ ਮੈਂ ਦੂਜੇ ਸਿੱਖ ਤੋਂ ਵੱਡਾ ਹਾਂ, ਮੈਂ ਵੱਡਾ ਸਿੱਖ, ਉਹ ਨਹੀਂ ਕਹਿਣਾ। ਪਰ ਦੂਜੇ ਜਿੰਨੇ ਵੀ ਦੁਨੀਆ ਦੇ ਮਜ਼ਹਬ ਨੇ ਕਹਿੰਦੇ ਵੀ ਉਹਨਾਂ ਨੂੰ ਕਿਸੇ ਨੂੰ ਵੀ ਆਪਣੇ ਸਮਾਨ ਨਾ ਵੇਖੇ।
ਆਪਣੇ ਆਪ ਨੂੰ ਸਾਰਿਆਂ ਤੋਂ ਉੱਚਾ ਕਰਕੇ ਰੱਖੇ, ਬੋਦੀ ਧੋਤੀ ਟਿੱਕੇ ਤਿਲਕ ਵਾਲਿਆਂ ਤੋਂ ਆਪਣੇ ਆਪ ਨੂੰ ਵੱਡਾ ਰੱਖੇ, ਹੁੱਕੇ ਹਜਾਮਤ ਵਾਲਿਆਂ ਦੇ ਨਾਲ ਆਪਣੇ ਆਪ ਨੂੰ ਨਾ ਰਲਾਵੇ, ਆਪਣੇ ਆਪ ਨੂੰ ਸਭ ਤੋਂ ਵੱਡਾ ਜਾਣਨਾ ਕਰੇ। ਜੇ ਸਿਰ ਗੁੰਮ ਅਹੈ ਜਗ ਮੈਂ, ਤੇ ਜੇ ਸਿਰ ਗੁੰਮ ਅਹੈ ਜਗ ਮੈਂ, ਤੇ ਫਿਰ ਜਿਹੜੇ ਸਿਰ ਗੁੰਮ ਜੇ ਹਨ, ਜਿਹੜੇ ਕੇਸ ਰੱਖ ਕੇ, ਜਿਹੜੇ ਕੋਈ ਅੰਮ੍ਰਿਤ ਛਕ ਕੇ ਫਿਰ ਵਿੱਚੋਂ ਜੇ ਵਾਲ ਕਟਾ ਦੇਣ, ਜਿਹੜੇ ਸਿਰ ਗੁੰਮ ਹਨ, ਇਹ ਵੀ ਬੱਜਰ ਕਰੈਤ ਹੈ। ਮਰਨੇ ਪਰਨੇ ਮਹਿ ਮੇਲ ਨ ਕੀਜੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਸਿੰਘ ਸੱਜ ਕੇ ਬੱਜਰ ਕਰੈਤ ਕਰ ਗਿਆ ਨਾ, ਕੇਸ ਕਤਲ ਕਰਾ ਗਿਆ, ਉਹਦੇ ਮਰਨੇ ਪਰਨੇ ਉਹਦੇ ਮੱਥੇ ਨਹੀਂ ਲੱਗਣਾ। ਉਹਦੇ ਘਰੇ ਕੋਈ ਮਰ ਜੇ, ਕਹਿੰਦੇ ਪਰਚਾਉਣੀ ਕਰਨ ਵੀ ਸਿੱਖ ਨੇ ਨਹੀਂ ਜਾਣਾ, ਜਿਨੇ ਆਪਣੇ ਕੇਸਾਂ ਨੂੰ ਗੁੰਮ ਕਰ ਲਿਆ, ਭਾਵ ਕਿ ਕੇਸ ਕਤਲ ਕਰਾ ਲਏ ਜਿਨੇ, ਇਹ ਵੀ ਬੱਜਰ ਕਰੈਤ ਹੈ। ਦਸਵੰਦ ਗੁਰੂ ਹਿਤ ਜੇ, ਤੇ ਦਸਵੰਦ ਦਸਵਾਂ ਹਿੱਸਾ ਆਪਣੀ ਕਿਰਤ ਦੇ ਵਿੱਚੋਂ ਸਦਾ ਗੁਰੂ ਪਾਤਸ਼ਾਹ ਦੇ ਵਾਸਤੇ ਕੱਢਣਾ ਹੈ। ਤਿਨ ਕੋ ਨਾ ਕਮੀ ਧਨ ਕੋ ਸਫਲੀਜੈ। ਤੇ ਜਿਹੜੇ ਮਹਾਰਾਜ ਸਾਹਿਬ ਜੀ ਕਹਿੰਦੇ ਗੁਰੂ ਹਿੱਤ ਦਸਵੰਦ ਕੱਢਣਗੇ, ਉਹਨਾਂ ਨੂੰ ਕਦੀ ਕੋਈ ਕਮੀ ਨਹੀਂ ਰਹੇਗੀ, ਸਦਾ ਧਨ ਉਹਨਾਂ ਦੇ ਘਰ ਵਿੱਚ ਵੱਧਦੇ ਤੋਂ ਵੱਧਦਾ ਜਾਵੇਗਾ। ਸ਼ਤਰਨ ਪੈ ਵਿਸ਼ਵਾਸ ਧਰੋ। ਤੇ ਜਿਹੜਾ ਵੈਰੀ ਆ ਉੱਤੇ ਨਹੀਂ ਭਰੋਸਾ ਰੱਖਣਾ, ਜਿੰਨਾ ਮਰਜੀ ਆਂਦਾ ਰਹੇ ਜੀ ਸਤਿ ਸ੍ਰੀ ਅਕਾਲ ਜੀ, ਜਿੰਨੀਆਂ ਮਰਜੀ ਫਤਿਹ ਬੁਲਾਉਂਦਾ ਰਹੇ, ਕਹਿੰਦੇ ਵੈਰੀ ਦੇ ਉੱਤੇ ਕਦੀ ਖਾਲਸੇ ਨੇ ਭਰੋਸਾ ਨਹੀਂ ਕਰਨਾ, ਵਿਸ਼ਵਾਸ ਨਹੀਂ ਖਾਣਾ। ਤੀਜੇ ਅਨਾਦਰ ਨਾਹੀ ਮਿਲੀ। ਸਗੋਂ ਕਹਿੰਦੇ ਇਹੋ ਜਿਹੇ ਦੁਸ਼ਟਾਂ ਦਾ ਅਨਾਦਰ ਕਰਨਾ ਏ। ਇਸੇ ਕਰਕੇ ਗੁਰੂ ਕੇ ਖਾਲਸੇ ਜਿਹੜੇ ਨੇ ਉਹ ਸਾਰਿਆਂ ਨੂੰ ਕਹਿੰਦੇ ਵੀ ਕਹਿੰਦੇ ਇਹ ਕੱਚੇ ਪਿੱਲੇ ਦੇ ਆ, ਬਸ ਅਸੀਂ ਖਾਲਸੇ ਆ, ਅਨਾਦਰ ਕਰਦੇ, ਕਿਸੇ ਨੂੰ ਆਪਣੇ ਲਾਗੇ ਨਹੀਂ ਲੱਗਣ ਦਿੰਦੇ। ਇਹ ਜਿਹੜੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਬੀੜੀਆਂ ਤੰਬਾਕੂਆਂ ਦੇ ਪੀਣ ਵਾਲੇ ਜਿਹੜੇ ਕੁਰੈਤੀਏ ਜੇ ਸਿਰ ਮੁੰਨੇ ਜੇ, ਇਹਨਾਂ ਦਾ ਨਰਾਦਰ ਕਰੋ, ਕਿਸੇ ਨੂੰ ਲਾਗੇ ਨਹੀਂ ਲੱਗਣ ਦੇਣਾ। ਤੇ ਨਾ ਦਸਵੇਂ ਪਾਤਸ਼ਾਹ ਕਹਿੰਦੇ ਇਹਨਾਂ ਦੇ ਨਾਲ ਕੋਈ ਮੇਲ ਕੋਈ ਸਾਂਝ ਰੱਖਣੀ ਹੈ। ਗੋਪ ਹੋਤੇ ਵਿਦਤਾਈ ਅਬੈਮ। ਇਹ ਗੁਪਤ ਮਰਿਆਦਾ ਸੀ, ਮਹਾਰਾਜ ਜੀ ਕਹਿੰਦੇ ਹੁਣ ਤੁਹਾਨੂੰ ਪ੍ਰਗਟ ਕਰਕੇ ਦੱਸ ਦਿੱਤੀ ਹੈ। ਸੀਸ ਉਤਾਰ ਹਿਰਦੈ ਜਗ ਜੀਜੈ। ਇਹ ਸਿੱਖਿਆ ਆਪਣੇ ਦਿਲ ਦੇ ਵਿੱਚ ਧਾਰਨ ਕਰਕੇ ਰੱਖੋ, ਜਗਤ ਵਿੱਚ ਸਦਾ ਹੀ ਜਿਉਂਦੇ ਰਹੋਗੇ। ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਐਵੇਂ ਆਪ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਛਕਿਆ ਹੈ, ਪੰਜ ਪਿਆਰਿਆਂ ਨੂੰ ਛਕਾ ਕਰਕੇ ਤੇ ਅੰਮ੍ਰਿਤ ਛਕ ਕੇ ਰਹਿਤ ਦ੍ਰਿੜ ਕਰਾਈ। ਅੱਗੇ ਹੋਰ ਅੱਗੇ ਰਹਿਤ ਦੇ ਪ੍ਰਸੰਗ ਆਉਣੇ ਨੇ, ਬੜੀ ਖੋਲ ਕੇ ਰਹਿਤ ਦ੍ਰਿੜ ਕਰਾਈ ਜਾਣੀ ਹੈ। ਅੱਗੇ ਮੁਕਤੀਨਾਮਾ ਆਵੇਗਾ, ਉਹ ਮੁਕਤਨਾਮੇ ਦੇ ਵਿੱਚ ਵੀ ਖੋਲ ਕੇ ਰਹਿਤ ਹੀ ਦ੍ਰਿੜ ਕਰਾਈ ਆ। ਕੱਲ ਦੇ ਪ੍ਰਸੰਗ 'ਚ ਵੀ ਰਹਿਤ ਦੀ ਗੱਲ ਚੱਲੇਗੀ। ਸੋ ਇਸ ਤਰ੍ਹਾਂ ਮਹਾਰਾਜ ਨੇ ਰਹਿਤ ਦ੍ਰਿੜ ਕਰਾਈ ਹੈ। ਤੇ ਪੰਜ ਪਿਆਰਿਆਂ ਤੋਂ ਬਾਅਦ ਫਿਰ ਪੰਜ ਸਿੱਖ ਹੋਰ ਉੱਠੇ ਸਨ, ਕਹਿੰਦੇ ਮਹਾਰਾਜ ਸਾਡੇ ਵੀ ਸਿਰ ਲਓ। ਉਹਨਾਂ ਦੇ ਸਿਰ ਤੇ ਨਹੀਂ ਸੀ ਲਏ ਮਹਾਰਾਜ ਨੇ, ਪਰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਪੰਜ ਵੀਰ ਪੰਜ ਮੁਕਤਿਆਂ ਦੀ ਉਪਾਧੀ ਦਿੱਤੀ ਸੀ। ਜਿਵੇਂ ਉਹ ਉੱਠੇ ਨੇ 11 ਸਿੰਘ, ਇਹਨਾਂ ਦੇ ਮਗਰ ਹੋਰ ਉੱਠੇ, ਇਹਨਾਂ ਦੇ ਮਗਰ ਹੋਰ ਕਰਦਿਆਂ 20,000 ਨੇ ਪਹਿਲੇ ਦਿਨ ਅੰਮ੍ਰਿਤ ਛਕਿਆ। ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਮਹਾਰਾਜ ਦੇ ਪਵਿੱਤਰ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ, ਗੁਰੂ ਸਾਹਿਬ ਬਖਸ਼ਣਹਾਰ ਬਖਸ਼ਿੰਦ ਨੇ ਬਖਸ਼ ਲੈਣਾ। ਪਾਤਸ਼ਾਹ ਜੀ ਕਿਰਪਾ ਕਰਨ, ਜਿਹੜੀਆਂ ਇਹ ਰਹਿਤਾਂ ਸਾਨੂੰ ਦ੍ਰਿੜ ਕਰਾਈਆਂ ਨੇ, ਬੱਜਰ ਕਰੈਤਾਂ ਜਿਹੜੀਆਂ ਹੁੱਕਾ ਹਜਾਮਤ ਹਲਾਲੋ ਹਰਾਮ, ਕੁੱਠਾ ਨਹੀਂ ਖਾਣਾ, ਪਰਾਏ ਸਰੀਰ ਦਾ ਸੰਗ ਨਹੀਂ ਕਰਨਾ, ਅਤੇ ਕੇਸ ਕਤਲ ਨਹੀਂ ਕਰਾਉਣੇ, ਇਸੇ ਪ੍ਰਕਾਰ ਦੇ ਨਾਲ ਤੰਬਾਕੂ ਦਾ ਸੇਵਨ ਨਹੀਂ ਕਰਨਾ। ਇਹ ਚਾਰ ਬੱਜਰ ਕਰੈਤਾਂ ਹਨ। ਇਹਨਾਂ ਤੋਂ ਜਿਹੜਾ ਸਿੱਖ ਬਚਿਆ ਰਹੇ ਉਹ ਮੁਕਤ ਹੈ। ਤੇ ਜਿਹੜਾ ਅੰਮ੍ਰਿਤ ਛਕ ਕੇ ਇਹਨਾਂ ਚੌਹਾਂ 'ਚੋਂ ਇੱਕ ਗੱਲ ਵੀ ਕਰ ਲੈਂਦਾ ਨਾ, ਕੇਸ ਕਤਲ ਕਰਾਉਣੇ, ਪਰਾਇਆ ਸੰਗ ਕਰਨਾ, ਮੁਸਲਮਾਨੀ ਕੁੱਠਾ ਮਾਸ ਖਾਣਾ, ਅਤੇ ਇਹਨਾਂ 'ਚੋਂ ਜਿਹੜਾ ਇੱਕ ਵੀ ਕਰਦਾ ਏ ਬਿਨਾਂ ਕਿਸੇ ਵਿਧੀ ਵਿਧਾਨ ਤੋਂ ਆਪਣੇ ਆਪ ਹੀ ਉਹ ਸਿੱਖੀ ਵਿੱਚੋਂ ਖਾਰਜ ਹੋ ਜਾਂਦਾ ਹੈ। ਉਹਦੇ ਲਈ ਵਿਸ਼ੇਸ਼ ਕਹਿਣਾ ਨਹੀਂ ਪੈਂਦਾ ਵੀ ਆਹ ਸਿੱਖ ਨਹੀਂ ਹੈ, ਆਪਣੇ ਆਪ ਹੀ ਬੱਜਰ ਕਰੈਤ ਕਰਨ ਵਾਲਾ ਸਿੱਖੀ 'ਚੋਂ ਖਾਰਜ ਹੁੰਦਾ ਏ। ਹਾਂ, ਬਖਸ਼ ਲੈਂਦੇ ਨੇ ਜੇ ਪੰਜਾਂ ਪਿਆਰਿਆਂ ਕੋ ਦੋਹਰੇ ਅੰਮ੍ਰਿਤ ਛਕੇ, ਪਰ ਮਹਾਰਾਜ ਕਹਿੰਦੇ ਬਚ ਕੇ ਰਹੋ, ਕਲੰਕ ਨਹੀਂ ਜੇ ਫਿਰ ਮਿਟਦਾ, ਕਲੰਕ ਤੇ ਲੱਗਾ ਹੀ ਰਹਿਣਾ ਹੈ। ਇਹ ਮਹਾਰਾਜ ਅੱਗੇ ਅਰਦਾਸ ਕਰੀਏ, ਪਾਤਸ਼ਾਹ ਇਹਨਾਂ ਬੱਜਰ ਕਰੈਤਾਂ ਤੋਂ ਬਚਾ ਕੇ ਰੱਖੀ, ਤੇ ਰਹਿਤਾਂ ਦੇ ਵਿੱਚ ਆਪ ਹੀ ਦ੍ਰਿੜਤਾ ਬਖਸ਼ੀ। ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ। ਪੂਰਨਮਾਸੀ ਦੇ ਦਿਹਾੜੇ ਇੱਥੇ ਅੰਮ੍ਰਿਤ ਸੰਚਾਰ ਹੁੰਦਾ ਏ। ਆਪ ਜੇ ਮਨ ਬਣਦਾ ਏ, ਜੇ ਭਾਗ ਜਾਗਦੇ ਨੇ, ਸਰੀਰਾਂ ਦਾ ਭਰੋਸਾ ਨਾ ਰੱਖੋ, ਕੱਲ ਪਰਸੋਂ ਕਰਦੇ ਆ, ਜ਼ਿੰਦਗੀ ਖਰਾਬ ਨਾ ਕਰੋ। ਤਿਆਰ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਸੱਜ ਕੇ ਕਲਗੀਧਰ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸ਼ਤਰਨ ਪੈ ਵਿਸ਼ਵਾਸ ਧਰੋ ਨਹਿ, ਕੀਜੈ ਅਨਾਦਰ ਨਾਹੀ ਮਿਲੀਜੈ। ਗੋਪ ਹੋਤੇ ਵਿਦਤਾਈ ਅਬੈਮ, ਸੀਖ ਕੋ ਧਾਰ ਹਿਰਦੈ ਜਗ ਜੀਜੈ। ਵਾਹਿਗੁਰੂ ਜੀ।
ਕਾ ਖਾਲਸਾ ਵਾਹਿਗੁਰੂ